ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਇੱਕ ਤੇ ਖਬਰਾਂ ਦੀ ਸਾਂਝ ਪਾ ਲਈਦੀ ਆ ਤੇ ਦੂਜਾ ਇਹ ਕੋਸ਼ਿਸ਼ ਕਰੀਦੀ ਹੈ ਕਿ ਵੀ ਜਿਹੜੀਆਂ ਗੱਲਾਂ ਬਾਤਾਂ ਨਹੀਂ ਸਮਝ ਆਉਂਦੀਆਂ ਉਹ ਆਪਾਂ ਗੱਲਾਂ ਬਾਤਾਂ ਚੋਂ ਕੱਢ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਵੀਰ ਆਪਣੇ ਨਾਲ ਪਰਮਵੀਰ ਬਾਠ ਹੋ ਰਹੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਸਿਹਤਾਂ ਕਿੱਦਾਂ? ਸਿਹਤਾਂ ਕੁਛ ਠੀਕ ਆ, ਕੁਛ ਕਿਉਂਕਿ ਅਜੇ ਵੀ ਕੋਸ਼ਿਸ਼ ਮਤਲਬ ਨਹੀਂ, ਕੁਛ ਤਾਂ ਠੀਕ ਆ ਕਿਉਂਕਿ 3 ਘੰਟੇ ਦਾ ਫਰਕ ਆ ਟਾਈਮ ਦਾ। ਹੁਣ ਨੀਂਦਰ ਸੂਤ ਹੋਣ ਲੱਗ ਪਈ 3 ਦਿਨਾਂ 'ਚ। ਅੱਛਾ, ਤੁਸੀਂ ਵੀ ਬਾਹਰ ਆਏ ਨਾ ਪਿੰਡੋਂ ਬਾਹਰ ਪਿੰਡੋਂ ਫਿਰ ਤੁਸੀਂ ਬਾਹਰ ਆਏ, ਦੂਰ ਆਏ ਬਾਹਰ। ਹਾਂ, ਸਰੀਓਂ ਟੋਰਾਂਟੋ ਆਏ ਆ, ਫਿਰ ਪਿੰਡੋਂ ਹੀ ਇੱਥੇ ਆਏ ਲੱਗਦਾ। ਉਹੀ ਗੱਲ ਲੱਗਦਾ ਹੈ ਨਾ, ਕਿਉਂਕਿ ਜਿਸ ਹਿਸਾਬ ਨਾਲ ਇੱਧਰ ਵਾਲੀਆਂ ਬਿਲਡਿੰਗਾਂ ਜੀਆਂ ਹੈ ਨਾ, ਇਹ ਤੇ ਉਹ ਨੋਕ ਵਾਲੇ ਟਾਵਰ ਜੇ ਤੇ ਵੀ ਕਹਿੰਦੇ ਚੜ੍ਹਨ ਤੇ। ਹਾਂ ਦੇਖੋ, ਜੇ ਲੈ ਕੇ ਜਾਣਗੇ ਤਾਂ ਠੀਕ ਆ। ਉੱਦਾਂ ਮੇਰਾ ਚੌਥਾ ਕਿਹੜਾ ਇਹ ਤੇ ਲੈ ਕੇ ਤਾਂ ਗਏ ਨਹੀਂ, ਤੁਹਾਨੂੰ ਨਹੀਂ ਲੱਗਦਾ? ਅੱਛਾ, ਦੂਰੋਂ ਖਾਂਦੇ ਉਹ ਨਹੀਂ, ਚਿੜੀ ਲੈ ਗਈ ਹੁਣ। ਬਾਅਦ 'ਚ ਅੱਖਾਂ ਮੀਟ ਕੇ ਦਿਖਾਉਂਦੇ, ਕਹਿੰਦੇ ਉਹ ਮੁੜ ਕਹਿੰਦੇ ਅੱਖਾਂ ਮੀਟ, ਦੂਜੇ ਪਾਸੇ ਕਹਿੰਦੇ ਚਿੜੀ ਲੈ ਗਈ ਉਹਨੂੰ। ਦੇਖੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਡਿਮਾਂਡ ਹੈ ਇਨਡਾਇਰੈਕਟ ਵੇ ਨਾਲ ਪਹੁੰਚਣ ਵਾਲਿਆਂ ਤੱਕ ਪਹੁੰਚੀ ਹੋਵੇਗੀ। ਸੋ ਅਸੀਂ ਆਸ ਕਰਦੇ ਹਾਂ ਹਾਜ਼ਰੀਨ ਨਾਜ਼ਰੀਨ ਕਿ ਪੂਰੀ ਕੀਤੀ ਜਾਵੇ। ਦੇਖੋ ਜੀ, ਗੱਲ ਇਹ ਆ ਕਿ ਵੀ ਇਹਦੇ ਹੋ ਗਈਆਂ ਸਾਡੀਆਂ ਨਿੱਜੀ ਗੱਲਾਂ, ਤੇ ਨਿੱਜੀ ਗੱਲਾਂ 'ਚ ਥੋੜ੍ਹਾ ਜਿਹਾ ਆਪਾਂ ਬਾਹਰ ਆਈਏ ਜੀ, ਕਿਉਂਕਿ ਨਿੱਜਤਾ ਨੂੰ ਹੁਣ ਛੱਡੀਏ। ਹੁਣ ਤੇ ਇਕੱਠ ਦੀ ਗੱਲ ਕਰਨੀ ਪੈਣੀ ਆ, ਲੋਕਾਂ ਦੀ ਗੱਲ ਕਰਨੀ ਪੈਣੀ। ਸੰਧਾਲੀਆ ਸਾਹਿਬ, ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਏ ਰਹੀ ਨਹੀਂ। ਖਾਸ ਤੌਰ ਦੇ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਹਿਬ ਦੇ ਮਸਲੇ ਤੋਂ ਵਿਚਾਰਨਾ ਸ਼ੁਰੂ ਕਰੀਏ। ਮੈਂ ਸੋਚਦਾ ਸੀ ਕਿ ਥੋੜ੍ਹੇ ਦਿਨ ਪਹਿਲਾਂ ਪੱਤਰਕਾਰਾਂ ਦੇ ਸਾਹਮਣੇ ਉਹ ਬੈਠੇ ਸੀ ਤੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਕਸੂਰ ਹੈ, ਪੰਜਾਬ ਦੀ ਸਰਕਾਰ ਦਾ ਕਸੂਰ ਹੈ। ਸਾਡੇ ਤਾਂ ਕਿਸਾਨ ਖੇਤੀ ਕਰਦੇ ਆ, ਰਜ਼ਾ 'ਚ ਰਹਿੰਦੇ ਆ, ਅੰਦੋਲਨ ਦੇ ਨਾਲ ਲੈਣਾ ਦੇਣਾ ਕੋਈ ਨਹੀਂ। ਤੇ ਜਿਹੜੇ ਹਰਿਆਣੇ ਦੇ ਅੰਦਰ ਦਿੱਲੀ ਦੇ ਕਿਨਾਰੇ ਤੇ ਜਾ ਕੇ ਅੰਦੋਲਨ ਕਰਨ ਵਾਲੇ ਕਿਸਾਨ ਆ, 85% ਪੰਜਾਬ ਦੇ ਆ। ਹਰਿਆਣੇ ਦੇ ਕਿਸਾਨਾਂ ਦਾ ਕੋਈ ਲੈਣਾ ਦੇਣਾ ਨਹੀਂ। ਲੋਕਾਂ ਨੂੰ ਉਦੋਂ ਵੀ ਬਹੁਤ ਜ਼ਿਆਦਾ ਅਚੰਭਾ ਹੋਇਆ ਸੀ ਕਿ ਜੇ ਹਰਿਆਣੇ ਦੇ ਕਿਸਾਨ ਅੰਦੋਲਨ ਦੇ ਵਿੱਚ ਹਿੱਸੇਦਾਰੀ ਨਹੀਂ ਤਾਂ ਫਿਰ ਤੁਹਾਡੇ ਹੈਲੀਕਾਪਟਰ ਕੌਣ ਰੋਕਦਾ ਸੀ, ਤੁਹਾਡੇ ਘਰਾਂ ਦੇ ਮੂਹਰੇ ਘਰਾਓ ਕੌਣ ਕਰਦਾ, ਟੋਲ ਪਲਾਜ਼ਿਆਂ ਦੇ ਉੱਤੇ ਕੌਣ ਬੈਠਾ ਹੈ, ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਦੁੱਧ, ਦਹੀਂ, ਲੱਸੀ, ਆਟਾ, ਉਹਦੀ ਸੇਵਾ ਕੌਣ ਕਰ ਰਿਹਾ ਹੈ। ਜਿੱਦਣ ਰਕੇਸ਼ ਟਕੈਤ ਹੋਰਾਂ ਦੀਆਂ ਅੱਖਾਂ 'ਚੋਂ ਅੱਥਰੂ ਵਗੇ ਸੀ, ਸਭ ਤੋਂ ਪਹਿਲੀਆਂ ਟਰਾਲੀਆਂ ਉਹ ਕਿਹੜੇ ਹਰਿਆਣੇ 'ਚੋਂ ਗਈਆਂ ਸੀ? ਫਿਰ ਜੇ ਸੂਬੇ ਦੇ ਤੁਸੀਂ ਮੁੱਖ ਮੰਤਰੀ ਹੋ, ਜੇ ਉਸ ਹਰਿਆਣੇ ਦੇ ਵਿੱਚ ਕਿਸਾਨ ਅੰਦੋਲਨ ਹੈ ਨਹੀਂ, ਤੇ ਹੁਣ ਮੈਨੂੰ ਲੱਗਦਾ ਕਿ ਜੇ ਮਾੜਾ ਮੋਟਾ ਸ਼ੱਕ ਸ਼ੁਬਾ ਕਿਸੇ ਨੂੰ ਵੀ ਸੀਗਾ ਤੇ ਉਹ ਕਰਨਾਲ ਵਾਲੇ ਮਸਲੇ ਨੇ ਦੂਰ ਕਰ ਦਿੱਤਾ ਹੋਣਾ। ਆਪਾਂ ਬੀਤੇ ਕੱਲ੍ਹ ਬੜੀ ਨਿੱਠ ਕੇ ਚਰਚਾ ਇਸ ਮੁੱਦੇ ਤੇ ਕੀਤੀ ਸੀ ਕਿ ਸੁਸ਼ੀਲ ਕਾਜਲ ਨਾਂ ਦੇ ਇੱਕ ਕਿਸਾਨ ਦੀ ਮੌਤ ਹੋਈ ਕਿਉਂਕਿ ਲਾਠੀਚਾਰਜ ਹੋਇਆ ਸੀ। ਅਲਟੀਮੇਟਮ ਦਿੱਤਾ ਸੀ ਤੇ ਇਹ ਕਿਹਾ ਸੀ ਕਿ ਜੇ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਕਿਸਾਨ ਮਜ਼ਦੂਰ ਮਹਾਪੰਚਾਇਤ ਉਹ ਸੈਕਟਰੀਏਟ ਘੇਰਾਂਗੇ। ਮੰਗਾਂ ਪ੍ਰਵਾਨ ਨਾ ਹੋਈਆਂ, ਅਗਲਿਆਂ ਨੇ ਰਾਹ ਕੱਢ ਲਿਆ, ਇੰਟਰਨੈਟ 5 ਜ਼ਿਲ੍ਹਿਆਂ ਦਾ ਬੰਦ ਕਰਤਾ, ਬੈਰੀਕੇਡ ਲਾਤੇ, ਧਾਰਾ 144 ਲਾਤੀ, ਚੰਡੀਗੜ੍ਹੋਂ ਦਿੱਲੀ, ਦਿੱਲੀੋਂ ਚੰਡੀਗੜ੍ਹ ਜਾਣ ਵਾਲਾ ਟ੍ਰੈਫਿਕ ਡਾਈਵਰਟ ਕਰ ਦਿੱਤਾ ਕਿ ਭਾਈ ਉੱਥੇ ਖੰਘੂ ਕਿਹੜਾ। ਪਰ ਹੈਰਾਨੀ ਦੀ ਗੱਲ ਦੇਖੋ ਕਿ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਇਕੱਠ ਹੋਇਆ, ਕਈ ਲੱਖਾਂ 'ਚ ਵੀ ਕਹਿੰਦੇ ਆ ਲੋਕ ਟਰਾਲੀਆਂ ਤੇ, ਟਰੈਕਟਰਾਂ ਤੇ। ਦੇਖੋ, ਇੰਟਰਨੈਟ ਬੰਦ ਹੋਣ ਦੇ ਬਾਵਜੂਦ ਵੀ ਕਮਿਊਨੀਕੇਸ਼ਨ ਕਿੱਦਾਂ ਹੋਈ ਹੋਊਗੀ। ਤੇ ਪ੍ਰਸ਼ਾਸਨ ਨੇ ਜਦੋਂ ਦੇਖਿਆ ਕਿ ਬੰਦੇ ਬਹੁਤ ਆ ਰਹੇ ਆ, ਉਹਨਾਂ ਨੇ ਬਹੁਤ ਸਾਰੇ ਬੈਰੀਕੇਡ ਜਿਹੜੇ ਆਪੇ ਹੀ ਖੋਲ੍ਹ ਦਿੱਤੇ, ਲੋਕਾਂ ਨੂੰ ਕਰਨਾਲ ਤੱਕ ਆਉਣ ਦਿੱਤਾ। ਹੁਣ ਚੰਗਾ ਹੋਇਆ ਕਿ ਰਾਹ ਦੇ ਵਿੱਚ ਰੁਕਾਵਟ ਨਹੀਂ ਪਈ, ਕੋਈ ਲਾਠੀ ਚਾਰਜ ਨਹੀਂ ਹੋਇਆ, ਆਪਸ ਦੇ ਵਿੱਚ ਕੋਈ ਝਗੜਾ ਨਹੀਂ ਹੋਇਆ। ਪਰ ਇਹਦੇ ਤੋਂ ਪਹਿਲਾਂ ਕਿ ਆਪਾਂ ਡੀਟੇਲ ਦੇ ਵਿੱਚ ਜਾਈਏ ਕਿ ਉੱਥੇ ਕੀ ਹੋਇਆ, ਇੰਨੀ ਗੱਲ ਤਾਂ ਪੱਕੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਗੱਲ ਕਲੀਅਰ ਹੋ ਗਈ ਹੋਣੀ ਆ ਕਿ ਭਾਈ ਜਾਂ ਤਾਂ ਇਹ ਇਕੱਠ ਝੂਠਾ ਹੈ ਜਾਂ ਉਦੋਂ ਦਾ ਬਿਆਨ ਬਹੁਤਾ ਜ਼ਮੀਨੀ ਹਕੀਕਤ ਦੇ ਨਾਲ ਮੇਲ ਨਹੀਂ ਸੀ ਖਾਂਦਾ। ਨਹੀਂ, ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦਾ, ਇਹਦੀ ਗੱਲ ਹੈ ਪੱਕੀ। ਤੇ ਜ਼ਮੀਨੀ ਹਕੀਕਤ ਨਾਲ ਮੇਲ ਸਲਾਹਕਾਰ ਵੀ ਨਹੀਂ ਖਾਂਦੇ, ਵੀ ਮਤਲਬ ਕਲੀਅਰ ਹੋ ਗਈ ਗੱਲ। ਇਹ ਕਲੀਅਰ ਇੱਥੋਂ ਹੋਈ ਕਿ ਦੇਖੋ, ਜਦੋਂ ਉਹ ਗੱਲ ਕਰਦੇ ਨਾ ਵੀ ਕਿਸਾਨਾਂ ਦੇ ਇਕੱਠ ਦੀ, ਇੱਧਰੋਂ ਉੱਧਰੋਂ ਘੁੰਮਦੇ ਫਿਰਦੇ ਕਈ ਬੀਜੇਪੀ ਲੀਡਰਾਂ ਦੇ ਬਿਆਨ ਵੀ ਆਏ, ਇਹ ਤਾਂ ਜੀ ਫਲਾਨੇ ਮੁਲਕ ਦੇ ਕੋਲੋਂ ਐਪਰੀਸੀਏਸ਼ਨ ਚਾਹੁੰਦੇ ਆ, ਇਹ ਤਾਂ ਜੀ ਫਲਾਨਿਆਂ ਦੇ ਧੱਕੇ ਤੇ ਚੜੇ ਨੇ, ਇਹ ਤਾਂ ਜੀ ਫਲਾਨਿਆਂ ਜਿਹੜਾ ਅੰਦੋਲਨ ਹੋਇਆ ਸੀ ਉਹਦੇ ਵਾਂਗੂ ਆਪਾਂ ਚੱਕ ਦੇਣੇ, ਐਡੀ ਕਿਹੜੀ ਗੱਲ ਆ। ਉਹ ਤੋਂ ਗੱਲ ਕਲੀਅਰ ਹੋ ਗਈ ਵੀ ਨਾ ਤੇ ਆਪ ਸਮਝ ਰੱਖਦੇ ਆ ਤੇ ਜਾਂ ਨਾ ਹੀ ਜਿਹੜੇ ਬੰਦੇ ਨਾਲ ਕੋਈ ਸਲਾਹਕਾਰ ਤਬਕਾ ਰੱਖਿਆ ਉਹਨਾਂ ਕੋਲ ਸਲਾਹ ਮਿਲਦੀ ਹੈ। ਹੁਣ ਉੱਥੇ ਵੀ ਕਿਸੇ ਨੇ ਸਲਾਹ ਦਿੱਤੀ, ਸਰ ਐਸਾ ਕਰਤੇ ਇੰਟਰਨੈਟ ਬੰਦ ਕਰ ਦਿੱਤੇ, ਨਾ ਕੋਈ SMS ਜਾਏਗਾ ਨਾ ਕੋਈ ਇੰਟਰਨੈਟ ਜਾਏਗਾ। ਹੁਣ ਉਹ ਜਿਹੜੇ ਬੰਦੇ ਨੇ ਸਲਾਹ ਦਿੱਤੀ ਉਹ ਉੱਥੋਂ ਕਲੀਅਰ ਹੋ ਗਿਆ ਵੀ ਭਾਈ ਸਾਹਿਬ ਬੰਦਾ ਲੈਪਟਾਪ ਤੇ ਉਂਗਲਾਂ ਮਾਰਦਾ, AC 'ਚ ਰਹਿੰਦਾ, ਹਰ ਵੇਲੇ ਸੋਸ਼ਲ ਮੀਡੀਆ ਤੇ ਟਕ 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 ਚੱਲਦੀ ਹੈ। ਉਹ ਭੁੱਲ ਹੀ ਗਿਆ ਵੀ ਇਹ ਜਿਹੜੇ ਬੰਦੇ ਤੁਰੇ ਆਉਂਦੇ ਆ, ਇਹਨਾਂ ਵਿਚਾਰਿਆਂ ਦੇ ਕਿਤੇ ਮੁੰਡੇ ਨੂੰ ਲੈ ਕੇ ਜੇਬ 'ਚ ਫੋਨ ਪਵਾਇਆ ਹੁੰਦਾ
ਤੇ ਬਾਪੂ ਭੋਗ ਤੇ ਬੈਠਾ ਹੁੰਦਾ ਐ ਕਰਕੇ ਤੇ ਟਣ ਹੋਈ ਜਾਂਦੀ ਆ। ਉਹ ਲਾਗੋ ਤੀਜਾ ਚੌਥਾ ਬੰਦਾ ਦੱਸਦਾ ਵੀ ਆ ਤੁਹਾਡਾ ਫੋਨ ਵਾਇਆ। ਅੱਛਾ ਮੇਰਾ ਅੱਛਾ ਕਾਕਾ ਦੇਖੀ ਤਾਂ ਕਈ ਦੂਜੇ ਪਾਸਿਓਂ ਕੰਨ ਨੂੰ ਲਾ ਲੈਂਦੇ ਆ, ਦੂਜੇ ਪਾਸੋਂ ਉਹ ਨਾ ਇਦਾਂ ਨੇ ਇਦਾਂ ਕਰਕੇ ਲਾ। ਉਹਨਾਂ ਬੰਦਿਆਂ ਨੂੰ ਕੀ ਫਰਕ ਪੈਣ ਡਿਆ ਵੀ ਤੁਸੀਂ ਇੰਟਰਨੈਟ ਚੱਲਦਾ ਰੱਖਿਆ ਕਿ ਬੰਦ ਰੱਖਿਆ ਕਿ ਕਿੱਦਾਂ ਨਹੀਂ ਰੱਖਿਆ। ਹੁਣ ਇੱਥੋਂ ਇਹ ਪਤਾ ਲੱਗ ਗਿਆ ਵੀ ਜਿਹੜਾ ਇੱਕੋ ਗੈਪ ਆ, ਸਰਕਾਰੀ ਗੈਪ ਤੇ ਆਮ ਬੰਦੇ ਦਾ ਗੈਪ, ਉਹ ਕਿੰਨਾ ਜ਼ਿਆਦਾ। ਉਹਨੂੰ ਰੋਕਣ ਲਈ ਜਿਹੜੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ ਉਹ ਕਿੰਨੇ ਅਜੀਬ ਨੇ। ਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੀ ਉਹ ਸਮੱਸਿਆ ਗਰਾਊਂਡ ਲੈਵਲ ਦੇ ਉੱਪਰ, ਉਹਨੂੰ ਸਮਝਣ ਦੇ ਲਈ ਉੱਪਰਲੇ ਥੱਲੇ ਆਉਣਾ ਨਹੀਂ ਚਾਹੁੰਦੇ ਤੇ ਥੱਲੇ ਵਾਲਿਆਂ ਨੂੰ ਉਹ ਕਹਿੰਦੇ ਉੱਪਰ ਉੱਠਣ ਨਹੀਂ ਦੇਣਾ। ਨਹੀਂ, ਇਹ ਵੱਡੀ ਸਮੱਸਿਆ, ਸਹੀ ਗੱਲ ਹੈ। ਇਹ ਗੈਪ, ਇਹ ਵਿੱਥ ਜਦੋਂ ਤੱਕ ਦੂਰ ਨਹੀਂ, ਦਾ ਵੈਕਿਊਮ ਕ੍ਰੀਏਟ ਹੋ ਗਿਆ ਇੱਕ ਤਰ੍ਹਾਂ ਦਾ। ਸੋਚਦੇ ਕੁਛ ਹੋਰ ਆ, ਜਿਨ੍ਹਾਂ ਦੇ ਲਈ ਸੋਚਦੇ ਆ ਉਹ ਕਿਤੇ ਹੋਰ ਬੈਠੇ ਆ। ਹੁਣ ਮੈਨੂੰ ਕੋਈ ਕਹੀ ਜਾਏ ਇਹਨੂੰ 5ਵੀਂ ਦੀਆਂ ਕਿਤਾਬਾਂ ਲੈ ਕੇ ਦੇਣੀਆਂ, ਮੈਂ ਦੂਜੀ 'ਚ ਪੜ੍ਹਦਾ ਹਾਂ, ਤਾਂ 5ਵੀਂ ਦੀਆਂ ਕਿਤਾਬਾਂ ਦਾ ਅੱਜ ਮੈਨੂੰ ਦੂਜੀ 'ਚ ਪੜ੍ਹਦੇ ਨੂੰ ਭਾਅ ਥੋੜ੍ਹੀ ਹੈ। ਸਿਰਫ ਇੰਨਾ ਕਰੌਲਾ ਹੈ ਕਿ ਉਹਨਾਂ ਨੂੰ ਥੱਲੇ ਆਉਣਾ ਪਊਗਾ, ਇਹਨਾਂ ਨੂੰ ਥੋੜ੍ਹਾ ਉੱਪਰ ਜਾਣਾ ਪਊਗਾ। ਜਦੋਂ ਇਕੁਅਲ ਜਿਹਾ ਕੰਮ ਹੋ ਗਿਆ ਫੇਰ ਸੂਤ ਆਉਣਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਪਹਿਲਾਂ ਤਾਂ ਲੱਗਦਾ ਸੀ ਕਿ ਸ਼ਾਇਦ ਉੱਥੇ ਇਕੱਠ ਨਹੀਂ ਅਗਲਿਆਂ ਹੋਣ ਦੇਣਾ। ਮੈਂ ਕਹਿੰਦਾ ਪ੍ਰਸ਼ਾਸਨ ਨੇ ਵੀ ਸਿਆਣਪ ਕੀਤੀ, ਚਾਹੇ ਲੋਕਾਂ ਦੀ ਵੱਧ ਗਿਣਤੀ ਦੇ ਕਰਕੇ ਹੋ ਗਿਆ ਕਿ ਲੋਕ ਉੱਥੇ ਅੱਪੜ ਗਏ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਜਿਹੜਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। 3-4 ਦਿਨ ਪਹਿਲਾਂ ਮੁਜ਼ੱਫਰਨਗਰ ਯੂਪੀ ਦੇ ਵਿੱਚ ਇਕੱਠ ਹੁੰਦਾ ਤੇ ਹਰਿਆਣੇ ਪੰਜਾਬ ਵਾਲੇ ਜਾਂਦੇ ਆ। ਫਿਰ ਉਹਦੇ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਫਿਰ ਸਲਾਹਾਂ ਹੁੰਦੀਆਂ, ਸਾਰੇ ਉੱਥੇ ਆਉਂਦੇ ਆ। ਫਿਰ ਅਚਾਨਕ ਕਰਨਾਲ ਦੇ ਵਿੱਚੋਂ ਹਾਕ ਪੈਂਦੀ ਹੈ ਗੁਰਨਾਮ ਸਿੰਘ ਚੜੂਨੀ, ਤਾਂ ਅਭਿਮਨਿਊ ਕੌਹੜ ਤਾਂ ਹਰਿਆਣੇ ਦੇ ਉਹਨਾਂ ਨੇ ਜਾਣਾ ਹੀ ਸੀ। ਰਕੇਸ਼ ਟਕੈਤ ਵੀ ਅੱਪੜ ਗਏ, ਬਲਵੀਰ ਸਿੰਘ ਰਾਜੇਵਾਲ ਵੀ ਅੱਪੜ ਗਏ, ਡਾਕਟਰ ਦਰਸ਼ਨਪਾਲ ਅੱਪੜ ਗਏ, ਯੋਗੇਂਦਰ ਯਾਦਵ ਅੱਪੜ ਗਏ। ਹੁਣ ਤੁਸੀਂ ਦੇਖੋ ਸਥਾਨਕ ਲੋਕਾਂ ਨੂੰ ਕਿਸੇ ਮੁੱਦੇ ਦੇ ਉੱਤੇ ਸੰਘਰਸ਼ ਕਰਦੇ ਆ, ਜੇ ਤੁਹਾਨੂੰ ਯੂਪੀ ਦੇ, ਰਾਜਸਥਾਨ ਦੇ, ਹਰਿਆਣੇ ਦੇ, ਪੰਜਾਬ ਦੇ, ਦਿੱਲੀ ਦੇ ਲੋਕਾਂ ਦਾ ਸਾਥ ਮਿਲੇ, ਵੱਡੀ ਲੀਡਰਸ਼ਿਪ ਉਸ ਵੇਲੇ ਕੋਲ ਆ ਜਾਵੇ, ਉਤਸ਼ਾਹ ਵੈਸੇ ਹੀ ਦੂਣਾ ਹੋ ਜਾਂਦਾ। ਉੱਥੇ ਪ੍ਰਸ਼ਾਸਨ ਨੇ ਫਿਰ ਅਕਲ ਕੀਤੀ, ਸਿਆਣਪ ਕੀਤੀ, ਮੀਟਿੰਗ ਕਰਾਤੀ ਕਿ ਤੁਸੀਂ ਕਿਸਾਨ ਮਜ਼ਦੂਰ ਮਹਾ ਪੰਚਾਇਤ ਕਰ ਲਓ, ਮੀਟਿੰਗ ਕਰ ਲੈਂਦੇ ਆ। ਪਹਿਲੀ ਮੀਟਿੰਗ 'ਚੋਂ ਕੱਖ ਨਹੀਂ ਨਿਕਲਿਆ, ਕਿਸਾਨ ਫੇਰ ਸਟੇਜ ਤੇ ਆ ਗਏ। ਫਿਰ ਦੂਜੀ ਮੀਟਿੰਗ ਲਈ ਸੱਦ ਲਿਆ ਕਿ ਭਾਈ ਆਓ ਬਹਿੰਦੇ ਆ। ਫਿਰ ਵਿੱਚੋਂ ਮੰਗਾਂ ਨਹੀਂ ਪ੍ਰਵਾਨ ਹੋਈਆਂ। ਫਿਰ ਤੀਜੀ ਮੀਟਿੰਗ ਲਈ ਸੱਦ ਲਿਆ। ਪਰ ਜਦੋਂ ਤੀਸਰੀ ਮੀਟਿੰਗ ਦੇ ਵਿੱਚੋਂ ਵੀ ਸਿੱਟਾ ਕੋਈ ਨਿਕਲਿਆ ਨਾ, ਕਿਉਂਕਿ ਇੱਕ ਤਾਂ ਐਸਡੀਐਮ ਤੇ ਕਾਰਵਾਈ ਕਰਾਉਣੀ ਹੈ, ਜਿਹਨੇ ਕਿਹਾ ਸੀ ਕਿ ਸਿਰ ਵੀ ਪਾੜਨੇ ਪੈਂਦੇ, ਪਾੜ ਦਿਓ। ਦੂਸਰਾ, ਉਹ ਸੁਸ਼ੀਲ ਕਾਜਲ ਜਿਹੜੇ ਕਿਸਾਨ ਦੀ ਮੌਤ ਹੋਈ ਸੀ ਲਾਠੀ ਚਾਰਜ ਦੇ ਵਿੱਚ, ਉਹਨੂੰ ਮੁਆਵਜ਼ਾ ਤੇ ਨੌਕਰੀ ਪਰਿਵਾਰ ਨੂੰ ਦੇਣੀਆਂ ਕਿਉਂਕਿ 1.5 ਏਕੜ ਕਰਜ਼ਾ ਸਿਰ ਤੇ ਚੜਿਆ। ਤੀਸਰਾ, ਜਿਹੜੇ ਪੁਲਿਸ ਕਰਮਚਾਰੀਆਂ ਨੇ ਉਦੋਂ ਲਾਠੀ ਚਾਰਜ ਕੀਤਾ ਉਹਨਾਂ ਤੇ ਕਾਰਵਾਈ ਦੀ ਮੰਗ ਸੀ। ਤਿੰਨਾਂ ਮੁੱਦਿਆਂ ਤੇ ਜਦੋਂ ਸਹਿਮਤੀ ਨਾ ਬਣੀ, ਫਿਰ ਬਲਵੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਜਾ ਕੇ ਕਰਨਾਲ ਦੀ ਮੰਡੀ ਦੇ ਵਿੱਚ ਐਲਾਨ ਕੀਤਾ ਕਿ ਭਾਈ ਸੈਕਟਰੀਏਟ ਘੇਰਨਾ ਪੈਣਾ। ਯਤਨ ਬਹੁਤ ਕੀਤਾ, ਪ੍ਰਸ਼ਾਸਨ ਕਿਸੇ ਮੁੱਦੇ ਦੇ ਉੱਤੇ ਆ ਨਹੀਂ ਰਿਹਾ। ਉਦੋਂ ਤੱਕ ਕੀ ਸੀ, ਇੰਟਰਨੈਟ ਬੰਦ, ਖਬਰ ਨਹੀਂ ਸੀ ਆ ਰਹੀ। ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਟੀਮ ਦੇ ਮੈਂਬਰ ਵੀ ਜਿਹੜੇ ਉੱਥੇ ਗਏ ਸੀ, ਤਾਂ ਇੰਟਰਨੈਟ ਬੰਦ, ਤਾਂ ਵੀਡੀਓ ਕਿੱਥੋਂ ਭੇਜਣ, ਫੁਟੇਜ ਕਿੱਥੋਂ ਭੇਜਣ। ਸੋ ਹੋਰ ਸਾਧਨਾਂ ਦਾ ਸਹਾਰਾ ਲੈ ਕੇ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਸੀ। ਰਾਹ ਦੇ ਵਿੱਚ 18 ਨਾਕੇ ਆ ਕਰਨਾਲ ਦੇ ਵਿੱਚ ਕਿ ਭਾਈ ਸੈਕਟਰੀਏਟ ਤੱਕ ਨਾ ਪਹੁੰਚ ਸਕਣ। ਪਰ ਜਿੱਦਾਂ ਹੀ ਐਲਾਨ ਕੀਤਾ, ਨਾਲ ਇੱਕ ਗੱਲ ਕਹੀ ਕਿ ਲਾਠੀ ਪੈ ਸਕਦੀ ਹੈ, ਪਾਣੀ ਦੀਆਂ ਬਸ਼ਾਰਾਂ ਹੋ ਸਕਦੀਆਂ, ਅਥਰੂ ਗੈਸ ਦੇ ਗੋਲੇ ਆ ਸਕਦੇ ਆ। ਜੇ ਲਾਠੀ ਮਾਰਨ ਕੇ ਸਿਰਗਾਂ ਕਰ ਦਿਓ, ਮੋਰੇ ਪੱਥਰ ਨਹੀਂ ਮਾਰਨਾ, ਲਾਠੀ ਨਹੀਂ ਮਾਰਨੀ। ਆਪਾਂ ਹਿੰਸਕ ਹੋਏ ਤਾਂ ਅੰਦੋਲਨ ਗਿਆ, ਦਿੱਲੀ ਵਾਲੇ ਅੰਦੋਲਨ ਤੱਕ ਪ੍ਰਭਾਵ ਪਊਗਾ। ਸਿੱਟਾ ਸੰਧਾਲੀਆ ਸਾਹਿਬ ਪਤਾ ਕਿ ਨਿਕਲਿਆ, ਲੋਕਾਂ 'ਚ ਜੋਸ਼ ਇੰਨਾ ਸੀ, ਲੋਕ ਉਤਸ਼ਾਹ 'ਚ ਇੰਨੇ ਸੀ ਕਿ ਜਿੱਦਾਂ ਹੀ ਇਹ ਕਿਹਾ ਕਿ ਭਾਈ ਆਪਾਂ ਸੈਕਟਰੀਏਟ ਵੱਲ ਨੂੰ ਕੂਚ ਕਰਨਾ ਹੈ, ਲੋਕ ਜਿੱਦਾਂ ਜਿੱਦਾਂ ਅੱਗੇ ਵੱਧਦੇ ਗਏ, ਪ੍ਰਸ਼ਾਸਨ ਪਿੱਛੇ ਹਟਦਾ ਗਿਆ। ਸਿਰਫ ਇੱਕ ਥਾਂ ਦੇ ਉੱਤੇ ਨਮਸਤੇ ਚੌਂਕ ਦੇ ਵਿੱਚ ਜਾ ਕੇ ਰੌਲਾ ਪਿਆ। ਲੋਕਾਂ ਨੇ ਕਿਸਾਨ ਲੀਡਰਾਂ ਨੂੰ ਮਨੁੱਖੀ ਚੇਨ ਬਣਾ ਕੇ, ਮਨੁੱਖੀ ਕੜੀ ਬਣਾ ਕੇ ਆਪਣੇ ਘੇਰੇ 'ਚ ਲਿਆ ਸੀ। ਉੱਥੇ ਜਾ ਕੇ ਕਿਸਾਨਾਂ ਦੇ ਲੀਡਰ ਹਿਰਾਸਤ 'ਚ ਲੈ ਲਏ। 8 ਮਿੰਟ ਲੱਗੇ, ਜਿਹੜੀ ਬੱਸ ਚੜਾਇਆ ਸੀ ਨੌਜਵਾਨ ਆਲੇ ਦੁਆਲੇ ਹੋ ਗਏ, ਹਵਾ ਵੀ ਕੱਢ ਦਿੱਤੀ ਗਈ ਟਾਇਰਾਂ ਦੀ, ਉਹ ਫੇਰ ਉਤਾਰ ਲਿਆ ਅਗਲੇ ਨੇ। ਉੱਥੋਂ ਫਿਰ ਪਿੱਛੇ ਹਟ ਗਿਆ ਪ੍ਰਸ਼ਾਸਨ। ਉਹਦੇ ਤੋਂ ਬਾਅਦ ਐਨ ਅਖੀਰਲੇ ਮੌਕੇ ਤੇ ਜਾ ਕੇ ਜਦੋਂ ਸੈਕਟਰੀਏਟ ਦੇ ਕੋਲ ਪਹੁੰਚ ਗਏ, ਉਦੋਂ ਪਾਣੀ ਦੀਆਂ ਬਸ਼ਾਰਾਂ ਹੋਈਆਂ। ਪਰ ਹੁਣ ਦੀ ਸਥਿਤੀ ਇਹ ਹੈ ਕਿ ਕਿਸਾਨਾਂ ਨੇ ਗਰਾਊਂਡ ਦੇ ਵਿੱਚ ਡੇਰੇ ਲਾ ਲਏ ਸੈਕਟਰੀਏਟ ਦੇ ਸਾਹਮਣੇ। ਨੇੜੇ ਹੀ ਪੈਰਾਮਿਲਟਰੀ ਫੋਰਸਿਸ ਦੇ ਜਵਾਨਾਂ ਨੇ ਆਪਣੇ ਟਾਟ ਵਿਛਾ ਲਏ। 2 ਗੁਰੂ ਘਰਾਂ ਤੋਂ ਲੰਗਰ ਪ੍ਰਸ਼ਾਦਾ ਆ ਗਿਆ, 25,000 ਲੋਕਾਂ ਦਾ ਲੰਗਰ ਪ੍ਰਸ਼ਾਦਾ। ਲੋਕਾਂ ਨੇ ਛਕ ਵੀ ਲਿਆ, ਕਿਸਾਨਾਂ ਨੇ ਛਕ ਵੀ ਲਿਆ। ਹਜ਼ਾਰਾਂ ਕਿਸਾਨ ਉੱਥੇ ਡਟੇ ਹੋਏ ਆ, ਉਧਰਲੇ ਪਾਸੇ ਅਧਿਕਾਰੀ ਡਟੇ ਹੋਏ ਆ। ਮੀਟਿੰਗਾਂ ਕਿਸਾਨਾਂ ਨੇ ਵੀ ਕਰ ਲਈਆਂ, ਅਧਿਕਾਰੀਆਂ ਨੇ ਵੀ। ਮੋਰਚਾ ਇੱਕ ਦਿੱਲੀ 'ਚ ਲੱਗਾ, ਦੂਜਾ ਕਰਨਾਲ ਦੇ ਵਿੱਚ ਲੱਗ ਗਿਆ। ਹੁਣ ਅੱਜ ਸਵੇਰਾ ਹੋ ਗਿਆ, 9 ਵਜੇ ਮੀਟਿੰਗ ਦੀ ਕਾਲ ਆਉਂਦੀ ਆ, 10 ਵਜੇ ਆਉਂਦੀ ਆ ਕਿ 11 ਵਜੇ ਆਉਂਦੀ ਆ, ਪਤਾ ਨਹੀਂ। ਕੰਮ ਲੰਬਾ ਵੀ ਚੱਲ ਸਕਦਾ। ਨਹੀਂ, ਕੰਮ ਲੰਬਾ ਚੱਲ ਸਕਦਾ, ਪਰ ਜੇ ਵੇਖਿਆ ਜਾਵੇ ਤੇ ਹੈ ਤੇ ਇੱਥੇ ਵੀ ਈਗੋ ਹੀ ਫਸੀ। ਮਤਲਬ ਕੁੱਲ ਮਿਲਾ ਕੇ ਜਦੋਂ ਆਪਾਂ ਉਹ ਸਾਰੀ ਵੀਡੀਓ ਦੇਖਦੇ ਹਾਂ, ਜਦੋਂ ਇਹ ਪਤਾ ਲੱਗਦਾ ਵੀ ਹਾਂਜੀ ਇੱਕ ਭਾਈ ਸਾਹਿਬ ਅਧਿਕਾਰੀ ਹੈ, ਉਸ ਅਧਿਕਾਰੀ ਦਾ ਇੱਕ ਦਾਇਰਾ, ਆਪਾਂ ਨਹੀਂ ਆਂਦੇ ਕਿ ਵੀ ਉਹ ਬੰਦਾ ਜੀ ਉਹਨੇ ਆਰਡਰ ਕਿਉਂ ਦਿੱਤਾ ਜੀ, ਕਿੱਦਾਂ ਦਿੱਤਾ ਜੀ, ਕਿੱਦਾਂ ਨਹੀਂ ਦਿੱਤਾ। ਠੀਕ ਹੈ, ਜੇ ਅਮਨ ਕਾਨੂੰਨ ਬਣਾਈ ਰੱਖਣਾ ਉਹਦੀ ਡਿਊਟੀ 'ਚ ਸ਼ਾਮਲ ਹੈ, ਤੇ ਡਿਊਟੀ 'ਚ ਇਹ 'ਚ ਸ਼ਾਮਲ ਹੈ ਨਹੀਂ ਵੀ ਹਾਂ ਬਈ
ਕਰੋਗੇ ਨਾ ਇਦਾਂ, ਫਿਰ ਪਾੜੋਗੇ ਨਾ ਸਿਰ, ਫਿਰ ਪਿੱਛੇ ਤੇ ਨਹੀਂ ਹਟਦੇ। ਫਿਰ ਜੇ ਬੰਦੇ ਨੇ ਉਹ ਗੱਲਾਂ ਕਹੀਆਂ ਤੇ ਮੇਰੇ ਖਿਆਲ ਨਾਲ ਉਦੋਂ ਦਾ ਹੀ ਕਹਿ ਦੇਣਾ ਚਾਹੀਦਾ ਸੀ ਵੀ ਹਾਂ ਭਾਈ ਸਾਹਿਬ ਅਸੀਂ ਆਪਣੇ ਤੌਰ ਤੇ ਜਾਂਚ ਕਰਾ ਲੈਣੀ ਜੀ। ਪਹਿਲਾਂ ਜ਼ਰੂਰ ਮਾੜਾ ਜਿਹਾ, ਜੇ ਮੈਂ ਗਲਤ ਨਹੀਂ ਤੇ ਉਪ ਮੁੱਖ ਮੰਤਰੀ ਸਾਹਿਬ ਨੇ ਜਿਹੜੇ JJP ਵਾਲੇ, ਉਹਨਾਂ ਕਿਹਾ ਸੀ ਵੀ ਨਹੀਂ ਐਸੇ ਕੈਸੇ ਹੋ ਗਿਆ, ਹਮ ਕरेंगे ਕੁਛ ਨਾ ਕੁਛ। ਅਗਲੇ ਦਿਨ ਪਤਾ ਨਹੀਂ ਕਿਸ ਨੇ ਕੀ ਕੰਨਾ ਮੰਨਾ ਕੁਰਰੂ ਕੀਤਾ ਕੰਨ ਦੇ ਵਿੱਚ, ਉਹ ਕਹਿੰਦੇ ਨਾ ਇਦਾਂ, ਕਹਿੰਦਾ ਉਸकी तो ड्यूटी है भाई, वो तो ड्यूटी कर रहा था, ਐਸੀ ਥੋੜੀ ਨਾ ਕਾਰਵਾਈ ਹੋ ਜਾਏਗੀ। ਹੁਣ ਕੁੱਲ ਮਿਲਾ ਕੇ ਜਦੋਂ ਇਸ ਸਿਚੁਏਸ਼ਨ ਨੂੰ ਆਪਾਂ ਦੇਖਦੇ ਹਾਂ ਤੇ ਹੈ ਤੇ ਇਹ ਵੀ ਈਗੋ ਫਸਣ ਵਾਲੀ ਗੱਲ ਵੀ ਹਾਂ ਯਾਰ ਸਾਡਾ ਇੱਕ ਬੰਦਾ ਸੀ, ਉਹਨੇ ਗਲਤ ਬਿਆਨੀ ਕਰ ਵੀ ਦਿੱਤੀ, ਉਹਦਾ ਕਰਕੇ ਨੁਕਸਾਨ ਵੀ ਹੋ ਗਿਆ, ਪਰ ਅਸੀਂ ਮੰਨਣਾ ਨਹੀਂ ਵੀ ਗਲਤੀ ਹੋਈ। ਇਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਨਾਲ ਇਹ ਹੌਲੀ ਹੌਲੀ ਸਗੋਂ ਉਹ ਜਿਹੜੀ ਕੜੱਤਣ ਘਟਦੀ ਸੀ ਉਹਨੂੰ ਫਿਰ ਵਧਾਉਂਦੀਆਂ। ਪਰ ਦੂਜਾ ਇਹਦਾ ਇੱਕ ਐਂਗਲ ਹੋਰ ਵੀ ਆ, ਉਹ ਐਂਗਲ ਇਹ ਆ ਵੀ ਜੇ ਇਸੇ ਤਰ੍ਹਾਂ ਹੀ ਰਿਹਾ, ਮੰਨ ਲਓ ਮੁਜ਼ੱਫਰਨਗਰ ਦੇ ਵਿੱਚ ਇਕੱਠ ਕਰਨਾ ਪੈਂਦਾ, ਕੱਲ੍ਹ ਨੂੰ ਹੁਣ ਜਿਹੜੇ ਗੰਨੇ ਦਾ ਬਕਾਇਆ ਉੱਤੇ ਇਕੱਠ ਕਰਨਾ ਪੈਂਦਾ, ਉਧਰ ਮੋਗੇ ਵਾਲਾ ਰੌਲਾ ਐਜ਼ ਇਟ ਇਜ਼ ਚੱਲੀ ਜਾਂਦਾ, ਹੁਣ ਕਰਨਾਲ ਦੇ ਵਿੱਚ ਵੀ ਸਾਰਾ ਕੁਝ ਕਰਨਾ ਪੈਂਦਾ। ਜਦੋਂ ਥਾਂ ਦੇ ਉੱਪਰ ਜਾ ਕੇ ਕਿਸਾਨ ਲੀਡਰਾਂ ਨੂੰ ਇਹ ਵੱਡੇ ਇਕੱਠ ਨੂੰ ਲੈ ਕੇ ਬਹਿਣਾ ਪਊਗਾ, ਗੱਲ ਕਰਨੀ ਪਊਗੀ, ਤੇ ਉਹ ਜਿਹੜੀ એનર્ਜੀ ਇੱਕ ਪਾਸੇ ਲੱਗਣੀ ਸੀ ਉਹ ਹੌਲੀ ਵੰਡੀ ਜਾਂਦੀ। ਉਹਦਾ ਕੋਈ ਪ੍ਰਭਾਵ ਚੰਗਾ ਪਵੇ ਮਾੜਾ ਪਵੇ ਤੇ ਟਾਈਮ ਦੱਸੋ, ਪਰ ਵੰਡੀ ਤੇ ਜਾ ਰਹੀ ਨਾ। ਸੰਧਾਲੀਆ ਸਾਹਿਬ, ਇਹ ਬਹੁਤ ਵਿਚਾਰਨ ਵਾਲਾ ਨੁਕਤਾ। ਪਹਿਲੀ ਗੱਲ ਕਿ ਜੇ ਕਰਨਾਲ ਦੇ ਵਿੱਚ ਇਕੱਠ ਨਾ ਹੁੰਦਾ, ਕਿਉਂਕਿ ਉਹ ਇਕੱਲੇ ਰਹਿ ਜਾਂਦੇ, ਕਿਸਾਨ ਲੀਡਰ ਉੱਥੇ ਨਾ ਆਉਂਦੇ ਜਾਂ ਉੱਥੇ ਆ ਕੇ ਪੱਕਾ ਮੋਰਚਾ ਨਾ ਲੱਗਦਾ, ਤੇ ਵੱਖ-ਵੱਖ ਇਲਾਕਿਆਂ 'ਚ ਜਿੱਥੇ ਕਿਸਾਨ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕਰ ਰਿਹਾ, ਹੌਸਲੇ ਡਿੱਗਣੇ ਸੀ। ਰਾਹ ਕੋਈ ਨਹੀਂ, ਰਾਹ ਤਾਂ ਇਹੀ ਆ ਕਿ ਮੰਗਾਂ ਰੱਖੀਆਂ ਭਾਈ ਪ੍ਰਵਾਨ ਕਰੋ, ਨਹੀਂ ਤਾਂ ਸਾਨੂੰ ਬਹਿਣਾ ਪਊਗਾ, ਬਹਿ ਗਏ। ਪਰ ਦੂਸਰੇ ਪਾਸੇ 3 ਬਰਾਬਰ ਦੀਆਂ ਥਾਵਾਂ ਹੋ ਗਈਆਂ, ਕਿਉਂਕਿ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਇੱਥੇ ਲੋਕ ਆਪੇ ਹੀ ਲਾਮਬੰਦ ਹੋ ਗਿਆ, ਜਾਣਾ ਨਹੀਂ ਪੈਂਦਾ ਕਿਤੇ। ਹੁਣ ਇੱਕ ਪਾਸੇ ਮਿਸ਼ਨ ਯੂਪੀ ਆ, ਜਿਹਨੂੰ ਕਿ ਸੰਯੁਕਤ ਕਿਸਾਨ ਮੋਰਚਾ ਵਾਲੇ ਸਭ ਤੋਂ ਵੱਧ ਇੰਪੋਰਟੈਂਸ ਦਿੰਦੇ ਆ ਕਿ ਭਾਈ ਯੂਪੀ ਦੀ ਵਿਧਾਨ ਸਭਾ ਚੋਣ ਦਾ ਨਤੀਜਾ ਸਰਕਾਰ ਦਾ ਖੇਤੀ ਕਾਨੂੰਨਾਂ ਦੇ ਪ੍ਰਤੀ ਰੁਖ ਤੈਅ ਕਰੂਗਾ ਕਿ ਉਹਨਾਂ ਨੇ ਅੜੇ ਰਹਿਣਾ ਕਿ ਉਹਨਾਂ ਦੇ ਵਿੱਚ ਲਚਕ ਆਉਣੀ ਹੈ। ਤੇ ਜਦੋਂ ਮਿਸ਼ਨ ਯੂਪੀ ਤੇ ਉੱਤਰਾਖੰਡ ਚੱਲਣਾ, ਦਿੱਲੀ ਵਾਲੇ ਮੋਰਚੇ ਤਾਂ ਚੱਲਣੇ ਹੀ ਆ, ਦਿੱਲੀ ਵਾਲੇ ਮੋਰਚੇ ਤਾਂ ਥੱਲੇ ਨਹੀਂ ਆਉਣੇ। ਪਰ ਤੀਸਰੇ ਪਾਸੇ ਜੇ ਕਰਨਾਲ ਦੇ ਵਿੱਚ, ਕਿਉਂਕਿ ਇਹ ਬਹੁਤ ਇੰਪੋਰਟੈਂਟ ਗੱਲ ਦੇਖਣ ਵਾਲੀ ਹੈ ਕਿ ਹਰਿਆਣੇ 'ਚ ਪਹਿਲਾ ਮੌਕਾ ਨਹੀਂ ਜਦੋਂ ਲਾਠੀਚਾਰਜ ਹੋ ਸਕਦਾ ਸੀ, ਕਈ ਵਾਰੀ ਲਾਠੀਚਾਰਜ ਹੋਇਆ। ਆਖਰਕਾਰ ਪ੍ਰਸ਼ਾਸਨ ਪਰੇ, ਅਸੀਂ ਕਹਿੰਦੇ ਕਿ ਜੇ ਪਰੇ ਹਟਿਆ ਸਿਆਣਪ ਹੈ, ਜੇ ਬਹੁਤੀ ਜ਼ਿਆਦਾ ਸਖਤੀ ਨਹੀਂ ਕੀਤੀ ਸਿਆਣਪ ਹੈ, ਜੇ ਅਥਰੂ ਗੈਸ ਦੇ ਗੋਲੇ ਨਹੀਂ ਮਾਰੇ ਸਿਆਣਪ ਹੈ। ਪਰ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਕਿ ਲੀਡਰ ਉਨਾ ਹੀ ਆ, ਮੈਨ ਪਾਵਰ ਉਨੀ ਆ, ਸਾਧਨ ਉਨਾ ਹੀ ਆ, ਪਰ ਜੇ ਦਿੱਲੀ 'ਚ ਵੀ ਮੋਰਚਾ ਲੱਗਾ ਰਹਿਣਾ, ਜੇ ਮਿਸ਼ਨ ਯੂਪੀ 'ਚ ਵੀ ਬੰਦੇ ਭੇਜਣੇ ਆ, ਤਾਂ ਬਰਾਬਰ ਇੱਕ ਪੱਕਾ ਮੋਰਚਾ ਜੇ ਕਰਨਾਲ ਦੇ ਵਿੱਚ ਲਾਉਣਾ ਪੈ ਗਿਆ ਜਾਂ ਅਗਲਿਆਂ ਨੇ ਲਾਉਣ ਦਿੱਤਾ, ਇਹਦੇ ਅਰਥ ਸਮਝਣੇ ਪੈਣਗੇ ਕਿ ਭਾਈ ਨਵੇਂ ਤਰ੍ਹਾਂ ਦੀਆਂ ਯੋਜਨਾਵਾਂ ਤਾਂ ਨਹੀਂ, ਨਵੇਂ ਤਰ੍ਹਾਂ ਦੀਆਂ ਤਰਕੀਬਾਂ ਤਾਂ ਨਹੀਂ, ਕੀ ਇਸ ਤਰ੍ਹਾਂ ਕਰਨ ਦਿੱਤਾ ਗਿਆ ਜਾਂ ਇਸ ਤਰ੍ਹਾਂ ਕਰ ਦਿੱਤਾ ਅਗਲਿਆਂ ਨੇ, ਕਿ ਬਹੁਤ ਵੱਡੀ ਗਿਣਤੀ ਨੂੰ ਦੇਖਦੇ ਆ ਇਹ ਸਾਰਾ ਕੁਝ ਹੋਇਆ। ਕਿਉਂਕਿ ਆਪਾਂ ਇਹ ਗੱਲ ਪੱਕੇ ਤਰੀਕੇ ਜਾਣਦੇ ਆ ਕਿ ਹਰਿਆਣੇ 'ਚ ਕੋਈ ਚੋਣ ਨਹੀਂ, ਹਰਿਆਣੇ ਦੇ ਵਿੱਚ ਕੰਮ ਸਾਫ਼ ਹੈ, ਉੱਥੇ ਜੋ ਮਰਜ਼ੀ ਹੋਈ ਆ ਵੀ ਕੋਈ ਪਰਵਾਹ ਨਹੀਂ। ਪੰਜਾਬ ਤੇ ਯੂਪੀ 'ਚ ਚੋਣਾਂ ਨੇ, ਦਿੱਲੀ ਵਾਲਾ ਮੋਰਚਾ ਅਗਲੇ ਨੇ ਕਾਇਮ ਰੱਖਣਾ। ਸੋ ਇਧਰਲੇ ਪਾਸੇ ਬਹੁਤ ਚੰਗੇ ਤਰੀਕੇ ਸੋਚਣਾ ਬਣਦਾ। ਪਰ ਇੱਕ ਗੱਲ ਪੱਕੀ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਉੱਥੇ ਇਕੱਠੇ ਹੋਏ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਲੀਡਰਾਂ ਦੀ ਗੱਲ ਮੰਨੀ, ਉਹਦੇ ਤੋਂ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ 9.5-10 ਮਹੀਨਿਆਂ ਦੇ ਬਾਅਦ ਵੀ ਥਕਾਵਟ ਦਾ ਕੋਈ ਚਿੰਨ੍ਹ ਜਿਹੜਾ ਚਿਹਰੇ ਤੇ ਨਜ਼ਰ ਨਹੀਂ ਆਉਂਦਾ। ਇਹ ਵਧੀਆ ਗੱਲ ਹੈ, ਪਰ ਬਾਕੀ ਚਲੋ ਹੁਣ ਇਹ ਥੋੜੇ ਦਿਨਾਂ 'ਚ ਮੇਰੇ ਖਿਆਲ ਨਾਲ ਗੱਲ ਦੀ ਕਲੈਰਿਟੀ ਹੋ ਜਾਣੀ ਹੈ ਕਿ ਵੀ ਅਸਲ ਦੇ ਵਿੱਚ ਉੱਥੇ ਜੋ ਕੁਝ ਹੋਇਆ ਉਹ ਹੋਣ ਦਿੱਤਾ ਗਿਆ ਜਾਂ ਫਿਰ ਪ੍ਰਭਾਵ ਜ਼ਿਆਦਾ ਵੱਧ ਗਿਆ ਸੀ, ਉਹਦਾ ਕਰਕੇ ਸਿਚੁਏਸ਼ਨ ਨੂੰ ਦੇਖ ਕੇ ਉਹਨਾਂ ਨੇ ਕੰਟਰੋਲ ਕਰ ਲਿਆ। ਪਰ ਇਹ ਇੱਕ ਚੀਜ਼ ਹੈ WhatsApp ਵੀ ਜੇ ਇਹ ਮੰਨ ਲਓ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਵੀ ਆਪਾਂ ਹੁਣ ਇੱਧਰ ਨੂੰ ਤੁਰ ਪਏ, ਆਪਾਂ ਹੁਣ ਉੱਧਰ ਨੂੰ ਤੁਰ ਪਏ, ਉਦੋਂ ਬਾਅਦ ਫਿਰ ਉੱਧਰ ਨੂੰ ਤੁਰ ਪਏ, ਤੇ ਇਹ ਸਾਰਾ ਕੁਝ ਕਰਦਿਆਂ ਕਤਰਦਿਆਂ ਜਿਹੜਾ ਟਾਈਮ ਉੱਤੇ ਲੰਘਦਾ ਜਾ ਰਿਹਾ। ਹੁਣ ਦੇਖੋ ਕਾਰਨ ਇਹ ਆ ਵੀ ਜਿਹੜੇ ਬੰਦਿਆਂ ਨੇ ਹੁਣ ਘਰ-ਬਾਰ ਛੱਡੇ ਆ, ਉਹ ਕਦੀ ਟਰਾਲੀ 'ਚ ਸੜਕ ਤੇ ਇੱਥੇ ਸੌਂਦੇ ਆ, ਕਦੀ ਉੱਥੇ ਸੌਂਦੇ ਆ, ਜੇ ਪਿੱਛੇ ਵਾਪਸ ਆਉਂਦੇ ਵੀ ਉਦੋਂ ਬਾਅਦ ਫਿਰ ਉੱਥੇ ਜਾਣਾ ਪੈਂਦਾ। ਪਰਿਵਾਰਾਂ ਦਾ ਨੁਕਸਾਨ, ਘਰ ਦਾ, ਕਾਰੋਬਾਰ ਦਾ ਨੁਕਸਾਨ ਤੇ ਹੁੰਦੇ ਆ, ਆਫਟਰ ਆਲ ਹੈ ਤੇ ਟਾਈਮ ਹੀ ਆ ਨਾ, ਉਸ ਤੋਂ ਬਾਅਦ એનર્ਜੀ ਲੱਗਦੀ ਹੈ। ਤੇ ਜੇ ਇਹ ਕਿਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਵੀ ਹਾਂਜੀ ਉਹ ਠੀਕ ਹੈ ਜੀ ਪਹਿਲਾਂ ਇੱਧਰ ਨੂੰ ਭਜਾ ਲਓ ਫਿਰ ਉੱਧਰ ਨੂੰ ਭਜਾ ਲਓ, ਇੱਕ ਹੁੰਦਾ ਨਾ ਹੰਭਾ ਕੇ ਮਾਰਨ ਵਾਲੀਆਂ ਗੱਲਾਂ, ਥਕਾਉਣ ਵਾਲੀਆਂ ਗੱਲਾਂ ਤਾਂ ਨਹੀਂ ਲੱਗਦੀਆਂ। ਨਹੀਂ, ਗੱਲ ਤਾਂ ਠੀਕ ਹੈ ਤੁਹਾਡੀ, ਥਕਾਉਣ ਵਾਲੀਆਂ ਗੱਲਾਂ ਲੱਗਦੀਆਂ, ਪਰ ਕਿਉਂਕਿ ਜਿੱਥੇ ਨਿਸ਼ਾਨਾ ਸੀ ਉਹਦੇ ਲਈ ਕੋਈ ਬਿਆਨ ਨਹੀਂ ਆ, ਕੋਈ ਮੀਟਿੰਗ ਨਹੀਂ, ਕੋਈ ਚਰਚਾ ਨਹੀਂ, ਇਹੋ ਜਿਹਾ ਕੰਮ ਕੋਈ ਨਾ ਕੋਈ ਪੁੱਟ ਸੱਦਾ ਜਿਹਾ ਜ਼ਰੂਰ ਹੋ ਜਾਂਦਾ ਵਿੱਚ ਉਹਦੇ। ਹਾਂ, ਨਹੀਂ ਗੱਲ ਤੁਹਾਡੀ ਠੀਕ ਹੈ। ਹੁਣ 4 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਜਿਹੜਾ ਬੰਦ ਸੀ ਉਹ ਚਲਾ ਦਿੱਤਾ, ਇਕੱਲਾ ਕਰਨਾਲ ਰਹਿ ਗਿਆ। ਬਹੁਤ ਸਾਰੇ ਨਾਕੇ ਵੀ ਚੱਕ ਲੈ ਕੇ ਭਾਈ ਹੁਣ ਤਾਂ ਪੱਕਾ ਧਰਨਾ ਲੱਗ ਗਿਆ, ਦੇਖਣਾ ਪਊਗਾ। ਪਰ ਨਾਲ ਦੀ ਨਾਲ ਸੰਧਾਲੀਆ ਸਾਹਿਬ ਹੰਭਾਉਣਾ ਕਿਹਨੂੰ ਆ? ਉਹਨਾਂ ਨੇ ਜੇ ਹੰਭਣਾ ਹੁੰਦਾ ਤਾਂ ਬਹੁਤ ਪਹਿਲਾਂ ਹੰਭ ਜਾਣਾ ਸੀ। ਉਹ ਤਾਂ ਗੰਨਾ ਲੈ ਕੇ ਜਾਂਦੇ ਆ, ਪੈਸਾ ਨਹੀਂ ਮਿਲਦਾ, ਆਲੂ ਬੀਜਦੇ ਆ, ਸੜਕਾਂ ਦੇ ਕਿਨਾਰੇ ਸੁੱਟਣਾ ਪੈਂਦਾ,
6 ਮਹੀਨੇ ਫਸਲ ਬੀਜ ਕੇ ਵਾਹ ਕੇ ਪਾਲ ਕੇ ਵੱਡੀ ਕਰਕੇ ਤਾਂ ਜਦੋਂ ਮੀਂਹ ਦੇ ਵਿੱਚ ਉਹਨੂੰ ਤਹਿਸ ਨਹਿਸ ਹੁੰਦੇ ਦੇਖਦੇ, ਇੰਸ਼ੋਰੈਂਸ ਦੇ ਪੈਸੇ ਨਹੀਂ ਮਿਲਦੇ, ਉਦੋਂ ਨਹੀਂ ਹੰਭਦੇ। ਉਹ ਤਾਂ ਜਦੋਂ ਮੰਡੀਆਂ ਦੇ ਵਿੱਚ ਆਪਦੀ ਫਸਲ ਲੈ ਕੇ ਬੈਠੇ ਰਹਿੰਦੇ ਆ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਉਹਨੂੰ ਫਸਲ ਨੂੰ ਭਿੱਜਦੀ, ਫਸਲ ਨੂੰ ਕਾਲੀ ਹੁੰਦੀ, ਫਸਲ ਨੂੰ ਪੁੰਗਰਦੀ, ਫਸਲ ਨੂੰ ਘੱਟ ਕੀਮਤ ਤੇ ਵਿਕਦੀ ਦੇਖਦੇ ਆ, ਉਦੋਂ ਨਹੀਂ ਹੰਭੇ। ਸੋ ਜੇ ਤਾਂ ਹੰਭਾਉਣ ਵਾਲੀ ਨੀਤੀ ਹੈ ਤਾਂ ਸ਼ਾਇਦ ਇਹਨਾਂ ਹੰਭਣਾ ਨਹੀਂ। ਹਾਂ, ਜੇ ਮਸਲਾ ਸੁਲਝਾਉਣ ਵਾਲੀ ਨੀਤੀ ਹੈ ਤੇ ਨਾ ਜਿੰਨਾ ਲਚਕੀਲਾ ਕੋਈ ਨਹੀਂ, ਉਧਰਲੇ ਪਾਸੇ ਨੂੰ ਗੱਲ ਆ ਸਕਦੀ ਹੈ। ਪਰ ਜੇ ਕੋਈ ਸਿਆਣੇ ਬੰਦੇ ਚਾਰ ਸਿਰ ਵਿੱਚ ਪੈ ਜਾਣ ਕਿ ਭਾਈ ਇਹ ਕੰਮ ਆਪਾਂ ਇਦਾਂ ਨਹੀਂ ਉੱਦਾਂ ਕਰਦੇ ਆ। ਹੁਣ ਤੁਸੀਂ ਦੇਖੋ, ਤੁਸੀਂ ਗੰਨੇ ਦਾ ਮਸਲਾ ਕਿਹਾ ਸੀ ਕਿ ਯੂਪੀ ਦੇ ਵਿੱਚ ਸੰਘਰਸ਼ ਚੱਲਦਾ, ਇੱਧਰ ਚੱਲਦਾ ਹੈ। ਹੁਣ ਸੰਯੁਕਤ ਕਿਸਾਨ ਮੋਰਚਾ ਇੱਥੇ ਸਰਗਰਮ ਹਨ, ਦੂਸਰੇ ਪਾਸੇ ਦਿੱਲੀ 'ਚ ਲੱਗਾ। ਕਿਹੜੀ ਥਾਂ ਆ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਮੀਟਿੰਗ ਰੱਖੀ ਆ, ਕੱਲ੍ਹ ਨੂੰ ਵੀ ਮੀਟਿੰਗ ਰੱਖੀ ਆ ਕਿ 12,000 ਕਰੋੜ ਰੁਪਈਆ ਜਿਹੜਾ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਨਹੀਂ ਮਿਲਿਆ, ਉਹਦੇ ਲਈ ਆਪਾਂ ਹੁਣ ਲਾਮਬੰਦੀ ਸ਼ੁਰੂ ਕਰੀਏ। ਜਿਹੜੇ ਕਿਸਾਨ ਦਾ ਲੱਖ ਰੁਪਈਆ 10,000 50,000 ਹੋਊਗਾ, ਨਾਲ ਤੁਰੂ ਕੇ ਨਾ ਤੁਰੂ ਕੇ ਭਾਈ ਸਾਡੇ ਕਿਸੇ ਨੇ ਪੈਸਿਆਂ ਦੀ ਗੱਲ ਤਾਂ ਕੀਤੀ। ਮੱਧ ਪ੍ਰਦੇਸ਼ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਟਿੰਗਾਂ ਨੇ, ਬਿਹਾਰ ਦੇ ਵਿੱਚ ਮੀਟਿੰਗਾਂ ਨੇ, ਤਾਮਿਲਨਾਡੂ ਦੇ ਵਿੱਚ ਮੀਟਿੰਗਾਂ ਨੇ। 27 ਤਰੀਕ ਨੂੰ ਭਾਰਤ ਬੰਦ ਦਾ ਸੱਦਾ, ਤਿਆਰੀਆਂ ਨਾਲ ਨਾਲ ਉਹਦੀਆਂ ਵੀ ਕਰੀ ਜਾਂਦੇ ਆ। ਹੁਣ ਇੱਕ ਪਾਸੇ ਕਰਨਾਲ ਵਾਲਾ ਮਸਲਾ, ਦੂਜੇ ਪਾਸੇ ਦਿੱਲੀ ਵਾਲਾ, ਤੀਸਰੇ ਪਾਸੇ ਯੂਪੀ, ਮੱਧ ਪ੍ਰਦੇਸ਼, ਤਾਮਿਲਨਾਡੂ ਤੇ ਬਿਹਾਰ ਦੇ ਵਿੱਚ ਮੀਟਿੰਗਾਂ ਨੇ। ਤੇ ਜੇ ਅੱਜ ਤੇ ਕੱਲ੍ਹ ਦੀਆਂ ਮੀਟਿੰਗਾਂ ਦੇ ਵਿੱਚ ਅਗਲਿਆਂ ਨੇ ਫੈਸਲਾ ਲੈ ਲਿਆ ਕਿ ਭਾਈ ਨਹੀਂ, ਆਪਾਂ ਗੰਨੇ ਦਾ 12,000 ਕਰੋੜ ਤਾਂ ਦਿਵਾਉਣਾ ਹੈ, ਆਪਾਂ ਯੂਪੀ 'ਚ ਫਲਾਨੀ ਜਗ੍ਹਾ ਦੇ ਉੱਤੇ ਸੰਘਰਸ਼ ਸ਼ੁਰੂ ਕਰਦੇ ਹਾਂ, ਮੋਰਚਾ ਹੋਰ ਖੁੱਲ ਜਾਣਾ। ਚਲੋ ਇਹ ਤਾਂ ਹੁਣ ਸਮਾਂ ਦੱਸੂਗਾ, ਵਕਤ ਦੱਸੂਗਾ। ਪਰ ਫਿਲਹਾਲ ਚਲੋ ਜਿਹੜੇ ਹਾਲਾਤ ਨੇ ਇਸ ਵਕਤ ਉਹ ਇਦਾਂ ਜਿਹਦੇ ਬਣ ਗਏ ਆ ਕਿ ਵੀ ਕੁਝ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ ਜੀ। ਆਪਾਂ ਜੇ ਕੱਲ੍ਹ ਗੱਲ ਕਰਦੇ ਸੀ ਨਾ, ਉਹ ਜਿਹੜੀ ਮੈਂਬਰੀ 4 ਮੈਂਬਰੀ ਕਮੇਟੀ 'ਚੋਂ ਫਿਰ 3 ਮੈਂਬਰੀ ਕਮੇਟੀ ਰਹਿ ਗਈ ਤੇ ਉਹ ਕਹਿੰਦੇ ਸੀ ਮਹਾਰਾਜ ਇਹਦਾ ਕੁਝ ਦੱਸਾਂਗੇ। ਸੁਪਰੀਮ ਕੋਰਟ ਨੇ ਵੀ ਦੱਸਣਾ ਸੀ, ਰਿਪੋਰਟ ਵੀ ਚਲ ਗਈ, ਫਿਰ ਕੋਈ ਬੋਲੇ ਨਹੀਂ। ਕੱਲ ਆਪਾਂ ਗੱਲ ਕੀਤੀ ਇਹਦੇ, ਉਦੋਂ ਬਾਅਦ ਪਤਾ ਨਹੀਂ ਹੁਣ ਜਾਂ ਤਾਂ ਪਹੁੰਚਦੀ ਗੱਲ ਕਿਤੇ ਪਹੁੰਚ ਗਈ, ਜਾਂ ਕਿਸੇ ਉਹਨਾਂ ਦਾ ਕੋਈ ਟੈਲੀਪੈਥੀ ਨਾਂ ਦੀ ਚੀਜ਼ ਕਿਤੇ ਤਾਰ-ਤੂਰ ਖੜਕਦੀ, ਉਹ ਤੁਹਾਡਾ ਭਲਾ ਜੇ ਯਾਰ ਇੱਕੋ ਵੀ ਰਿਪੋਰਟ ਦਿੱਤੀ ਸੀ। ਹੁਣ ਮੇਰਾ ਖਿਆਲ ਉਹਨਾਂ ਦੀ ਕਮੇਟੀ 'ਚੋਂ ਘਣਵਤ ਸਾਹਿਬ ਆ, ਉਹਨਾਂ ਨੇ ਕਿਹਾ, ਕਹਿੰਦੇ ਵੀ ਸੁਪਰੀਮ ਕੋਰਟ ਨੂੰ ਰਿਪੋਰਟ ਤੇ ਜਨਤਕ ਕਰਨੀ ਚਾਹੀਦੀ, ਦੱਸਣਾ ਤੇ ਚਾਹੀਦਾ ਵੀ ਅਸੀਂ ਕੀ ਸਿਫਾਰਿਸ਼ਾਂ ਕੀਤੀਆਂ, ਅਸੀਂ ਕੀ ਹੱਲ ਸੋਚਦੇ ਹਾਂ, ਵੀ ਕਿਹੜਾ ਹੱਲ ਹੋਣਾ ਚਾਹੀਦਾ, ਵੀ ਜੋ ਖੇਤੀ ਕਾਨੂੰਨ ਬਣਾਏ ਉਹ ਸਹੀ ਨੇ ਜਾਂ ਫਿਰ ਉਹਨਾਂ 'ਚ ਥੋੜ੍ਹੀ ਜਿਹੀ ਅਮੈਂਡਮੈਂਟ ਚਾਹੀਦੀ ਆ, ਜਾਂ ਉਹਨਾਂ ਲਈ ਸਮਾਂ ਚਾਹੀਦਾ, ਜਾਂ ਫਿਰ ਕਿਸਾਨਾਂ ਨੂੰ ਰਿਕੁਐਸਟ ਕੀਤੀ ਆ ਵੀ ਆਹ ਜਿਹੜੇ ਅੰਦੋਲਨਕਾਰੀ ਨੇ ਜੀ ਇਹ ਤਾਂ ਹੈ ਨਹੀਂ, ਅਸੀਂ ਆਪਣੇ ਨੂੰ ਰਿਪੋਰਟ 'ਚ ਜਾ ਕੇ ਚੈੱਕ ਕਰ ਲਿਆ, ਉਹ ਤਾਂ ਕਿਸਾਨ ਹੋਰ ਨੇ ਜਿਨ੍ਹਾਂ ਦਾ ਮਸਲਾ, ਇਹ ਤਾਂ ਜਾਣਬੁੱਝ ਕੇ ਕੋਈ ਸਿਆਸਤੀ ਤੁਰੇ ਫਿਰ। ਚਲੋ ਜੋ ਵੀ ਹੈ, ਮੈਂ ਨਾ ਜੋ ਵੀ ਉਹਨਾਂ ਰਿਪੋਰਟ 'ਚ ਲਿਖਿਆ, ਜੇ ਹੁਣ ਉਹਨਾਂ ਨੂੰ ਵੀ ਚੇਤਾ ਹੈ ਵੀ ਯਾਰ ਅਸੀਂ ਰਿਪੋਰਟ ਦਿੱਤੀ ਸੀ ਤੇ ਫਿਰ ਜਨਤਕ ਤਾਂ ਹੋਣੀ ਚਾਹੀਦੀ। ਬਿਲਕੁਲ ਸੰਧਾਲੀਆ ਸਾਹਿਬ, ਅਨਿਲ ਘਣਵਤ ਸਾਹਿਬ ਮਹਾਰਾਸ਼ਟਰ ਦੇ ਨੇ ਤੇ ਜਦੋਂ ਉਹਨਾਂ ਨੂੰ ਕਮੇਟੀ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਮੈਂਬਰ ਦੇ ਤੌਰ ਤੇ ਲਿਆ ਸੀ ਤੇ ਉਹਦੇ ਤੋਂ ਪਹਿਲਾਂ ਉਹਨਾਂ ਦੀਆਂ ਕੁਝ ਲਿਖਤਾਂ ਆ ਗਈਆਂ ਸੀ। ਤਾਂ ਜਿਹੜੀਆਂ ਲਿਖਤਾਂ ਤੋਂ ਪ੍ਰਭਾਵ ਇਹ ਜਾਂਦਾ ਸੀ ਕਿ ਉਹ ਖੇਤੀ ਕਾਨੂੰਨਾਂ ਦੇ ਹੱਕ 'ਚ ਨੇ। ਠੀਕ ਹੈ, ਉਹਨਾਂ ਦਾ ਆਪਦਾ ਵਿਜ਼ਨ ਹੋਏਗਾ, ਉਹਨਾਂ ਦੇ ਕੋਲੇ ਆਪਦੇ ਤਰਕ ਹੋਣਗੇ, ਵਿਚਾਰਧਾਰਕ ਪ੍ਰਗਟਾਵੇ ਦੀ ਆਜ਼ਾਦੀ ਹੈ, ਕੋਈ ਬੰਦਾ ਵਿਰੋਧ 'ਚ ਹੋ ਸਕਦਾ, ਕੋਈ ਹੱਕ 'ਚ ਹੋ ਸਕਦਾ। ਮੈਂਬਰ ਬਣਾਤੇ, ਉਹਦੇ ਤੋਂ ਬਾਅਦ ਕਿੰਨੀਆਂ ਕੁ ਜਥੇਬੰਦੀਆਂ, ਕਿਉਂਕਿ ਉਹਨਾਂ ਨੇ ਜਥੇਬੰਦੀਆਂ ਨੂੰ ਮਿਲਣਾ ਸੀ, ਉਹਨਾਂ ਦੇ ਪ੍ਰਭਾਵ ਲੈਣੇ ਸੀ, ਉਹਨਾਂ ਦੀ ਦਿਸ਼ਾ ਕੀ ਹੈ, ਕੀ ਸੋਚਦੇ ਆ ਖੇਤੀ ਕਾਨੂੰਨਾਂ ਦੇ ਬਾਬਤ, ਉਹਦੇ ਬਾਬਤ ਰਿਪੋਰਟ ਬਣਾ ਕੇ ਦੇਣੀ ਸੀ। ਉਹਨਾਂ ਨੇ ਕਿਹਾ ਸੀ ਜੀ ਸਾਡੀ ਕਿਸਾਨਾਂ ਨਾਲ ਵੀ ਗੱਲ ਹੋਈ ਹੈ, ਜਥੇਬੰਦੀਆਂ ਨਾਲ ਵੀ ਗੱਲ ਹੋਈ ਹੈ, ਪੋਲੀਟੀਕਲ ਪਾਰਟੀਆਂ ਨਾਲ ਵੀ ਗੱਲ ਹੋਈ ਹੈ, ਮਾਹਿਰਾਂ ਦੇ ਨਾਲ ਵੀ ਗੱਲ ਹੋਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਹ ਰਿਪੋਰਟ ਇੰਨੀ ਮਜ਼ਬੂਤ ਹੈ ਤਾਂ ਅੱਜ ਤੱਕ ਜਨਤਕ ਕਿਉਂ ਨਹੀਂ ਹੋਈ, ਲਾਗੂ ਕਿਉਂ ਨਹੀਂ ਹੋਈ? ਘਣਵਤ ਸਾਹਿਬ ਨੇ ਚਿੱਠੀ ਲਿਖੀ ਹੈ, ਚੰਗਾ ਹੋਇਆ। ਬਾਕੀ ਘਣਵਤ ਸਾਹਿਬ ਨੇ ਜਿਹਨਾਂ ਜਥੇਬੰਦੀਆਂ ਨਾਲ ਗੱਲ ਕੀਤੀ ਹੈ, ਉਹ ਜਥੇਬੰਦੀਆਂ ਦੀ ਉਹਨਾਂ ਦੇ ਗੱਲਬਾਤ ਕਰਨ ਤੋਂ ਪਹਿਲਾਂ ਸਰਗਰਮੀ ਕੀ ਸੀ ਕਿਸਾਨਾਂ ਲਈ, ਤੇ ਉਹਦੇ ਤੋਂ ਬਾਅਦ ਕਿੰਨੀ ਕੁ ਸਰਗਰਮੀ ਕੀਤੀ ਹੈ ਮਰ ਜਾ, ਉਹ ਵੀ ਦੇਖ ਲੈਣਾ ਚਾਹੀਦਾ। ਬਾਕੀ ਹੋ ਸਕਦਾ ਹੁਣ ਮਾਨਯੋਗ ਸੁਪਰੀਮ ਕੋਰਟ ਨੂੰ ਚਿੱਠੀ ਲਿਖੀ ਹੈ, ਸੁਪਰੀਮ ਕੋਰਟ ਸ਼ਾਇਦ ਉਹਨਾਂ ਦੀ ਚਿੱਠੀ ਪੜ੍ਹ ਕੇ ਰਿਪੋਰਟ ਕੱਢ ਕੇ ਜਨਤਕ ਕਰ ਦੇਵੇ, ਤੇ ਜਿੱਦਣ ਜਨਤਕ ਹੋ ਗਈ ਚਰਚਾ ਜਿਹੜੀ ਹੈ ਸੰਧਾਲੀਆ ਸਾਹਿਬ ਉਦਣ ਵੀ ਬਹੁਤ ਜ਼ਿਆਦਾ ਹੋਣੀ ਹੈ, ਕਿਉਂਕਿ ਰਿਪੋਰਟ ਦੇ ਵਿੱਚ ਸ਼ਾਇਦ ਲਿਸਟਾਂ ਹੋਣੀਆਂ, ਅਸੀਂ ਇਹਨਾਂ ਨੂੰ ਵੀ ਮਿਲੇ, ਅਸੀਂ ਇਹਨਾਂ ਨੂੰ ਵੀ ਮਿਲੇ। ਫਿਰ ਜਿਹੜੇ ਇਲਾਕੇ ਦੇ ਵਿੱਚੋਂ ਜਥੇਬੰਦੀ ਸਰਗਰਮ ਹੋਏਗੀ, ਫਿਰ ਉਹਦੇ ਬਾਬਤ ਇਲਾਕੇ ਦੇ ਲੋਕਾਂ ਵੀ ਟਿੱਪਣੀਆਂ ਕਰਨੀਆਂ। ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਸਾਰਾ ਸਤਿਕਾਰ ਕਰਦੇ ਹਾਂ, ਜਿੰਨਾ ਹੋ ਸਕਦਾ ਵੱਧ ਤੋਂ ਵੱਧ। ਪਰ ਘਣਵਤ ਸਾਹਿਬ ਦੀ ਚਿੱਠੀ ਤੋਂ ਬਾਅਦ ਕੀ ਉਹ ਰਿਪੋਰਟ ਜਨਤਕ ਹੋਏਗੀ? ਮਸਲਾ ਕੱਲਾ ਰਿਪੋਰਟ ਜਨਤਕ ਹੋਣ ਦਾ ਨਹੀਂ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਕੁਝ ਫੈਸਲੇ ਲਏ ਜਾਣੇ ਸੀ। ਕੀ ਫੈਸਲੇ ਵੀ ਲਏ ਜਾਣਗੇ? ਜੇ ਲਏ ਜਾਣਗੇ ਤਾਂ ਕੀ ਉਹ ਅੰਦੋਲਨ ਨੂੰ ਪ੍ਰਭਾਵਿਤ ਕਰਨਗੇ? ਜੇ ਪ੍ਰਭਾਵਿਤ ਕਰਨਗੇ ਤਾਂ ਕਿਸ ਦਿਸ਼ਾ ਤੋਂ ਕਰਨਗੇ? ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਨਾਲੇ ਇੱਕ ਚੀਜ਼ ਮੈਂ ਹੋਰ ਦੱਸਾਂ, ਬਹੁਤੇ ਲੋਕਾਂ ਨੂੰ ਨਹੀਂ ਚੇਤਾ ਹੋਣਾ, ਪਰ ਚੇਤਾ ਆਪਾਂ ਕਰਾ ਦਿੰਦੇ ਹਾਂ। ਚਲੋ ਉਹ ਜਣੇ ਸਾਡੇ ਰਾਹੀਂ ਸਹੀ, ਮਤਲਬ ਜੇ ਕੋਈ ਇੱਧਰੋਂ ਉੱਧਰੋਂ ਸਲਾਹਕਾਰ ਸਾਹਿਬ ਵੀ ਉੱਤੇ ਜਾ ਕੇ ਚੇਤਾ ਕਰਾ ਦੇਣ ਵੀ ਉਹ ਸਰ ਕਿਹਾ ਤੇ ਸੀਗਾ ਇੱਦਾਂ ਹੀ। ਉਹ ਕਿਹਾ ਸੀ ਵੀ ਮੌਜੂਦਾ ਰਾਜ ਕਰਦੀ ਧਿਰ ਭਾਜਪਾ ਵੱਲੋਂ 2022 ਇੱਕ ਐਸਾ ਸਾਲ ਮਿਥਿਆ ਗਿਆ ਜਿਹਦੇ 'ਚ ਉਹਨਾਂ ਕਿਹਾ ਸੀ ਵੀ ਕਿਸਾਨਾਂ ਦੀ ਆਮਦਨ ਕਰਨੀ ਦੁੱਗਣੀ।
ਹੁਣ ਭਾਈ ਸਾਹਿਬ ਉਦੋਂ ਬਾਅਦ ਜੇ ਮੈਂ ਗਲਤ ਨਹੀਂ ਤੇ 18 ਚ ਵੀ ਸੁਣਿਆ, ਉਸ ਤੋਂ ਬਾਅਦ 17 ਚ ਵੀ ਗੱਲ ਚਰਚਾ ਚੱਲੀ ਸੀ, ਜਦੋਂ ਅਜੇ ਮੋਦੀ ਸਾਹਿਬ ਆਏ ਸੀ ਉਦੋਂ ਜਿਉਂ ਵੀ ਉਹ ਮਨ 'ਚ ਸੀਗੀ ਗੱਲ, ਪਰ ਉਦੋਂ ਥੋੜ੍ਹੀ ਸੀ। ਉਦੋਂ ਬੜੀ ਇਸ ਚੀਜ਼ ਦੀ ਨੁਕਤਾਚੀਨੀ ਹੋਈ ਸੀ ਵੀ ਮਹਾਰਾਜ 19 ਚ ਤੇ ਇਹਨਾਂ ਦੀ ਉਹ ਟਰਮ ਮੁੱਕ ਜਾਣੀ ਹੈ ਤੇ ਤੁਸੀਂ 2022 ਕਿਵੇਂ ਰੱਖੀ ਬੈਠੇ ਹੋ। ਉਹ ਕਹਿੰਦੇ ਨਾ ਉਹ ਉਹਨਾਂ ਨੇ ਸਕੀਮਾਂ ਇੱਦਾਂ ਦੀਆਂ ਬਣਾਤੀਆਂ ਵੀ ਉਹ ਭਾਵੇਂ ਚਲੇ ਵੀ ਜਾਣ ਸਰਕਾਰ ਚੋਂ ਤਾਂ ਵੀ ਆਮਦਨ ਦੁੱਗਣੀ ਹੋਈ ਹੈ ਨਾ। ਪਰ ਚਲੋ ਉਸ ਤੋਂ ਬਾਅਦ ਉਹ ਸਕੀਮ ਬਣੀ, ਕੀ ਹੋਇਆ ਕੀ ਨਹੀਂ ਹੋਇਆ ਰੱਬ ਜਾਣੇ। ਹੁਣ ਮੈਂ ਕਹਿੰਦਾ ਵੀ 21 ਵੀ ਲੰਘ ਗਿਆ ਤੇ ਮਹੀਨੇ ਰਹਿ ਗਏ 3। ਹੁਣ ਜਾਂ ਤੇ ਇਦਾਂ ਹੋ ਗਿਆ ਵੀ ਕਿਤੇ ਫੈਕਟਰੀਆਂ ਦੇ ਵਿੱਚ ਪੈਸਾ ਛਾਪਿਆ ਪਿਆ ਉੱਥੇ, ਤੇ ਜਿੱਦਣ ਹੀ ਦਸੰਬਰ 31 ਦੀ ਰਾਤ ਮੁੱਕਣੀ ਹੈ, 1 ਜਨਵਰੀ ਚੜ੍ਹਨੀ ਹੈ, ਤੇ ਦਿੱਲੀ ਟਰਾਲੀਆਂ 'ਚ ਬੈਠੇ ਬਾਪੂ ਜਿਹੜੇ ਹੋਣੇ ਨੇ ਉਹਨਾਂ ਨੂੰ ਠਾਲ ਕੇ ਧੰਨਾ ਸਿਆ ਉੱਠ ਕੀ ਹੋਇਆ ਆ ਫੜ ਪੈਸੇ, ਤੇ ਬਾਪੂ ਨਹੀਂ ਐ ਪੈਸੇ ਫੜ ਕੇ ਪਿੰਡ ਨੂੰ ਤੁਰੇ ਆਉਣਗੇ, ਤਾਂ ਹੀ ਆਮਦਨ ਦੁੱਗਣੀ ਹੋਊਗੀ। ਹੋਰ ਤੇ ਕੋਈ ਸਕੀਮ ਜਾਂ ਕੋਈ ਹੋਰ ਤੇ ਮੈਨੂੰ ਚੀਜ਼ ਨਜ਼ਰ ਆਉਂਦੀ ਨਹੀਂ। ਧੰਨਾ ਸੋਨੂੰ ਨਹੀਂ ਕਹਿਣਾ ਕਿਸੇ ਨੇ, ਪਿੰਡੋਂ ਫੋਨ ਜਾਣਾ, ਬਾਪੂ ਉੱਥੇ ਕੀ ਕਰਦਾ ਟਰਾਲੀ 'ਚ ਬੈਠਾ, ਇੱਥੇ ਆ ਜਾਓ, ਪੁੱਤ ਕੀ ਹੋਇਆ, ਆਮਦਨ ਦੁੱਗਣੀ ਹੋ ਗਈ ਹੈ ਰਾਤੋਂ ਰਾਤ ਪੈਸੇ ਆ ਗਏ ਆ। ਮੈਂ ਟਰੈਕਟਰ ਦੇਖਣ ਚੱਲਾਂ, ਸਕੂਟਰ ਨਵਾਂ ਲੈਣਾ ਹੈ, ਮੈਂ ਕੋਈ ਸੰਦ ਸਪੇੜਾ ਲੈਣਾ, ਜੇ ਤਾਂ ਆਪ ਨਾਲ ਆਉਣਾ ਜਾਂ ਮੁੜ ਕੇ ਕੱਲ ਨੂੰ ਨਾ ਆਖੀ ਆਮਦਨ ਦੁੱਗਣੀ ਹੋ ਗਈ ਹੈ। ਨਹੀਂ ਇਹ ਵੀ ਹੋ ਸਕਦਾ ਵੀ ਜੇ ਪਿੰਡ ਖਬਰ ਨਾ ਆਵੇ, ਦਿੱਲੀ ਬੰਬੇ ਤੋਂ ਨਹੀਂ ਉਹ ਫੋਨ ਜੇ ਆਉਂਦੇ ਹੁੰਦੇ ਅਨਨੋਨ ਜੇ ਨੰਬਰ ਤੋਂ, ਹੈ ਨਾ, हेलो आप धन्ना सिंह जी बोल रहे हैं, मैं फलानी कंपनी से बोल रहा हूँ या बोल रही हूँ, वो ना आपके अकाउंट में हमें पता चला कि अभी इतने लाख रुपए आ गए, आपकी आमदन जो दुगनी होगी तो आप इन्वेस्ट कर लें हमारे साथ, है ना। बापू ਨੂੰ ਸਮਝਣ ਲੱਗੇ ਵੀ ਇਹ ਕੌਣ ਖਿੱਚਣ ਡਿਆ, ਹੈ ਨਾ। ਨਹੀਂ ਇਹ ਵੀ ਹੋ ਸਕਦਾ ਕਿ ਕਾਰਾਂ ਦੇ ਡੀਲਰ ਉੱਥੇ ਆਉਣ ਲੱਪਣ, ਫਿਰ ਜਦੋਂ ਇੱਕ ਵਾਰੀ ਜ਼ਮੀਨਾਂ ਦੇ ਭਾਅ ਵਧੇ ਸੀ। ਗੱਲ ਕਿਹੜੀ ਆ, ਕਿਸ਼ਤ ਤਾਂ ਤੁਹਾਡੀ ਆ ਹੀ ਜਾਣੀ ਹੈ। ਕਿਸ਼ਤ ਪੈਸੇ ਮੰਗੇ ਕਿਸੇ ਨੇ, ਬਾਪੂ ਚਾਬੀ ਫੜ, ਚਾਬੀ ਫੋਟੋ ਲਾਓ ਵੀ ਫੋਟੋ ਬਾਪੂ ਦੀ ਵੱਡੀ ਸਾਰੀ, ਉਹ ਪਲਾਸਟਿਕ ਦੀ ਚਾਬੀ ਦੇ ਕੇ, ਤਾਂ ਬਾਪੂ ਦੇਖੇ ਆਲੇ ਦੁਆਲਾ, ਯਾਰ ਜੁੱਤੀ ਅਜੇ ਲੈਣੀ ਹੈ ਪਲਾਸਟਿਕ ਵਾਲੀ, ਜਿਹੜੀ ਰਬੜ ਵਾਲੀ ਜੁੱਤੀ ਹੈ, ਕਾਰ ਆ ਗਈ ਹੈ, ਇਹਨੂੰ ਚਲਾਊਗਾ, ਕੋਈ ਚਲਾਉਣ ਨੂੰ ਵੀ ਬੰਦਾ ਦੇ ਦਾਂ ਕਹਿਣਾ, ਆਮਦਨ ਦੁੱਗਣੀ ਹੋ ਗਈ ਹੈ। ਆਨੇ ਮਤਲਬ ਇਹ ਤਾਂ ਚੇਤਾ ਕਰਾਇਆ ਵੀ ਹੋ ਜਾਣਾ, ਕਿਸੇ ਵੇਲੇ ਨਹੀਂ ਆਉਂਦਾ ਜੀ। ਦੇਖੋ ਕੰਮ ਬੜੇ ਹੁੰਦੇ ਆ, ਕੋਈ ਇੰਟਰਨੈਟ ਬੰਦ ਕਰਾਉਣਾ, ਕੋਈ ਇੱਧਰੋਂ ਫੋਨ ਬੰਦ ਕਰਾਉਣੇ ਆ, ਜਾਂ ਇੱਧਰ ਜੀ ਹਜ਼ੂਰੀ ਕਰਨੀ ਆ, ਹੋਰ ਸਿਆਸਤ ਦੇ 100 ਹੱਥ ਕੰਡੇ ਅਪਣਾਉਣੇ ਹੁੰਦੇ ਆ ਵੀ ਇੱਧਰ ਫਸਾ ਲਈਏ ਉੱਧਰ ਫਸਾ ਲਈਏ। ਮੈਨੂੰ ਐਂ ਸੀ, ਮੈਂ ਕਿਹਾ ਵੀ ਜਿਹੜਾ ਇੰਨੀ ਦੇਰ ਤੋਂ ਲਾਰਾ ਲਾਇਆ, ਇਹ ਨਾ ਹੋਵੇ ਜਦੋਂ ਜਨਵਰੀ ਚੜ੍ਹੇ ਤੇ 2022 ਨੂੰ ਜਿੱਥੇ ਉਹ ਮੰਗਾਂ ਵਾਲਾ ਫਰਲਾ ਪਹਿਲਾਂ ਲਈ ਫਿਰਦੇ ਕਿਸਾਨ, ਉਹਦੇ 'ਚ ਇੱਕ ਲਾਈਨ ਹੀ ਹੋਰ ਪਾਉਣੀ ਉਹਨਾਂ ਨੇ ਵੀ ਇਹਦਾ ਜਵਾਬ ਵੀ ਦੇ ਦਿਓ ਜੀ, 2022 ਸਾਡੀ ਆਮਦਨ ਦੁੱਗਣੀ ਕਰਨੀ ਹੋਈ ਤਾਂ ਨਹੀਂ, ਭੋਰਾ ਕਰ ਦਿਓ, ਦੱਸੋ ਤੇ ਸਹੀ। ਬਾਕੀ ਆਮਦਨ ਦੁੱਗਣੀ ਹੋਵੇ ਨਾ ਹੋਵੇ, ਪਰ ਕਿਸਾਨਾਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਇੱਕ ਵਿਧਾਇਕ ਸਾਹਿਬ ਨੇ, ਸਿਮਰਜੀਤ ਸਿੰਘ ਬੈਂਸ ਹੋਰਾਂ ਨੇ, ਉਹਨਾਂ ਨੇ ਨਵੀਂ ਗੱਲ ਛੇੜੀ ਹੈ। ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਕਿਸਾਨਾਂ ਦਾ ਪੂਰਾ ਸਤਿਕਾਰ, ਕਿਸਾਨਾਂ ਦੇ ਨਾਲ ਖਲੋਤੇ ਆ, ਤੇ ਜੇ ਸੰਯੁਕਤ ਕਿਸਾਨ ਮੋਰਚਾ ਇਹ ਫੈਸਲਾ ਕਰਦਾ ਕਿ ਅਸੀਂ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ, ਤਾਂ ਮੈਂ ਆਪਣੀ ਵਿਧਾਨ ਸਭਾ ਦੀ ਸੀਟ ਵੀ ਛੱਡੀ, ਮੈਂ ਨਹੀਂ ਲੜੂੰਗਾ ਚੋਣ। ਉੱਥੋਂ ਕਿਸਾਨ ਮੋਰਚੇ ਵਾਲੇ ਆਪਣਾ ਕੈਂਡੀਡੇਟ ਖੜਾ ਕਰਨ, ਪ੍ਰਚਾਰ ਵੀ ਮੈਂ ਕਰੂੰ, ਜਿਤਾਊਂ ਵੀ ਮੈਂ, ਬਸ ਸੰਯੁਕਤ ਕਿਸਾਨ ਮੋਰਚੇ ਵਾਲੇ ਫੈਸਲਾ ਲੈ ਲੈਣ। ਹੁਣ ਇਹ ਪਹਿਲੀ ਪੋਲੀਟੀਕਲ ਪਾਰਟੀ ਹੈ ਲੋਕ ਇਨਸਾਫ ਪਾਰਟੀ, ਜਿਨ੍ਹਾਂ ਦੇ ਨੇਤਾ ਨੇ, ਜਿਨ੍ਹਾਂ ਦੇ ਪ੍ਰਧਾਨ ਕਈ ਵਾਰ ਦੇ ਐਮਐਲਏ ਨੇ, ਸਿਮਰਜੀਤ ਸਿੰਘ ਬਾਂਸ, ਉਹ ਕਹਿੰਦੇ ਕਿ ਭਾਈ ਕਹਿਤਾ ਕਿ ਭਾਈ ਤੁਸੀਂ ਜੇ ਚੋਣਾਂ ਲੜਨੀਆਂ ਤੇ ਮੈਂ ਪਿਛਾਂ ਹਟ ਜਾਊਂਗਾ। ਹੁਣ ਇਹਦੇ ਨਾਲ ਇੰਡਾਇਰੈਕਟਲੀ ਕਿਤੇ ਨਾ ਕਿਤੇ ਪ੍ਰੈਸ਼ਰ ਪਊਗਾ, ਕਿਉਂਕਿ ਇੱਕ ਪਾਸੇ ਤੁਸੀਂ ਦੇਖੋ 6 ਦਿਨ ਦੀਆਂ ਬ੍ਰੇਕਾਂ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ, ਕਿ ਅਸੀਂ 6 ਦਿਨ ਦੇ ਲਈ ਆਪਦੀਆਂ ਸਰਗਰਮੀਆਂ ਬੰਦ ਕਰ ਦਿੰਦੇ ਆ, ਤੇ 6 ਦੇ ਵਿੱਚੋਂ ਬਹੁਤੇ ਦਿਨ ਤਾਂ ਨਿਬੜ ਗਏ, ਇੱਕ ਤਾਂ ਰਹਿ ਗਿਆ। ਹੁਣ ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਮਲੋਹ ਤੋਂ ਦੁਬਾਰਾ ਸ਼ੁਰੂ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਤਾਂ ਜੇ ਬੈਠਕ ਹੀ ਨਹੀਂ ਹੋਈ, ਉਹ ਪਹਿਲਾਂ ਮੁਜ਼ੱਫਰਨਗਰ ਦੇ ਵਿੱਚ ਫਸੇ ਰਹੇ, ਹੁਣ ਕਰਨਾਲ ਦੇ ਵਿੱਚ ਕੰਮ ਵੱਧ ਗਿਆ, ਉਹਦੇ ਤੋਂ ਬਾਅਦ ਭਾਰਤ ਬੰਦ ਵਾਲਾ ਆ ਜਾਣਾ। ਜੇ ਮੀਟਿੰਗ ਨਹੀਂ ਹੁੰਦੀ, ਚਿੱਠੀ ਉਹਨਾਂ ਨੇ ਪਾਤੀ, ਟੈਲੀਫੋਨ ਚੰਦੂ ਮਾਜਰਾ ਸਾਹਿਬ ਨੇ ਕਰ ਦਿੱਤਾ। ਹੁਣ ਇੱਕ ਪਾਸੇ ਤਾਂ ਉਹ ਪਾਰਟੀ ਹੈ ਜਿਹੜੀ ਕਹਿੰਦੀ ਅਸੀਂ ਸੀਟ ਵੀ ਛੱਡੀ, ਹਾਲਾਂਕਿ ਕੋਈ ਵੀ ਬੰਦਾ ਕਹਿ ਸਕਦਾ ਯਾਰ ਉਹਨਾਂ ਨੇ ਕਿਹੜੇ ਜਿੱਤਣਾ, ਕਹਿਣ ਨੂੰ ਕੀ ਵਿਰੋਧੀਆਂ ਨੇ ਕਹਿ ਦੇਣਾ ਹੁੰਦਾ। ਇੱਕ ਪਾਸੇ ਉਹ ਕਹਿੰਦੇ ਸੀਟ ਵੀ ਛੱਡੀ, ਜਿਤਾਵਾਂਗੇ ਵੀ ਆਪ, ਪ੍ਰਚਾਰ ਵੀ ਆਪ ਕਰਾਂਗੇ, ਤੁਹਾਨੂੰ ਚਿੰਤਾ ਕਰਨ ਦੀ ਲੋੜ ਕੋਈ ਨਹੀਂ। ਤੇ ਦੂਸਰੇ ਪਾਸੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਬਹੁਤ ਵੱਡੀ ਦੁਬਿਧਾ ਹੋਏਗੀ ਕਿ ਭਾਈ ਸਰਗਰਮੀ ਸ਼ੁਰੂ ਕਰੀਏ ਕਿ ਨਾ। ਜੇ ਕਰੀਏ ਤਾਂ ਲੋਕਾਂ ਨੂੰ ਤਰਕ ਦੇਵਾਂਗੇ ਕਿ ਭਾਈ ਅਸੀਂ ਤਾਂ 6 ਦਿਨ ਦਿੱਤੇ ਸੀ, ਅਸੀਂ ਕਮੇਟੀ ਵੀ ਗਠਿਤ ਕੀਤੀ, ਅਸੀਂ ਤਾਂ ਕਿਹਾ ਸੀ ਕਿ ਸਾਡਾ ਡੈਮੋਕ੍ਰੇਟਿਕ ਰਾਈਟ ਹੈ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਹਾਂ, ਅਸੀਂ ਭਰਾ ਮਾਰੂ ਜੰਗ ਚਾਹੁੰਦੇ ਹੀ ਨਹੀਂ। ਤੇ ਦੂਸਰੇ ਪਾਸੇ ਹੁਣ ਜੇ ਉਹ ਸਟਾਰਟ ਕਰਦੇ ਆ ਸਰਗਰਮੀਆਂ, ਫਿਰ ਦੁਬਾਰਾ ਕਿਤੇ ਝਗੜਾ ਹੁੰਦਾ, ਤਾਂ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਕਹਿਣਾ ਕਿ ਅਸੀਂ ਇਹਨਾਂ ਨੂੰ ਕਿਹਾ ਸੀਗਾ ਜੇ ਕਰੋ ਨਾ ਸਰਗਰਮੀ, ਜਦੋਂ ਤੱਕ ਇਲੈਕਸ਼ਨ ਅਨਾਉਂਸ ਨਹੀਂ ਹੁੰਦੀ ਤੁਸੀਂ ਸਰਗਰਮੀ ਕਰੋ ਹੀ ਨਾ। ਤੁਸੀਂ ਫਿਰ ਸਰਗਰਮੀਆਂ ਸ਼ੁਰੂ ਕੀਤੀਆਂ, ਤੁਸੀਂ ਫਿਰ ਕਿਸਾਨ ਮੋਰਚੇ ਤੋਂ ਧਿਆਨ ਡਾਈਵਰਟ ਕਰਦੇ ਆ। ਚਰਚਾ ਤਾਂ ਦੋਵੇਂ ਤਰ੍ਹਾਂ ਦੀ ਚੱਲੂ ਨਾ। ਨਹੀਂ ਚੱਲੂ, ਪਰ ਬਾਟ ਸਾਹਿਬ ਮੈਨੂੰ ਲੱਗਦਾ ਵੀ ਇਹਨੂੰ ਜੇ ਕਿਸੇ ਹੋਰ ਐਂਗਲ ਤੋਂ ਦੇਖੀਏ ਤੇ ਬੜੀ ਵੱਡੀ ਗੱਲ ਹੈ ਜੀ। ਹੁਣ ਕਹਿਣ ਨੂੰ ਤੇ ਇਹੀ ਲੱਗਦਾ ਨਾ ਵੀ 117 ਵਿਧਾਨ ਸਭਾ ਹਲਕੇ ਨੇ ਜੀ, ਉਹਨਾਂ ਚੋਂ ਇੱਕ ਆਤਮਨਗਰ ਲੁਧਿਆਣੇ ਵਾਲਾ ਬੈਂਸ ਭਰਾਵਾਂ ਦੇ ਵਿੱਚੋਂ, ਚਲੋ ਸਿਮਰਜੀਤ ਬੈਂਸ ਹੋਰੀ ਕਹਿੰਦੇ ਵੀ ਮੈਂ ਸੀਟ ਛੱਡੀ ਯਾਰ, ਲੜ ਲਿਓ। ਇੱਕ ਐਮਐਲਏ ਨੇ ਥੋੜਾ ਕਿਹਾ ਹੋਊ। ਹੁਣ ਜੇ ਆਪਾਂ ਇਹ ਦੇਖੀਏ ਤੇ ਲੋਕ ਇਨਸਾਫ ਪਾਰਟੀ ਹੈ, ਹੁਣ ਪੋਲੀਟੀਕਲ ਪਾਰਟੀ ਹੈ, ਜੇ ਉਹਨੂੰ ਪੂਰਾ ਸਟਰਕਚਰ ਦੇਖਿਆ ਜਾਵੇ ਤੇ ਜੇ ਮੰਨ ਲਓ ਅੱਜ ਦੀ ਡੇਟ 'ਚ
ਚੋਣ ਕਮਿਸ਼ਨ ਕੋਲੋਂ ਡਿਟੇਲ ਕਢਾਉਣੀ ਹੋਵੇ ਪੋਲੀਟੀਕਲ ਪਾਰਟੀਆਂ ਦੀ ਜੀ ਤੇ ਜਿੰਨੇ ਅੱਖਰਾਂ ਦੇ ਵਿੱਚ ਨਾ ਕਾਂਗਰਸ ਦਾ ਆਉਣਾ, ਅਕਾਲੀ ਦਲ ਦਾ ਆਉਣਾ ਜਾਂ ਆਮ ਆਦਮੀ ਪਾਰਟੀ ਦਾ ਆਉਣਾ, ਭਾਜਪਾ ਦਾ ਆਉਣਾ, ਉੱਦਾਂ ਹੀ ਨਾ ਇੱਕ ਲੋਕ ਇਨਸਾਫ ਪਾਰਟੀ ਦਾ ਵੀ ਆਉਣਾ, ਕਿਉਂਕਿ ਹੈ ਤੇ ਉਹ ਵੀ ਪੋਲੀਟੀਕਲ ਪਾਰਟੀ। ਇੱਕ ਪੋਲੀਟੀਕਲ ਪਾਰਟੀ ਨੇ ਕਹਿਤਾ ਵੀ ਅਸੀਂ ਰਾਹ ਖਾਲੀ ਕੀਤਾ। ਹੁਣ ਜੇ ਆਪਾਂ ਇਹ ਮੰਨ ਲਈਏ ਵੀ ਚਲੋ ਛੋਟੀ ਪਾਰਟੀ ਸਿਰਫ 2 ਹੀ ਉਹਨਾਂ ਦੇ ਮੈਂਬਰ ਨੇ, ਬਾਕੀ ਚਲੋ ਕਹਿੰਦੇ ਵੀ ਜੇ ਸਾਡਾ ਸਰਕਲ ਛੋਟਾ ਹੈ ਕਿਸੇ ਟੱਕਰ ਵੱਡੀ ਦੇਣੀ ਹੈ। ਇੱਦਾਂ ਦੀਆਂ ਜੇ ਨਿੱਕੀਆਂ ਪਾਰਟੀਆਂ ਪੂਰੇ ਦੇਸ਼ 'ਚੋਂ ਇੱਦਾਂ ਦਾ ਕੰਮ ਕਰਨ ਲੱਗ ਪਈਆਂ ਵੀ ਆਹ ਲਓ ਜੀ ਆਹ ਸਾਡੇ ਫਲਾਣੇ ਥਾਂ ਦੇ ਉੱਪਰੋਂ ਬੰਦੇ ਜਿੱਤੇ ਸੀ ਪਹਿਲਾਂ, ਐਤਕੀਆਂ ਅਸੀਂ ਰਾਹ ਖਾਲੀ ਕੀਤਾ, ਤੁਸੀਂ ਲੜੋ ਇਲੈਕਸ਼ਨ। ਇਹ ਨਾ ਉਹ ਇੱਕ ਵੱਖਰੀ ਤਰ੍ਹਾਂ ਦੀ ਵੇਵ ਤੁਰ ਪਏ। ਮਤਲਬ ਜੇ ਤਾਂ ਇਕੱਲਾ ਐਮਐਲਏ ਦੇਖਣਾ ਉਹ ਗੱਲ ਵੱਖਰੀ ਆ, ਪਰ ਇੱਕ ਪੋਲੀਟੀਕਲ ਪਾਰਟੀ ਆ ਉਹ। ਨਹੀਂ, ਇਹ ਪਹਿਲੀ ਪਾਰਟੀ ਆ ਜਿਹਨੇ ਸਿੱਧੇ ਤੌਰ ਦੇ ਉੱਤੇ ਕਿਹਾ, ਸਗੋਂ ਮੌਜੂਦਾ ਵਿਧਾਇਕ ਨੇ ਕਰਤਾ ਧਰਤਾ ਉਹ ਨੇ, ਉਹਨਾਂ ਨੇ ਕਿਹਾ। ਨਹੀਂ ਤਾਂ ਬਾਕੀ ਤਾਂ ਸਿਆਸੀ ਧਿਰਾਂ ਅੱਜ ਤੱਕ ਇਹ ਕਹਿੰਦੇ ਨਾ ਕਿ ਅਸੀਂ ਨਾਲ ਆ, ਅਸੀਂ ਹਰ ਤਰੀਕੇ ਨਾਲ ਆ, ਅਸੀਂ ਉਹਨਾਂ ਦਾ ਕਿਆ ਮੰਨਦੇ ਆ, ਅਸੀਂ ਢਾਹ ਨਹੀਂ ਲਾਉਣਾ ਚਾਹੁੰਦੇ, ਪਰ ਅਸੀਂ ਹੁਣ ਹੌਲੀ ਹੌਲੀ ਸਰਗਰਮੀਆਂ ਸ਼ੁਰੂ ਕਰਨੀਆਂ, ਅਸੀਂ ਤਾਂ ਲੋਕਾਂ ਦੀ ਰਾਏ ਲੈਂਦੇ ਆ। ਪ੍ਰੈਸ਼ਰ ਤਾਂ ਬਹੁਤ ਪਊਗਾ, ਇੱਕ ਵੱਖਰੇ ਤਰ੍ਹਾਂ ਦੀ ਲਹਿਰ ਵੀ ਚੱਲੂਗੀ। ਬਾਕੀ ਵੱਡੀਆਂ ਪਾਰਟੀਆਂ ਨੇ ਤਾਂ ਸੀਟਾਂ ਕੀ ਖਾਲੀ ਕਰਨੀਆਂ, ਪਰ ਸਿਮਰਜੀਤ ਸਿੰਘ ਬੈਂਸ ਹੋਰੀ ਇਸ ਮੁੱਦੇ ਤੇ ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਰਹੇ ਆ। ਨਾਲ ਲੱਗਦਾ ਹੀ ਜੇ ਆਪਾਂ ਪਰਲਜ਼ ਗਰੁੱਪ ਵਾਲਾ ਦੇਖਣਾ ਹੋਵੇ, ਉਹਨਾਂ ਨੇ ਉਹ ਵੀ ਮੁੱਦਾ ਚੱਕ ਦਿੱਤਾ। ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ, ਉਹ ਕਹਿੰਦੇ 48,000 ਕਰੋੜ ਦਾ ਇਹ ਲੋਕਾਂ ਦੇ ਨਾਲ ਧੋਖਾ ਸੀ, ਘਪਲਾ ਸੀ, ਲੋਕਾਂ ਤੋਂ ਪੈਸੇ ਲੈ ਲੈ, ਲੋਕਾਂ ਨੂੰ ਵਾਪਸ ਨਹੀਂ ਮੋੜੇ। ਨਿਰਮਲ ਸਿੰਘ ਭੰਗੂ ਹੋਰਾਂ ਵਾਲਾ ਮਸਲਾ, ਪਰਲਜ਼ ਗਰੁੱਪ ਉਹਨਾਂ ਦਾ, ਉਹਨਾਂ ਦੀ ਜ਼ਮੀਨ ਦੇ ਉੱਤੇ ਸਿਆਸੀ ਪਾਰਟੀਆਂ ਰੈਲੀਆਂ ਕਰਦੀਆਂ। ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਦੋਸ਼ ਕੀ ਲਾਇਆ, ਉਹ ਕਹਿੰਦੇ 48,000 ਕਰੋੜ ਦਾ ਘਪਲਾ 2016 'ਚ 5 ਸਾਲ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਰੋਕ ਲਾਤੀ ਕਿ ਇਸ ਗਰੁੱਪ ਦੀ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਹੈ ਉਹ ਅਗਲੇ ਫੈਸਲੇ ਤੱਕ ਵਿਕ ਨਹੀਂ ਸਕਦੀ, ਉਹਨੂੰ ਕੋਈ ਵੇਚੂਗਾ ਨਹੀਂ, ਕਿਉਂਕਿ ਅਸੀਂ ਪਹਿਲਾਂ ਲੋਕਾਂ ਤੋਂ ਡਾਟਾਬੇਸ ਮੰਗਾਉਣਾ ਕਿ ਕਿੰਨੇ ਬੰਦਿਆਂ ਨੇ ਕਿੰਨੇ ਪੈਸੇ ਜਮ੍ਹਾਂ ਕਰਾਏ, ਉਹਨਾਂ ਤੋਂ ਪੇਪਰ ਇਕੱਠੇ ਕਰਾਵਾਂਗੇ, ਉਹਦੇ ਤੋਂ ਬਾਅਦ ਦੇਖਾਂਗੇ ਕਿ ਭਾਈ ਇਹ ਪੈਸੇ ਕਿਸ ਤਰੀਕੇ ਮੁੜਵਾਉਣੇ ਆ। ਪਰ ਹੁਣ ਦੋਸ਼ ਪਤਾ ਕੀ ਲੱਗਾ ਕਿ 2016 ਚ ਰੋਕ ਲੱਗਣ ਤੋਂ ਬਾਅਦ 2020 ਤੱਕ ਪਰਚਾ ਦਰਜ ਹੋਣ ਤੱਕ 1200 ਕਰੋੜ ਦੀ ਪ੍ਰਾਪਰਟੀ ਪਰਲਜ਼ ਗਰੁੱਪ ਨੇ ਵੇਚ ਦਿੱਤੀ। ਹੁਣ ਸਿਮਰਜੀਤ ਬੈਂਸ ਨੇ ਦੋਸ਼ ਲਾਇਆ, ਕਹਿੰਦੇ ਵਿਕੀ ਨਹੀਂ, ਵਿਕਵਾਈ ਗਈ ਹੈ, ਵੱਡੀਆਂ ਪਾਰਟੀਆਂ ਦੇ ਲੀਡਰਾਂ ਨੇ ਆਪ ਵਿੱਚੋਂ ਲਾਹਾ ਲਿਆ। ਪਹਿਲੀ ਗੱਲ ਹੈ ਕਿ ਜੇ ਉਹਨਾਂ ਨੇ ਵੀ ਕਿਹਾ ਕਿ 10 ਲੱਖ ਲੋਕਾਂ ਦੇ ਪੈਸੇ ਫਸੇ ਆ ਤੇ ਅਸੀਂ ਉਹਨਾਂ 10 ਲੱਖ ਲੋਕਾਂ ਨੂੰ ਲੈ ਕੇ ਸਰਗਰਮੀ ਕਰਾਂਗੇ, ਅੰਦੋਲਨ ਕਰਾਂਗੇ, ਉਹਨਾਂ ਦੇ ਪੈਸੇ ਦਿਵਾਉਣੇ ਆ। ਪਰ ਸੰਧਾਲੀਆ ਸਾਹਿਬ, ਜੇ ਸਿਮਰਜੀਤ ਸਿੰਘ ਬੈਂਸ ਦੇ ਦੋਸ਼ਾਂ 'ਚ ਸੱਚਾਈ ਹੈ ਕਿ 2016 'ਚ ਸੁਪਰੀਮ ਕੋਰਟ ਕਹਿੰਦੀ ਹੈ ਕਿ ਬਿਲਕੁਲ ਇਸ ਕੰਪਨੀ ਨੇ ਜ਼ਮੀਨਾਂ ਜਿਹੜੀਆਂ ਖਰੀਦੀਆਂ, ਜਿਨ੍ਹਾਂ ਦੀ ਪ੍ਰਾਪਰਟੀ ਆ ਵਿਕ ਨਹੀਂ ਸਕਦੀ, ਅਸੀਂ ਪਹਿਲਾਂ ਫੈਸਲਾ ਕਰਾਂਗੇ ਇਹਨਾਂ ਨੇ ਲੋਕਾਂ ਨਾਲ ਧੋਖਾ ਤਾਂ ਨਹੀਂ ਕੀਤਾ, ਜੇ ਕੀਤਾ ਹੋਊਗਾ ਤਾਂ ਜ਼ਮੀਨ ਵੇਚ ਕੇ ਆਪਾਂ ਲੋਕਾਂ ਦੇ ਪੈਸੇ ਦਵਾ ਦਿਆਂਗੇ। ਇਹਦੇ ਬਾਵਜੂਦ ਵੀ 1200 ਕਰੋੜ ਰੁਪਏ ਦੀ ਪ੍ਰਾਪਰਟੀ ਕੋਈ ਵੇਚ ਕਿੱਦਾਂ ਗਿਆ? ਤੇ ਜੇ ਵੇਚ ਗਿਆ ਤੇ ਇਹਦਾ ਮਤਲਬ ਕਾਲਾ ਮਾਲਾ ਹੋਇਆ। ਜੇ ਕਾਲਾ ਮਾਲਾ ਹੋਇਆ ਤਾਂ ਕਿਸੇ ਨੇ ਕਰਾਇਆ, ਕਰਾਉਣ ਵਾਲੇ ਲੀਡਰ ਨੇ, ਅਫਸਰ ਨੇ, ਰਸੂਖਦਾਰ ਨੇ, ਕੌਣ ਨੇ, ਨਾਂ ਕੀ ਹੈ, ਪਤਾ ਥਾਂ ਕੀ ਹੈ, ਸਾਰੇ ਬੰਦੇ ਅੰਦਰ ਡੱਕਣੇ ਚਾਹੀਦੇ ਆ। ਬਹੁਤ ਸਾਰੇ ਲੋਕਾਂ ਨੇ ਆਪਣੀ ਸਾਰੀ ਕਮਾਈ ਇਸ ਗਰੁੱਪ 'ਚ ਲਾਤੀ ਸੀ, ਬਹੁਤ ਸਾਰੇ ਲੋਕਾਂ ਨੇ ਰਿਸ਼ਤੇਦਾਰਾਂ ਤੋਂ ਫੜ ਕੇ ਪੈਸੇ ਲਾਤੇ ਸੀ। ਪਰ ਜੇ ਅੱਜ ਅਦਾਲਤ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਕੇ 1200 ਕਰੋੜ ਰੁਪਏ ਦੀ ਪ੍ਰਾਪਰਟੀ ਖੁਰਦ-ਬੁਰਦ ਕਰਕੇ ਕਾਗਜ਼ ਪੱਤਰ ਤਾਂ ਵੇਚ ਦਿੱਤੀ ਜਾਊਗੀ, ਫਿਰ ਅੰਦੋਲਨ ਤਾਂ ਬਣਦਾ ਹੀ ਹੈ ਭਾਈ। ਨਹੀਂ, ਅੰਦੋਲਨ ਵੀ ਬਣਦਾ ਹੋ ਸਕਦਾ। ਜਦੋਂ ਆਪਾਂ 1200 ਕਰੋੜ ਕਹਿੰਦੇ ਆ ਤੇ ਕਿਸੇ ਨੂੰ ਸਮਝਣ ਲੱਗੇ ਵੀ ਕਿੰਨੇ ਹੁੰਦੇ ਆ, ਤੇ ਆਪਾਂ ਮੋਟਾ ਜਿਹਾ ਅੰਦਾਜ਼ਾ ਲਾ ਲਈਏ ਵੀ ਜੇ ਆਪਾਂ ਐਵਰੇਜ ਅੱਜ ਪੰਜਾਬ ਦੇ ਵਿੱਚ ਕਿੱਲੇ ਦਾ ਰੇਟ ਵੇਖਣਾ ਹੋਵੇ ਤੇ ਕਿੰਨਾ ਗਿਆ, ਕਿਤੇ ਮਤਲਬ ਕਿਤੇ 14 ਨੂੰ ਵੀ ਆ, 16 ਨੂੰ ਵੀ ਆ, 18 ਨੂੰ ਵੀ ਆ, 20 ਨੂੰ ਵੀ ਆ। ਪਿੰਡਾਂ ਵਾਲੀ ਜ਼ਮੀਨ ਦੀ ਗੱਲ ਕਰਦਾ, ਬਾਈ ਵਾਲੀ 10-12 ਵਾਲੇ ਵੀ ਹੋ ਸਕਦੇ। ਹੁਣ ਜੇ ਕਰੋੜ ਰੁਪਏ ਦਾ ਕਿੱਲਾ ਹੋਵੇ ਜੀ ਤੇ ਕਰੋੜ ਵਾਲੇ 1200 ਕਿੱਲੇ, ਇੱਕ ਅੱਧਾ ਨਹੀਂ, ਫਿਰ ਜਾ ਕੇ ਇੰਨਾ ਪੈਸਾ ਬਣਦਾ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਭਾਈ ਸਾਹਿਬ ਕੀ ਹੋਇਆ ਹੋਊ। ਜੇ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ, ਫਿਰ ਇਹ ਤਾਂ ਮਤਲਬ ਕਿਤੇ ਨਾ ਕਿਤੇ ਤੇ ਕਿ ਦਾਲ 'ਚ ਕਾਲਾ। ਨਹੀਂ ਦੇਖੋ, ਦਾਲ 'ਚ ਕਾਲਾ ਬੜਾ ਚਰਚਾ ਚੱਲਿਆ ਸੀ ਜਦੋਂ ਇੱਕ ਵਾਰੀ ਅੰਕੜਾ ਸਾਹਮਣੇ ਆਇਆ ਸੀ ਕਿ ਵੈਸੇ ਤਾਂ ਪਰਲਜ਼ ਗਰੁੱਪ ਦਾ ਮੁਖੀ ਨਿਰਮਲ ਸੂ ਭੰਗੂ ਅੰਦਰ ਹੈ, ਪਰ ਉਹ ਅੰਦਰ ਕਾਹਦਾ ਅੰਦਰ, ਉਹ ਕੋਈ ਵੀ ਬਾਹਰ ਹੈ। ਉਦੋਂ ਪੂਰੀ ਤਫਸੀਲ ਆਈ ਸੀ, ਵਿਸਥਾਰ ਆਇਆ ਸੀ ਕਿ ਜਦੋਂ ਦਾ ਉਹਨੂੰ ਜੇਲ੍ਹ ਭੇਜਿਆ ਉਹਨੇ ਦਿਨ ਉਹ ਜੇਲ੍ਹ 'ਚ ਨਹੀਂ ਰਿਹਾ ਜਿੰਨੇ ਦਿਨ ਹਸਪਤਾਲ 'ਚ ਰਿਹਾ, ਤੇ ਹਸਪਤਾਲ ਵੀ ਪ੍ਰਾਈਵੇਟ ਰਿਹਾ, ਤੇ ਪ੍ਰਾਈਵੇਟ ਹਸਪਤਾਲ ਦੇ ਵੀ ਉਸ ਕਮਰੇ ਦੇ ਵਿੱਚ ਰਿਹਾ ਜਿੱਥੇ 5 ਸਟਾਰ ਫੈਸਿਲਿਟੀਜ਼ ਨੇ, ਰੁਪਈਏ ਅਗਲੇ ਦੇ ਕੋਲੇ ਹੈਗੇ ਆ। ਤਾਂ ਜਿਹੜੇ ਹਸਪਤਾਲ 'ਚ ਰਿਹਾ, ਹਸਪਤਾਲ ਦੇ ਜਿਹੜੇ ਕਮਰੇ 'ਚ ਰਿਹਾ, ਉਸ ਕਮਰੇ ਤੋਂ ਉਹਦਾ ਘਰ ਨੇੜੇ ਆ ਤੇ ਜੇਲ੍ਹ ਦੂਰ ਹੈ। ਫਿਰ ਜਿਹੜੇ ਬੰਦੇ ਦੇ ਕੋਲੇ ਇੰਨੀ ਫੈਸਿਲਿਟੀ ਹੋਵੇ, ਵੈਸੇ ਰੈਲੀਆਂ ਕਰਾਈਆਂ ਤਾਂ ਕੋਈ ਨਾ ਕੋਈ ਫਾਇਦਾ ਤਾਂ ਭਾ ਹੁੰਦਾ ਹੀ ਆ। ਵੈਸੇ
ਨਿਕਲੀਆਂ ਰੈਲੀਆਂ ਹੀ ਕਿਉਂ, ਕਈ ਕੁਛ ਹੋਏ ਨੇ ਭਾਈ ਸਾਹਿਬ। ਚਲੋ ਹੁਣ ਪੁਰਾਣੀਆਂ ਵੀਡੀਓ ਲੋਕੀ ਵੇਖ ਲੈਣ ਕੱਢ ਕੁੱਢ ਕੇ, ਆਹੋ ਕਈਆਂ ਠੁਮਕੇ ਲੱਗਦੇ ਵੇਖੇ ਨੇ ਉਦੋਂ, ਹੈ ਨਾ। ਕਾਹਦੇ ਲਈ ਅਸੀਂ ਗੱਲ ਕਰਨੀ, ਨਹੀਂ ਆਪਾਂ ਨੂੰ ਲੋੜ ਕੀ ਹੈ ਸਾਨੂੰ ਅਸੀਂ ਪਾ ਕਾਹਨੂੰ ਕਿਸੇ ਦੀ ਗੱਲ ਕਰਨੀ। ਨਾ ਤੁਸੀਂ ਪੈਸੇ ਲਾਏ ਉਹ ਚ ਨਾ ਮੈਂ ਪੈਸੇ ਲਾਏ, ਚਲੋ ਤੁਸੀਂ ਲਾਏ ਨਹੀਂ, ਮੇਰੇ ਕੋਲ ਹੈ ਨਹੀਂ ਸੀ, ਜੇ ਮੇਰੇ ਕੋਲ ਹੁੰਦੇ ਖਰੇ ਲਾ ਹੀ ਦੇਣੇ ਸੀ। ਚਲੋ ਇਹ ਤਾਂ ਹੁਣ ਦੇਖੋ ਜੀ, ਇਹ ਸਮਾਂ ਜਾਣੇ ਤੇ ਸਮੇਂ ਤੇ ਜਾਣਨ ਕੰਮ। ਪਰ ਉਧਰੋਂ ਆਮ ਆਦਮੀ ਪਾਰਟੀ ਵਾਲੇ ਬੜੇ ਗੁੱਸੇ ਸੀ ਭਾਈ ਸਾਹਿਬ। ਉਹਨਾਂ ਪੁਤਲੇ ਬਣਾ ਲਏ ਮੁੱਖ ਮੰਤਰੀ ਸਾਹਿਬ ਦੇ, ਕੱਲੇ ਕੱਲੇ ਏਰੀਏ ਜਾ ਕੇ ਉਹਨਾਂ ਨੇ ਫੂਕੇ, ਓਏ ਹੋਏ ਹੋਏ ਹੋਏ। ਕਹਿੰਦੇ ਇਦਾਂ ਕਿਦਾਂ, ਬਿਜਲੀ ਕਰਕੇ ਰੋਲਤਾ ਤੁਸੀਂ ਪੰਜਾਬੀਆਂ ਨੂੰ, ਇਹਨੇ ਬਿੱਲ ਆਉਣ ਡਏ। ਜੇ ਤੁਸੀਂ ਕਿਹਾ ਵੀ ਹਾਂਜੀ ਅਸੀਂ ਰੱਦ ਕਰਾਂਗੇ ਸਮਝੌਤੇ, ਅਸੀਂ ਤਿੰਨਾਂ ਦੀ ਗੱਲ ਕਰਦੇ, ਤੁਸੀਂ 122 ਕੱਢੀ ਫਿਰਦੇ, ਅਸੀਂ ਤੇ 122 ਦਾ ਨਾਂ ਹੀ ਲੈਂਦੇ, ਅਸੀਂ ਕਹਿੰਦੇ ਤਿੰਨਾਂ ਦੀ ਗੱਲ ਕਰੋ ਤੁਸੀਂ, ਉਹਦੇ 'ਚ ਕੀ ਕਹਾਣੀ ਆ। ਉਦੋਂ ਬਾਅਦ ਚੀਮਾ ਸਾਹਿਬ ਕਹਿੰਦੇ, ਉਹ ਕਹਿੰਦੇ ਆਹ ਦੇਖੋ ਤੇ ਕਲੀਅਰ ਕੱਟ ਸਕੀਮ ਹੈ ਵੀ ਨਾਲੇ ਤੇ ਇਹਨਾਂ ਨੇ ਰਜਾ ਤੇ ਥਰਮਲ ਪਲਾਂਟਾਂ ਵਾਲੇ, ਕੰਪਨੀਆਂ ਵਾਲੇ, ਨਾਲੇ ਸਰਕਾਰ ਰੱਜੀ ਬੈਠੀ ਹੈ ਤੇ ਉਹ ਲੋਕਾਂ ਦੇ ਕਹਿੰਦੇ ਛੇਤਰਾਂ ਦੇ ਲੋਕਾਂ ਦੇ ਸਿਰ 'ਚ ਹੀ ਮਾਰੀ ਜਾਂਦੇ। ਹੁਣ ਕਹਾਣੀ ਉਹਨਾਂ ਨੇ ਇਹ ਪਾਈ ਵੀ ਕਹਿਣ ਨੂੰ ਕਹਿੰਦੇ ਅਸੀਂ ਸਬਸਿਡੀ ਦਿੰਦੇ ਹਾਂ, ਤੇ ਸਬਸਿਡੀ ਦੇਣ ਦੇ ਲਈ ਪਹਿਲਾਂ ਖਜ਼ਾਨੇ 'ਚ ਪੈਸਾ ਚਾਹੀਦਾ, ਤੇ ਪੈਸਾ ਕਹਿੰਦੇ ਬਿਜਲੀ ਤੇ ਟੈਕਸ ਲਾ ਗਿਆ ਆਉਂਦਾ। ਤੇ ਜੇ ਆਪਾਂ ਟੈਕਸ ਦੀ ਗੱਲ ਕਰੀਏ ਤੇ ਆਸੇ-ਪਾਸੇ ਦੇ ਕਿਸੇ ਸਟੇਟ 'ਚ ਉਹਨਾਂ ਟੈਕਸ ਨਹੀਂ ਹੈਗਾ ਜਿੰਨਾ ਪੰਜਾਬ 'ਚ ਹੈ। ਉਹ ਕਹਿੰਦੇ ਵੀ ਪਹਿਲਾਂ ਲੋਕਾਂ ਦੀ ਜੇਬ 'ਚੋਂ ਕੱਢ ਲੈਣਾ, ਫਿਰ ਅਪਰੋਕਸੀਮੇਟਲੀ ਜੋ ਉਹਨਾਂ ਦਾ ਕਹਿਣ ਮੁਤਾਬਕ ਵੀ 45% ਜਿਹੜੀ ਸਬਸਿਡੀ ਇਸ ਵਕਤ ਪੰਜਾਬ ਸਰਕਾਰ ਦਿੰਦੀ ਲੋਕਾਂ ਨੂੰ, ਉਹ ਹੈ ਹੀ ਉਹਦੇ ਵਿੱਚੋਂ ਆਉਂਦੀ, ਉਹ ਜਿਹੜਾ ਟੈਕਸ ਉਗਰਾਇਆ ਜਾਂਦਾ। ਇਹ ਤਾਂ ਕੰਮ ਬੜਾ ਵਧੀਆ। ਵੀ ਮੈਂ ਆਖਾਂ ਵੀ ਬਾਟ ਸਾਹਿਬ ਗੱਲ ਇੱਦਾਂ ਵੀ ਆਪਾਂ ਨਵਾਂ ਕੋਟ ਪੈਂਟ ਤੇ ਨਵੀਂ ਟਾਈ ਲਾ ਦੇਣੀ, ਤੈਨੂੰ 500 ਹੈਗਾ ਹੀ ਰੁਪਈਆ, 450 ਆਉਂਦਾ ਹੈ ਨਾ, 450 ਦਾ ਆਉਂਦਾ, 500 ਲੈ ਲਈਏ। ਨਹੀਂ ਇੱਕ ਵਾਰੀ ਨਾ ਇੱਦਾਂ ਦਾ ਹੀ ਸਾਡੀ ਸਰਕਾਰ ਵਰਗਾ ਹੀ ਸਿਆਣਾ ਬੰਦਾ ਸੀ, ਉਹਨੂੰ ਸ਼ਾਮ ਨੂੰ ਪੀਣ ਦੀ ਆਦਤ ਸੀ। ਪੁਰਾਣੇ ਵੇਲਿਆਂ ਦੀ ਗੱਲ ਹੈ, ਉਦੋਂ ਬੋਤਲ ਆਉਂਦੀ ਸੀ 100 ਰੁਪਈਏ ਦੀ, ਕੋਈ ਦੇਸੀ ਆਉਂਦੀ ਜਾਂ ਕਿਹੜੀ ਆਉਂਦੀ, ਉਹਨੇ ਨਾਲ ਦੇ ਨੂੰ 20 ਰੁਪਈਏ ਦੇ ਕੇ ਕਹਿਣਾ ਲੈ ਬੋਤਲ ਲੈ ਪੀਏ। ਹੁਣ ਆਪਣੇ ਕੋਲੋਂ ਤਾਂ 20 ਪਾਉਣੇ, 80 ਦੂਜੇ ਤੋਂ ਪਵਾ ਲੈਣੇ ਆ। ਸਾਡੀ ਸਰਕਾਰ ਵੀ ਹੁਣ ਕਹਿਣ ਨੂੰ ਤਾਂ ਦਿੰਦੀ ਹੋਊਗੀ ਸਬਸਿਡੀ ਕਿ ਭਾਈ ਤੁਹਾਨੂੰ ਮੁਫਤ ਦਿੰਨੇ ਆ, ਤੁਹਾਨੂੰ ਇੰਨੀਆਂ ਯੂਨਿਟਾਂ ਫ੍ਰੀ ਦਿੰਨੇ ਆ, ਪਰ ਜਦੋਂ ਕੰਨ ਦੂਜੇ ਪਾਸਿਓਂ ਦੀ ਫੜਦੀ ਹੈ ਤੇ ਇਹਦਾ ਮੰਨ ਲਓ ਲੋਕਾਂ ਦੇ ਕੰਨ ਲਾਲ ਹੁੰਦਾ, ਇੱਧਰਲੇ ਪਾਸੇ ਭਾਵੇਂ ਛੇੜਨੀ ਨਾ। ਨਹੀਂ ਉਹ ਤਾਂ ਠੀਕ ਹੈ, ਉਹ ਤਾਂ ਕਲੀਅਰ ਹੀ ਹੈ। ਬਾਅਦ 'ਚੋਂ ਬਿਜਲੀ ਵਾਲੇ ਵਿਚਾਰੇ ਇੱਕ ਹਿਸਾਬ ਜਿਹਾ ਕੱਢ ਦਿੰਦੇ, ਕਹਿੰਦੇ ਵੀ ਯਾਰ ਅਸੀਂ ਹੁਣ ਕੀ ਕਰੀਏ, ਨਾ ਥਾਣੇ ਵਾਲੇ ਬਿੱਲ ਦਿੰਦੇ ਆ, ਨਾ ਉਹ ਮੰਤਰੀ ਸਾਹਿਬ ਦਾ ਬਿੱਲ ਆਉਂਦਾ, ਡੀਸੀ ਸਾਹਿਬ ਦੇ ਦਫ਼ਤਰ ਦਾ, ਨਾ ਇੱਧਰ ਚੇਅਰਮੈਨ ਸਾਹਿਬ ਵਾਲੇ ਪਾਸਿਓਂ ਕੁਛ ਆਉਂਦਾ। ਕਹਿੰਦਾ ਜੀ ਇੱਕ ਉਹ ਕੋਠੀ ਉਹਦੇ ਬਿਲਕੁਲ ਨਹੀਂ ਆਉਂਦਾ। ਕਹਿੰਦਾ ਇਹ ਕਿਹਦੀ? ਕਹਿੰਦਾ ਯਾਰ ਇੱਥੇ ਉਹਨਾਂ ਨੇ ਉਹ ਬੰਦੇ ਰੱਖੇ ਆ ਜਿਹੜੇ ਜੇ ਕੋਈ ਤਾਂ ਠਾਂ ਹੋਏ ਨਾ ਤੇ ਫਿਰ ਉਹ ਕਹਿੰਦੇ ਵੀ ਆ ਜਾ ਤੈਨੂੰ ਤਾਂ ਠਾਂ ਕਰਦੇ ਆ, ਹੈ ਨਾ। ਹੁਣ ਕਰਨ ਤੇ ਕਰਨ ਕੀ, ਪਰ ਚਲੋ ਇਹ ਜੋ ਵੀ ਹੈ ਹੁਣ ਮੈਂ ਨਾ ਵੀ ਹੁਣ ਹੀ ਲੈ ਕੇ ਤੁਰੇ ਤਰੇ ਫਿਰਨੇ ਕਰਦੇ ਕਿ ਆਮ ਆਦਮੀ ਪਾਰਟੀ ਵਾਲੇ ਵੀ ਥੋੜਾ ਚਿਰ ਤੇ ਮੁੱਦਾ ਚੁੱਕ ਲੈਂਦੇ ਨਿਆਣਿਆਂ ਨੂੰ, ਤੇ ਜਦੋਂ ਨਿਆਣਾ ਕਿਤੇ ਨਾ ਕਿਤੇ ਇੱਧਰ ਉੱਧਰ ਕੋਈ ਪੁੱਛਦਾ ਹਾਂਜੀ ਕਿਹਦਾ ਨਿਆਣਾ, ਉਹਨੇ ਜਦੋਂ ਨਿਆਣਾ ਕੀ ਹੋਰ ਨੂੰ ਚੁਕਾਇਆ ਹੁੰਦਾ। ਨਹੀਂ ਦੇਖੋ ਚੰਗੀ ਗੱਲ ਹੈ, ਸਾਰੀਆਂ ਸਿਆਸੀ ਪਾਰਟੀਆਂ ਰੌਲਾ ਰੌਲਾ ਪਾ ਕੇ ਬਿਜਲੀ ਵਾਲੇ ਮੁੱਦੇ ਤੇ ਹਟ ਗਈਆਂ। ਆਮ ਆਦਮੀ ਪਾਰਟੀ ਲਈ ਬਹੁਤ ਜ਼ਰੂਰੀ ਹੈ ਇੱਦਾਂ ਦੇ ਮੁੱਦੇ ਚੁੱਕਣ, ਫੇਰ ਹੀ ਪੱਤਰਕਾਰ ਬਾਕੀ ਸਾਰੀ ਲੀਡਰਸ਼ਿਪ ਨੂੰ ਇਹ ਸਵਾਲ ਕਰਨ ਨੂੰ ਹਟਣਗੇ ਕਿ ਭਗਵੰਤ ਮਾਨ ਹੋਰੀ ਕਿਉਂ ਨਹੀਂ ਆਏ। ਕਿਉਂਕਿ ਜੇ ਤਾਂ ਮੁੱਦੇ ਚੁੱਕਣਗੇ ਫਿਰ ਮੁੱਦੇ ਦੇ ਬਾਬਤ ਸਵਾਲ ਹੋਏਗਾ, ਜੇ ਮੁੱਦੇ ਨਹੀਂ ਚੁੱਕਣਗੇ ਕੱਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚੋਂ ਬੰਦੇ ਸ਼ਾਮਲ ਕਰ ਲੈਣੇ ਆ, ਫਿਰ ਅਗਲੇ ਨੇ ਪੁੱਛਣਾ ਤਾਂ ਹੈ ਆਹ ਤਾਂ ਠੀਕ ਹੈ ਜੀ ਬੰਦੇ ਵੀ ਸ਼ਾਮਲ ਕੀਤੇ, ਵਧਾਈਆਂ ਤੁਹਾਨੂੰ, ਤੁਹਾਡਾ ਪਰਿਵਾਰ ਵਧੇ, ਤੁਹਾਡਾ ਪਰਿਵਾਰ ਫੁੱਲੇ, ਤੁਹਾਡਾ ਪਰਿਵਾਰ ਫਲੇ, ਪਰ ਪ੍ਰਧਾਨ ਜੀ ਨਹੀਂ ਦੀਦੇ। ਫਿਰ ਜੇ ਤਾਂ ਉਸ ਗੱਲ ਤੋਂ ਬਚਣਾ ਹੈ ਫਿਰ ਤਾਂ ਭਾਈ ਜਿੱਦਾਂ ਉਹ ਬੰਦਾ ਸਰਗਰਮੀ ਕਰਦਾ ਸੀ ਉਹਦਾ ਸਰਗਰਮੀ ਕਰੋ। ਚਲੋ ਸ਼ੁਰੂ ਕੀਤੀ ਹੈ, ਸ਼ਾਇਦ ਇਹਦੇ ਤੋਂ ਬਾਅਦ ਇੱਕ ਵਾਰੀ ਫਿਰ ਬਿਜਲੀ ਦਾ ਮੁੱਦਾ ਉੱਪਰ ਨੂੰ ਜਾਵੇ। ਸਰਗਰਮੀ ਹੁੰਦੀ ਨਹੀਂ ਨਾ, ਉਹ ਵਾਲੀਆਂ ਉਹ ਛਾਲਾਂ ਨਹੀਂ ਲੱਭਦੀਆਂ ਵੀ ਕਦੀ ਗੱਡੇ ਤੇ ਚੜ ਗਏ, ਕਦੀ ਉਹ ਟਰੈਕਟਰ ਤੇ ਚੜ ਕੇ ਭਾਸ਼ਣ ਕਰ ਲਿਆ, ਕਦੀ ਟਰਾਲੀ 'ਚ ਬਹਿ ਗਿਆ, ਹੋਰ ਕੁਝ ਨਹੀਂ। ਤੇ ਅਗਲਿਆਂ ਦੇ ਘਰ ਖੁਰਲੀ ਵੇਖੀ, ਖੁਰਲੀ ਦੇ ਭਾਸ਼ਣ ਚੱਲਣ ਦੇ। ਹੁਣ ਜਿਹੜੇ ਬਹੁਤੇ ਲੀਡਰ ਨੇ ਉਹ ਹੁਣ ਲੀਡਰ ਨੇ, ਕਿਉਂਕਿ ਬਾਕੀ ਪੋਲੀਟੀਕਲ ਪਾਰਟੀਆਂ 'ਚ ਵੀ ਆਮ ਆਦਮੀ ਪਾਰਟੀ ਲੀਡਰ ਲਈ ਆਉਂਦੀ, ਉਹਨਾਂ ਨੂੰ ਆਦਤ ਪਈ ਹੁੰਦੀ ਵੀ ਪਹਿਲਾਂ ਗੱਡੀ 'ਚ ਉਤਰਨਾ, ਇੱਕ ਤਰ੍ਹਾਂ ਕੁੜਤਾ 2 ਉਂਗਲਾਂ ਨਾਲ ਫੜ ਕੇ ਅੱਗੋਂ ਖਿੱਚਣਾ, ਇੱਕ ਤਰ੍ਹਾਂ ਪਿੱਛੋਂ ਖਿੱਚਣਾ, ਹੈ ਨਾ, ਥੋੜਾ ਜਿਹਾ ਪਜਾਮੀ ਜੀ ਐਂ ਸੈੱਟ ਕਰਕੇ ਜਦੋਂ ਤੁਰਨਾ। ਉਹਨਾਂ ਨੇ ਹੁਣ ਉਹ ਗੱਲ ਥੋੜਾ ਕਰ ਲੈਣੀ, ਪਰ ਚਲੋ ਇਹ ਹੁਣ ਉਹ ਜਾਣਨ, ਉਹਨਾਂ ਦੀ ਜਾਣੇ ਪਾਰਟੀ, ਆਪਾਂ ਭਾਕਾਂ ਨੂੰ ਗੱਲ ਕਰਨੀ ਕਿਸੇ। ਨਹੀਂ ਆਪਾਂ ਨੂੰ ਗੱਲ ਕਰਨ ਦੀ ਲੋੜ ਹੀ ਨਹੀਂ। ਨਾਲੇ ਸਾਡੀ ਪੰਜਾਬ ਦੀ ਸਰਕਾਰ ਕੀ ਹੋ ਗਿਆ ਜੀ, ਬਹੁਤ ਹੀ ਵਧੀਆ। ਦੇਖੋ ਆਲੂ ਬੀਜੀ ਦਾ, ਇਹ ਤੇ ਐ ਮੈਂ ਸਰਕਾਰ ਜਦੋਂ ਬਰਫ਼ ਨੂੰ ਠੰਡੀ ਲੱਗੀ ਹੁੰਦੀ ਨਾ ਕਿਤੇ, ਓਹ ਤੇਰਾ ਭਲਾ। ਨਹੀਂ ਠੰਡੀ ਲੱਗੀ ਹੋਆ, ਜਦੋਂ ਤੁਸੀਂ ਗੱਲ ਸੁਣਨੀ ਠੰਡੀ ਲੱਗ ਜਾਣੀ ਤੁਹਾਨੂੰ। ਡੀਏਪੀ ਖਾਦ ਹੈ, ਮਹਿੰਗੀ ਆਉਂਦੀ ਹੈ। ਹੁਣ ਆਲੂ ਦੇ ਨਾਲ ਵੀ ਚਾਹੀਦੀ, ਜਦੋਂ ਵੀ ਫਸਲ ਬੀਜਣੀ ਹੈ, ਕਣਕ ਦੇ ਨਾਲ ਵੀ ਚਾਹੀਦੀ ਹੈ। ਹੁਣ ਉਹਦਾ ਕੋਟਾ ਜਿੰਨਾ ਚਾਹੀਦਾ ਪੰਜਾਬ ਸਰਕਾਰ ਪਹਿਲਾਂ ਲਿਖ ਕੇ ਕੇਂਦਰ ਸਰਕਾਰ ਨੂੰ ਭੇਜਦੀ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ ਸਾਡੇ ਮੁਤਾਬਕ ਅਨੁਮਾਨਿਤ ਇੰਨਾ ਕੁ ਰਕਬਾ ਕਣਕ ਬੀਜਣੀ ਹੈ, ਡੀਏਪੀ ਖਾਦ ਪਹਿਲਾਂ ਚਾਹੀਦਾ, ਇੰਨਾ ਕੁ ਸਾਨੂੰ ਭੇਜ ਦਿਓ। ਹੁਣ ਤੱਕ ਕੁੱਲ ਜਿੰਨਾ ਡੀਏਪੀ ਚਾਹੀਦਾ ਹੁੰਦਾ ਸੀ ਉਹਦਾ 20% ਪ੍ਰਾਈਵੇਟ ਵੇਚਣ ਵਾਲੇ ਉਹ ਵੇਚਦੇ ਸੀ, 80% ਕੋਆਪਰੇਟਿਵ ਸੁਸਾਇਟੀਆਂ ਜਿਹੜਾ ਕੋਆਪਰੇਟਿਵ ਸਿਸਟਮ ਆਪਾਂ ਕਹਿੰਦੇ ਕਿ ਪੰਜਾਬ 'ਚ ਦੁਬਾਰਾ ਆਵੇ। ਜਿਹੜੇ ਕੋਆਪਰੇਟਿਵ ਸਿਸਟਮ ਦੇ ਵਿੱਚੋਂ ਤੁਸੀਂ ਲਾਂਬੜਾ ਕਾਂਗੜੀ ਦੀ ਗੱਲ ਕਰਦੇ ਹੁੰਦੇ ਆ, ਜਿਹੜੇ ਕੋਆਪਰੇਟਿਵ ਸਿਸਟਮ ਦੇ ਵਿੱਚੋਂ ਬਹੁਤੇ ਖੇਤੀਬਾੜੀ ਮਾਹਿਰ ਕਹਿੰਦੇ ਆ ਕਿ ਪੰਜਾਬ ਦੇ ਐਗਰੀਕਲਚਰ ਸੰਕਟ ਦਾ ਹੱਲ ਨਿਕਲ ਸਕਦਾ ਹੈ। ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਕਹਿੰਦੀਆਂ ਅਸੀਂ ਕਿਸਾਨਾਂ ਦੇ ਨਾਲ,
ਇੱਕ ਪਾਸੇ ਸਾਡੀਆਂ ਸਰਕਾਰਾਂ ਕਹਿੰਦੀਆਂ ਕਿ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਹੈ, ਤੇ ਦੂਸਰੇ ਪਾਸੇ ਇਹ ਪਹਿਲੀ ਵਾਰ ਹੋਇਆ ਉਹ ਕਹਿੰਦੇ ਡੀਏਪੀ 80% ਫਿਰ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਕਾਹਨੂੰ ਵੇਚਣੀ ਆ, ਆਪਾਂ ਵੇ ਐਂ ਕਰਦੇ ਆ 80 ਤੋਂ ਘਟਾ ਕੇ 50 ਕੋਆਪਰੇਟਿਵ ਸੁਸਾਇਟੀਆਂ, 50 ਫਿਰ ਬਾਜ਼ਾਰ ਦੇ ਵਿੱਚੋਂ ਜਿੱਥੋਂ ਮਰਜ਼ੀ ਲੈ ਲਓ, ਕੋਈ ਗੱਲ ਨਹੀਂ। ਦੇਖੋ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਮੰਗ ਘਟਾਤੀ ਕਿ ਭਾਈ ਇੰਨੀ ਚਾਹੀਦੀ, ਅੱਧੀ ਸਾਨੂੰ ਦੇ ਦਿਓ, ਅੱਧੀ ਬਾਜ਼ਾਰ ਦੇ ਵਿੱਚੋਂ ਵਿਕ ਜੂ। ਜਦੋਂ ਤੱਕ ਤਾਂ ਡੀਏਪੀ ਕੋਆਪਰੇਟਿਵ ਸੁਸਾਇਟੀਆਂ 'ਚ ਆਉਂਦੀ ਸੀ, ਥੋੜ੍ਹਾ ਬਹੁਤ ਮਿਆਰ ਦਾ ਖਿਆਲ, ਥੋੜ੍ਹਾ ਬਹੁਤ ਕੀਮਤ ਦਾ ਖਿਆਲ, ਥੋੜ੍ਹਾ ਬਹੁਤ ਸਰਕਾਰ ਦਾ ਕੰਟਰੋਲ। ਹੁਣ ਇੱਕ ਪਾਸੇ ਕੋਆਪਰੇਟਿਵ ਸੁਸਾਇਟੀਆਂ ਨੂੰ ਮੰਨ ਲਓ ਕੁਆਂਟਲ ਚਾਹੀਦੀ ਆ ਸਾਰੇ ਪੰਜਾਬ ਨੂੰ, ਉਹਦੇ ਵਿੱਚੋਂ 80 ਕਿਲੋ ਕੁਆਂਟਲ ਦੇ ਵਿੱਚੋਂ ਕੋਆਪਰੇਟਿਵ ਸੁਸਾਇਟੀਆਂ ਦੇ ਕੋਲ ਹੁੰਦੀ। ਸਰਕਾਰ ਨੂੰ ਪਤਾ ਹੁੰਦਾ ਸੀ ਕਿ ਭਾਈ ਬਹੁਤੀ ਹੈਗੀ ਆ, ਜੇ ਥੋੜੀ ਬਾਜ਼ਾਰਾਂ ਦੇ ਵਿੱਚ ਨਾ ਵੀ ਆਈ ਪ੍ਰਬੰਧ ਕਰ ਲਾਂਗੇ। ਤਾਂ ਜੇ ਕੁਆਂਟਲ ਦੇ ਵਿੱਚੋਂ 50 ਕਿਲੋ ਕੋਆਪਰੇਟਿਵ ਸੁਸਾਇਟੀਆਂ ਕੋ ਹੋਊ, 50 ਕਿਲੋ ਬਾਜ਼ਾਰ ਦੇ ਵਿੱਚ ਹੋਊ, ਤਾਂ ਬਾਜ਼ਾਰ ਵਾਲੇ ਅਗਲੇ ਕਦੇ ਵੱਧ ਮੰਗਾ ਲੈਣ, ਕਦੇ ਘੱਟ ਮੰਗਵਾ ਲੈਣ, ਕਦੇ ਮੰਗਵਾਉਣ ਹੀ ਨਾ, ਉਹਨਾਂ ਦੇ ਸਿਰ 'ਚ ਡੰਡਾ ਮਾਰ ਦੇਣਾ। ਇੱਕ ਪਾਸੇ ਅਸੀਂ ਕੇਂਦਰ ਸਰਕਾਰ ਤੇ ਕਹਿੰਦੇ ਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ FCI ਦੇ ਭਾਂਡੇ ਬਕਵਾਤੇ, ਤੇ ਦੂਜੇ ਪਾਸੇ ਸਾਡੀ ਸਰਕਾਰ ਦੀਆਂ ਨੀਤੀਆਂ ਸਹਿਕਾਰਤਾ ਲਹਿਰ ਦੇ ਭਾਂਡੇ ਬਕਾਉਣ ਵਾਲੀਆਂ ਲੱਗਦੀਆਂ, ਹੋਰ ਤਾਂ ਕੁਛ ਨਹੀਂ। ਇਹ ਗੱਲ ਤਾਂ ਕਲੀਅਰ ਹੈ, ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਸਰਕਾਰਾਂ ਨੇ ਹੁਣ ਪਤਾ ਨਹੀਂ ਸਲਾਹਕਾਰ ਕਿਹੜੇ ਸਲਾਹ ਦਿੰਦੇ, ਜਾਂ ਤਾਂ ਮੈਨੂੰ ਲੱਗਦਾ ਵੀ ਉਹ ਸਲਾਹਕਾਰਾਂ ਨੂੰ ਸਾਲ ਡੂਢ ਸਾਲ ਕਿਤੇ ਪਿੰਡਾਂ 'ਚ ਘੱਲਣ, ਸਾਈਕਲ ਦੇਣ ਇੱਕਰਾਂ, ਉਹ ਵੀ 2-4 ਵਾਰਾਂ ਸ਼ਾਮਾਂ ਨੂੰ ਹਨੇਰੇ 'ਚ ਜਦੋਂ ਸਾਈਕਲ ਦੇ ਕੁੱਤੇ ਜੇ ਫੇਲ ਹੋਏ ਹੋਣਾ, ਉਧਰੋਂ ਕੁੱਤਾ ਡਾਟ ਜੀ ਮਾਰੇ, ਇਧਰੋਂ ਕਿਸੇ ਦੀ ਮੁਰਗੀ ਉੱਡ ਕੇ ਅੱਗੋਂ ਦੀ ਲੰਘੇ ਤੇ ਬੰਦਾ ਜ਼ਰੂਰ ਉਤਰੇ 2 ਵਾਰੀ, ਚੇਨ ਉਤਰੇ ਤੇ ਬੰਦਾ ਰੂੜੀ ਤੇ 2 ਕਰਾਂ ਮੁੱਦਾ ਆਵੇ, ਫਿਰ ਸਾਫਾ ਜਿਹਾ ਝਾੜ ਝੂੜ ਕੇ ਵੇਖੇ ਵੀ ਯਾਰ ਹੁਣ ਮੈਂ ਜਾਣਾ ਕਿੱਧਰ ਨੂੰ ਆ, ਹੈ ਨਾ, ਬੱਤੀ ਆਉਣ ਨਹੀਂ ਡਈ। ਉਧਰੋਂ ਕਿਤੇ ਕਿਣਮਣ ਜੀ ਹੋਵੇ ਤੇ ਚਿਕੜੀ ਤੋਂ ਘਾਟੀ ਜੀ ਹੋਵੇ, ਰੇਡ ਜਾਂ ਥਾਂ ਉੱਥੋਂ ਤਿਲ ਕੇ 2 ਦਿਨ ਬੰਦੇ ਪਤਾ ਲੈਣ ਆਉਣ ਵੀ ਹੋਇਆ ਕਿ ਕੁਛ ਨਹੀਂ, ਬਾ ਗੋਡੇ ਤੇ ਰਗੜ ਜੀ ਲੱਗੀ ਆ, ਉਦਾਂ ਸੋਜ ਪੈ ਗਈ, ਵਿਖਾਇਆ ਸਿਆਣੇ ਨੂੰ, ਉਹ ਕਹਿੰਦਾ ਫੱਟੀ ਬੰਨਣੀ ਪੈਣੀ ਆ, ਹੈ ਨਾ। ਇਹ ਮਤਲਬ ਜੇ ਤੇ ਇਹੋ ਜਿਹਾ ਕੁਛ ਹੋਵੇ ਫਿਰ ਪਤਾ ਲੱਗੇ ਵੀ ਯਾਰ ਜਿਨ੍ਹਾਂ ਲੋਕਾਂ ਲਈ ਆਪਾਂ ਨੀਤੀਆਂ ਘੜਦੇ ਉਹ ਵਿਚਾਰੇ ਰਹਿੰਦੇ ਕਿਹੋ ਜਿਹੇ ਥਾਂ ਤੇ। ਹੁਣ ਮੈਂ ਸੋਚਦਾ ਸੀ ਵੀ ਸਹਿਕਾਰਤਾ ਮਹਿਕਮੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੋਆਪਰੇਟਿਵ ਸੁਸਾਇਟੀਆਂ ਵੈਸੇ ਤੇ ਚਲੋ ਇਹ ਆ ਵੀ ਲੋਕਾਂ ਨੇ ਆਪਸ ਦੇ ਵਿੱਚ ਇੱਕ ਕੋਆਪਰੇਟਿਵ ਸੁਸਾਇਟੀ ਬਣਾ ਲਈ, ਉਹ ਸੁਸਾਇਟੀ ਦੇ ਨਾਲ ਮਿਲ ਕੇ ਉਹਨਾਂ ਨੇ ਸਾਰਾ ਕੁਝ ਬਣਾ ਲਿਆ, ਤੇ ਇੱਕ ਦੂਜੇ ਨਾਲ ਆਪਾਂ ਇਹ ਕਹਿ ਲਏ ਵੀ ਸਾਂਝ ਭਿਆਲੀ ਆ। ਤੇ ਸਾਂਝ ਭਿਆਲੀ ਦਾ ਮਤਲਬ ਇਹ ਹੋ ਗਿਆ ਵੀ ਸਾਂਝ ਭਿਆਲੀ ਦੇ ਨਾਲ ਉਹਨਾਂ ਦਾ ਕੰਮ ਸੌਖਾ ਹੋ ਗਿਆ ਵੀ ਜੇ ਪਿੰਡ ਦੇ ਵਿੱਚ ਮੰਨ ਲਓ ਯਾਰ 5 ਟਰੈਕਟਰਾਂ ਨਾਲ ਸਰਦਾ ਤੇ ਕੋਆਪਰੇਟਿਵ ਸੁਸਾਇਟੀ ਨੇ ਟਰੈਕਟਰ ਰੱਖਿਆ, ਜਿਹਨੂੰ ਜਿੱਦਣ ਲੋੜ ਹੈ ਅਗਲਾ ਉੱਥੋਂ ਆਪਣਾ ਟਰੈਕਟਰ ਵਹਾ ਲਵੇ, ਜੋ ਉਹਦਾ ਕਿਰਾਇਆ ਭਾੜਾ ਬਣਦਾ ਦੇ ਲਵੇ। ਹੁਣ ਜੇ ਸਰਕਾਰਾਂ ਕੋਲ ਇਹ ਨਹੀਂ ਚੱਲਿਆ, ਸਰਕਾਰ ਇਹ ਚਾਹੁੰਦੀ ਵੀ ਆਪਾਂ ਪ੍ਰਾਈਵੇਟ ਭਾਈਵਾਲੀ ਦੇਣੀ ਹੈ, ਹੋਰ ਜੋ ਉੱਥੇ ਕੰਪਨੀ ਨੂੰ ਖੋਲ ਕੇ ਦਿੰਦੀ ਆ ਵੀ ਤੁਸੀਂ ਆਪਣਾ ਇੱਕ ਵੱਖਰਾ ਉੱਥੇ ਪਲਾਂਟ ਖੋਲ ਲਓ, ਉਹਦੇ 'ਚ ਤੁਸੀਂ ਟਰੈਕਟਰ ਬਣਾ ਕੱਲੇ ਨੂੰ ਪਿੰਡ ਜਾ ਕੇ ਵੇਚੋ, ਤੇਰੀ ਕਿੰਨੀ ਪੈਲੀ ਇੰਨੀ ਲਾ, ਤੇਰੀ ਪੈਲੀ ਤੇ ਤੈਨੂੰ ਟਰੈਕਟਰ ਦੇ ਦਈਏ, ਤੈਨੂੰ ਜਿਹਦਾ ਕਾਰ ਆ ਲੈ ਤੈਨੂੰ ਕਾਰ ਦੇ ਦਈਏ। ਇਹੋ ਜਿਹੇ ਝੰਜਟਾਂ 'ਚ ਪਾਉਣ ਨਾਲੋਂ ਕੋਆਪਰੇਟਿਵ ਸੁਸਾਇਟੀਆਂ ਪ੍ਰਾਈਵੇਟ ਕਰ ਦਿਓ। ਮੈਂ ਕਹਿੰਦਾ ਉਹਨਾਂ ਨੂੰ ਕਹਿ ਦੇਣ ਵੀ ਹਾਂ ਭਾਈ ਸਾਹਿਬ ਆਹ ਪਿੰਡ ਹੈ, ਇੱਥੇ ਤੁਸੀਂ ਬਣਾ ਲਓ ਇਨਫਰਾਸਟਰਕਚਰ, ਇੰਨੀ ਜ਼ਮੀਨ ਆ, ਇੰਨੀ ਜ਼ਮੀਨ ਦੇ ਹਿਸਾਬ ਨਾਲ ਇੰਨੇ ਟਰੈਕਟਰ ਚਾਹੀਦੇ, ਕੰਪਨੀ ਰੱਖ ਲੇ, ਆਹ ਇੱਕ ਪਿੰਡ ਹੈ, ਇਸ ਪਿੰਡ 'ਚ ਇੰਨੇ ਡੰਗਰ, ਇੰਨੀ ਰੂੜੀ ਆ, ਗੈਸ ਪਲਾਂਟ ਲੱਗਦਾ, ਤੁਸੀਂ ਇੱਥੋਂ ਗੈਸ ਸਪਲਾਈ ਕਰ ਦਿਓ, ਨਾ ਸਰਕਾਰ ਨੂੰ ਸਬਸਿਡੀ ਦੇਣੀ ਪਵੇ। ਹੁਣ ਜੋ ਇਸ ਚੱਕਰ ਦੇ ਵਿੱਚ ਪਏ ਆ ਵੀ ਉਹ ਕਿੱਥੋਂ ਗੈਸ ਲਿਆਉਣੀ ਆ, ਗੈਸ ਪਾਈਪ ਪਾਉਣੀ ਆ, ਫਿਰ ਉਹ ਪਾਈਪ ਸ਼ਹਿਰਾਂ ਤੱਕ ਪਿੰਡਾਂ ਤੱਕ ਪਹੁੰਚਣੀਆਂ, ਉਹਦੇ ਨਾਲੋਂ ਚੰਗਾ ਨਹੀਂ ਵੀ ਜਿਹੜੇ ਪਿੰਡ 'ਚ ਹੈਗੇ ਆਪਾਂ ਉੱਥੇ ਹੀ ਉਹ ਗੈਸ ਵੀ ਵਰਤੀ ਜਾਵੇ, ਉੱਥੇ ਹੀ ਉਹ ਟਰੈਕਟਰ ਵਰਤੇ ਜਾਣ, ਉੱਥੋਂ ਦਾ ਹੀ ਉਹ ਪੰਪ ਵਰਤਿਆ ਜਾਵੇ, ਉਸੇ ਤੋਂ ਬਿਜਲੀ ਈਵਨ ਬਿਜਲੀ ਵਾਲਾ ਕੰਮ ਹੀ ਸ਼ੁਰੂ ਕਰ ਲੈਣਾ, ਸੋਲਰ ਵਾਲਾ ਲਾ ਕੇ ਪਲਾਂਟ ਜਾ, ਤੇ ਜਿਹੜੀਆਂ ਸਟਰੀਟ ਲਾਈਟਾਂ ਉਹ ਸੋਲਰ ਤੇ ਚੱਲੀ ਜਾਂਦੀਆਂ, ਬਿਜਲੀ ਦੀ ਵੀ ਲੋੜ ਨਹੀਂ। ਹੁਣ ਜੇ ਝੰਜਟ ਜੇ ਕਿਸੇ ਨੂੰ ਲੱਗਦਾ ਹੋਵੇ ਵੀ ਇਹ ਸ਼ਾਇਦ ਮੈਂ ਇਦਾਂ ਦੀ ਗੱਲ ਕਰਦਾ ਵੀ ਨਹੀਂ ਕਿਤੇ ਚੱਲਦੀ, ਤੇ ਪੰਜਾਬ 'ਚ ਚੱਲਦੀਆਂ ਸੁਸਾਇਟੀਆਂ, ਇੱਕ ਲਾਂਬੜਾ ਕਾਂਗੜੀ ਦੀ ਤਾਂ ਆਪਾਂ ਉਦਾਹਰਨ ਦੇ ਹੀ ਦਿੱਤੀ, ਉੱਥੇ ਜਾ ਕੇ ਦੇਖ ਆਉਣ, ਕਿਸੇ ਪ੍ਰਾਈਵੇਟ ਕੰਪਨੀ ਨੂੰ ਜਾ ਕੇ ਵਿਖਾ ਦੇਣ ਵੀ ਵੀਰ ਮੇਰੇ ਆਹ ਲੋਕ ਕਰੀ ਜਾਂਦੇ ਆ, ਜੇ ਲੋਕ ਕਰ ਸਕਦੇ ਤਾਂ ਤੁਸੀਂ ਤਾਂ ਇੱਕ ਪ੍ਰਾਈਵੇਟ ਕੰਪਨੀ ਨੂੰ ਤੁਸੀਂ ਕਰ ਲਓ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ, ਇਹ ਬਿਲਕੁਲ ਆਈਡੀਆ ਠੀਕ ਹੈ ਕਿੱਦਾਂ ਹੋਣਾ ਚਾਹੀਦਾ, ਪਰ ਹੁਣ ਤੱਕ ਦਾ ਤਜਰਬਾ ਇਹ ਕਹਿੰਦਾ ਕਿ ਸਰਕਾਰਾਂ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹ ਦਿੰਦੀਆਂ ਨਾ, ਚੈੱਕ ਨਹੀਂ ਰੱਖਦੀਆਂ। ਚੈੱਕ ਰੱਖਣਾ ਬਹੁਤ ਮਸਲਾ ਤਾਂ ਨੀਅਤ ਦਾ, ਹਾਲਾਂਕਿ ਕੇਰਲਾ ਸਮੇਤ, ਤਾਮਿਲਨਾਡੂ ਸਮੇਤ, ਉੜੀਸਾ ਸਮੇਤ ਬਹੁਤ ਸਾਰੇ ਸੂਬੇ ਨੇ ਜਿੱਥੇ ਪ੍ਰਾਈਵੇਟ ਕੰਪਨੀਆਂ ਨਹੀਂ, ਲੋਕ ਆਪਣੇ ਸਹਿਯੋਗ ਦੇ ਨਾਲ ਤੇ ਸਰਕਾਰ ਦੇ ਸਾਥ ਨਾਲ ਸਿੱਧੇ ਤੌਰ ਤੇ ਜੋ ਸਿਸਟਮ ਪੰਜਾਬ ਦੇ ਬਹੁਤੇ ਪਿੰਡਾਂ 'ਚ ਫੇਲ ਹੋਇਆ ਸਹਿਕਾਰਤਾ ਦਾ, ਉੱਥੇ ਚੱਲਦਾ ਹੈ। ਚਾਹੇ ਦੁੱਧ ਦਾ ਕੰਮ ਹੈ, ਚਾਹੇ ਸਬਜ਼ੀ ਦਾ ਕੰਮ ਹੈ, ਚਾਹੇ ਫਰੂਟ ਦਾ ਕੰਮ ਹੈ, ਖੇਤੀਬਾੜੀ ਦਾ ਕੰਮ ਹੈ। ਕੇਰਲਾ ਦੇ ਵਿੱਚ ਸਭ ਤੋਂ ਵੱਧ ਮਜ਼ਬੂਤ ਹੈ ਕੋਆਪਰੇਟਿਵ ਸਿਸਟਮ, ਬਹੁਤ ਜ਼ਿਆਦਾ ਮਜ਼ਬੂਤ ਹੈ। ਲੱਖਾਂ ਔਰਤਾਂ ਕੋਆਪਰੇਟਿਵ ਸਿਸਟਮ ਦੇ ਵਿੱਚ ਬੰਨੀਆਂ ਪਈਆਂ ਇੱਕ ਦੂਜੇ ਦੇ ਨਾਲ, ਤੇ ਸਫਲਤਾਪੂਰਵਕ ਕੰਮ ਚੱਲ ਰਿਹਾ। ਲੋਕਡਾਊਨ ਦੇ ਵਿੱਚ ਤਾਂ ਹੋਰ ਵੀ ਚੰਗੇ ਤਰੀਕੇ ਕੰਮ ਚੱਲਿਆ ਸੀ। ਹੁਣ ਜੇ ਉਹਨਾਂ ਸੂਬਿਆਂ ਦੇ ਵਿੱਚ ਸਰਕਾਰ ਦੇ ਬਿਲਕੁਲ ਦਿਸ਼ਾ ਨਿਰਦੇਸ਼ਾਂ 'ਚ, ਸਰਕਾਰ ਦੇ ਸਹਿਯੋਗ ਦੇ ਨਾਲ, ਲੋਕਾਂ ਦੇ ਇਕਜੁੱਟ ਹੋ ਕੇ ਉਹ ਸਿਸਟਮ ਉੱਥੇ ਸਫਲ ਹੋ ਸਕਦਾ, ਤਾਂ ਪੰਜਾਬ 'ਚ ਵੀ ਹੋ ਸਕਦਾ। ਮੈਂ ਪ੍ਰਾਈਵੇਟ ਵਾਲਾ ਚਰਚਾ ਕਿਉਂ ਕਰਨ ਲੱਗਿਆ? ਹੁਣ ਪ੍ਰਾਈਵੇਟ ਵਾਲੇ ਚਰਚੇ ਦੇ ਵਿੱਚੋਂ ਤੁਸੀਂ ਦੇਖੋ, ਸਰਕਾਰਾਂ ਨੇ ਚੈੱਕ ਰੱਖਣਾ ਹੁੰਦਾ, ਜੇ ਚੈੱਕ ਨਹੀਂ ਰੱਖਣਗੇ ਫਿਰ ਉਹ ਪਤਾ ਨਹੀਂ ਕਿੰਨੇ ਨੂੰ ਕਹਿਣਗੇ ਕਿ ਭਾਈ ਅਸੀਂ ਟਰੈਕਟਰ ਇਸ ਬੰਦੇ ਨੂੰ ਹੀ ਦੇਣਾ, ਤੁਹਾਡੇ ਵਰਗੇ 5-4 ਬੰਦੇ ਹੋਣ ਵੱਡੇ ਜ਼ਿਮੀਂਦਾਰ,
ਟਰੈਕਟਰ ਉਹਨਾਂ ਦੇ ਵਗਣੇ ਆ, ਮੇਰੇ ਵਗਣਾ ਹੀ ਨਹੀਂ ਜਿਹਦੇ 4 ਕਨਾਲ ਆ, ਜੇ ਚੈੱਕ ਨਾ ਰੱਖਿਆ। ਜਦੋਂ ਪੰਜਾਬ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਆਈਆਂ, ਪ੍ਰਾਈਵੇਟ ਕਾਲਜ ਆਏ, ਰੌਲਾ ਕਾਹਦਾ ਪਿਆ ਸੀ? ਜਿਹੜੀ ਰੈਗੂਲੇਟਰੀ ਅਥਾਰਟੀ ਬਣਾਉਣੀ ਸੀ, ਜਿਹਨੇ ਦੇਖਣਾ ਸੀ ਕਿ ਭਾਈ ਇਸ ਯੂਨੀਵਰਸਿਟੀ ਦੇ ਵਿੱਚ ਇੰਨੇ % ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਮੁਫਤ ਪੜ੍ਹਾਉਂਦੇ ਆ, ਇੰਨੀ ਸਕਾਲਰਸ਼ਿਪ ਦਿੰਦੇ ਆ, ਕੀ ਉੱਥੇ ਪੜ੍ਹਾਉਣ ਦੇ ਢੰਗ ਠੀਕ ਆ, ਕੀ ਉੱਥੇ ਯੋਗਤਾ ਪ੍ਰਾਪਤ ਜਿੰਨੇ ਅਧਿਆਪਕ ਚਾਹੀਦੇ ਹੈਗੇ ਆ, ਕੀ ਉੱਥੇ ਜੇ BSc MSc ਐਗਰੀਕਲਚਰ ਕਰਾਈ ਜਾ ਰਹੀ ਆ ਤਾਂ ਕੀ ਉੱਥੇ ਪ੍ਰੈਕਟੀਕਲ ਕਰਾਉਣ ਦੇ ਲਈ ਖੇਤ ਹੈਗੇ ਆ, ਕੀ ਉੱਥੇ ਜਿੰਨੀਆਂ ਸੀਟਾਂ ਅਸੀਂ ਅਪਰੂਵ ਕੀਤੀਆਂ ਉਨੇ ਹੀ ਬੱਚੇ ਦਾਖਲ ਕੀਤੇ ਜਾ ਰਹੇ ਆ, ਕੀ ਉੱਥੇ ਬੱਚਿਆਂ ਦੇ ਲਈ ਕੁਐਸਚਨ ਪੇਪਰ ਸਟੈਂਡਰਡ ਦੇ ਮੁਤਾਬਕ ਤਿਆਰ ਕੀਤੇ ਜਾ ਰਹੇ ਆ। ਜਿਹੜੀ ਅਥਾਰਟੀ ਨੇ ਦੇਖਣਾ ਸੀ ਸਭ ਕੁਝ ਕਰ ਦਿੱਤਾ, ਯੂਨੀਵਰਸਿਟੀ ਕਾਲਜ ਨੂੰ ਮਾਨਤਾ ਦੇਤੀ, ਸਰਕਾਰ ਨੇ ਪਾਸ ਕਰ ਦਿੱਤਾ, ਪਰ ਕੀ ਉਹ ਯੂਨੀਵਰਸਿਟੀ ਤੇ ਕਾਲਜ ਦੱਸੇ ਮੁਤਾਬਕ ਕੰਮ ਕਰ ਰਿਹਾ? ਜਿਹਨੇ ਚੈੱਕ ਰੱਖਣਾ ਸੀ ਉਹ ਚੀਜ਼ ਬਣਾਈ ਨਾ, ਤੇ ਸਿੱਟਾ ਕੀ ਨਿਕਲਿਆ? ਠੋਕ ਕੇ ਫੀਸਾਂ। ਉਹ ਜਿਹੜੇ ਅਧਿਆਪਕ ਰੱਖਣੇ ਸੀ ਰੱਖੇ ਹੀ ਨਾ, ਜੇ ਰੱਖੇ ਤਾਂ ਘੱਟ ਯੋਗਤਾ ਵਾਲੇ ਰੱਖੇ, ਜੇ ਪੂਰੀ ਯੋਗਤਾ ਵਾਲੇ ਰੱਖੇ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ, ਬੱਚਿਆਂ ਨੂੰ ਪ੍ਰੈਕਟੀਕਲ ਕਰਾਇਆ ਹੀ ਨਾ, ਤੇ ਸਿੱਟਾ ਆਪਣੇ ਸਾਹਮਣੇ। ਹੋਰ ਦੇਖੋ, ਬਿਜਲੀ ਸਮਝੌਤੇ ਕੀਤੇ, ਪ੍ਰਾਈਵੇਟਾਂ ਨਾਲ ਹੀ ਕੀਤੇ, ਜਾਣੀ ਸਰਕਾਰ ਦੀ ਨੀਅਤ ਦੀ ਗੱਲ ਹੈ। ਢੰਗ ਤੁਹਾਡਾ ਬਿਲਕੁਲ ਠੀਕ ਹੈ ਕਿ ਭਾਈ ਉਹਨਾਂ ਨੂੰ ਕਹੋ ਕਰੋ ਸਾਂਝੇ ਤੌਰ ਤੇ, ਤੁਸੀਂ ਬਾਕੀ ਉੱਪਰਲੇ ਪਾਸੇ ਵੀ ਕਦੇ ਉਹਨਾਂ ਨੂੰ ਕਰਜ਼ਾ ਦੇ ਦਿੱਤਾ, ਕਦੇ ਵੱਟੇ ਖਾਤੇ ਪਾਤਾ, NPO ਪਤਾ ਨਹੀਂ ਕੀ NAP ਕੀ ਹੁੰਦਾ ਤੁਹਾਨੂੰ ਪਤਾ, NPA ਉਹ ਕਰਾਤਾ, ਉਹਨਾਂ ਨੂੰ ਥੱਲੜੇ ਪਾਸੇ ਲਾਓ, ਪਰ ਚੈੱਕ ਰੱਖਿਓ। ਨਹੀਂ ਤਾਂ ਇਦਾਂ ਨਾ ਹੋਵੇ ਕਿ ਬਿਜਲੀ ਲਈਏ ਨਾ ਲਈਏ ਪੈਸੇ ਦੇਣੇ ਆ, ਲਈਏ ਤਾਂ ਵੀ ਪੈਸੇ ਦੇਣੇ ਆ, ਬੰਦ ਰਵੇ ਤਾਂ ਵੀ ਪੈਸੇ ਦੇਣੇ ਆ, ਹੋਰ ਕੋਈ ਕਰਿਆ ਕਰੇ ਪੈਸੇ ਦੇਣੇ ਆ ਬਸ। ਇਹ ਦੇਖੋ ਨਾ, ਆ ਜਿਹੜੀਆਂ 2 ਉਦਾਹਰਨਾਂ ਤੁਸੀਂ ਦਿੱਤੀਆਂ, ਆਪਾਂ ਨੇ ਆਂਦੇ ਵੀ ਇਹਦੇ 'ਚ ਹੈਗਾ, ਆਪਾਂ ਨੇ ਆਂਦੇ ਨਹੀਂ ਹੈਗਾ ਜੀ, ਪਰ ਰੌਲਾ ਪੈਂਦਾ ਵੀ ਜੇ ਬਿਜਲੀ ਸਮਝੌਤੇ ਹੋਏ ਆ ਤੇ ਭਾਈ ਸਾਹਿਬ ਵਿਰੋਧੀ ਇਲਜ਼ਾਮ ਲਾਉਂਦੇ ਵੀ ਕਿਸੇ ਨਾ ਕਿਸੇ ਦੀ ਜੇਬ ਚੋਂ ਕਿਰ ਕੇ ਕਿਤੇ ਨਾ ਕਿਤੇ ਤੇ ਪੈਂਦਾ ਜੀ। ਜੇ ਆਪਾਂ ਕਾਲਜਾਂ ਸਕੂਲਾਂ ਦੀ ਗੱਲ ਕਰਦੇ ਤੇ ਉਹਦੇ ਬਾਰੇ ਵੀ ਰੌਲਾ ਵੀ ਭਾਈ ਸਾਹਿਬ ਫਲਾਨਾ ਕਾਲਜ, ਫਲਾਨੀ ਯੂਨੀਵਰਸਿਟੀ, ਫਲਾਨਾ ਸਕੂਲ, ਬਈ ਜੇ ਸਿੱਧਾ ਨਹੀਂ ਤੇ ਅਸਿੱਧਾ ਕਿਸੇ ਨਾ ਕਿਸੇ ਦਾ ਹਿੱਸਾ ਪੱਤੀ ਹੈਗਾ। ਮੈਂ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਹਿੱਸਾ ਪੱਤੀ ਨਹੀਂ ਨਜ਼ਰ ਆਉਂਦਾ, ਆਪਾਂ ਬੜਾ ਮੋਬਾਈਲ ਫੋਨਾਂ ਦੀ ਗੱਲ ਕਰ ਲੈਂਦੇ। ਜਦੋਂ ਸ਼ੁਰੂ 'ਚ ਕੰਪਨੀ ਆਈ ਸੀ ਉਦੋਂ ਵੀ ਰੌਲਾ ਪੈਂਦਾ ਸੀ, ਲੈ ਵੀ ਫਲਾਨੀ ਕੰਪਨੀ ਫਲਾਨਿਆਂ ਦਾ ਹਿੱਸਾ ਪੱਤੀ, ਉਦੋਂ ਕੀ ਰੇਟ ਸੀਗਾ ਆਪਾਂ ਸਾਰਿਆਂ ਨੂੰ ਪਤਾ। ਫਿਰ ਹੌਲੀ ਜਦੋਂ ਕੰਪਨੀਆਂ ਇੱਕ ਤੋਂ ਬਾਅਦ ਵਧੀਆਂ, ਅੱਜ ਦੀ ਡੇਟ ਦੇ ਵਿੱਚ ਉਹ ਤੁਸੀਂ ਸਿਮ ਲੈਣਾ ਤੇ ਅਗਲੇ ਰੋਂਦੇ ਫਿਰਦੇ ਵੀ ਲੈ ਲਾ ਵੀਰ, ਅਗਲਾ ਕਹਿੰਦਾ ਕਾਲ ਰੇਟ, ਉਹ ਕਹਿੰਦਾ ਮੁਫਤ ਯਾਰ, ਸੁਣਨੀ ਮੁਫਤ ਯਾਰ, ਇੰਟਰਨੈਟ ਚੱਲ ਥੋੜੇ ਜਿਹੇ ਪੈਸੇ ਦੇ ਦੀ ਯਾਰ। ਇੱਕ ਕੰਪੀਟੀਸ਼ਨ ਤੇ ਬਣਿਆ ਨਾ। ਸੇਮ ਜੇ ਆਪਾਂ ਬੈਂਕਾਂ ਦੀ ਗੱਲ ਕਰ ਲਈ, ਤੁਹਾਨੂੰ ਯਾਦ ਹੋਣਾ ਜਦੋਂ ਇਕੱਲੀਆਂ ਸਰਕਾਰੀ ਬੈਂਕਾਂ ਹੁੰਦੀਆਂ ਸੀ, ਪ੍ਰਾਈਵੇਟ ਬੈਂਕਾਂ ਨਹੀਂ ਸੀ ਹੁੰਦੀਆਂ, ਉਹ 10 ਵਜੇ ਬਾਊ ਜੀ ਨੇ ਆਉਣਾ ਤੇ 150 ਬੰਦੇ ਦੀ ਲਾਈਨ ਲੱਗੀ ਹੋਣੀ ਵੀ ਭਾਈ ਸਾਹਿਬ ਪੈਸੇ ਲੈਣੇ ਆ, ਤੇ ਜਿਹੜੇ ਬਾਹਰ ਰਫਲ ਵਾਲੇ ਸਰਦਾਰ ਜੀ ਹੁੰਦੇ ਸੀ ਉਹਨਾਂ ਕਹਿੰਦਾ ਓਏ ਪਰਾਂ ਖਲੋ ਥੋੜਾ ਜਿਹਾ, ਇੱਕ ਮਿੰਟ ਆ ਜਾ, ਲੰਘ ਲੈਣ ਦੇਣੇ ਤੈਨੂੰ। ਮੈਨੇਜਰ ਸਾਹਿਬ ਨੇ ਆਪਣੇ ਟੌਰ ਨਾਲ ਆਉਣਾ ਹੈ ਨਾ, ਉੱਥੇ ਲਾਈਨ 'ਚ ਲਾ ਕੇ ਉਹੀ ਗਲੇ 50 ਵਾਲੇ ਨੋਟ ਵੀ ਕਦੋਂ ਦੇਣਗੇ ਬਾਊ ਜੀ, ਕਦੋਂ ਜਾਵਾਂਗੇ। ਮਤਲਬ ਬੈਂਕ 'ਚੋਂ ਆਪਣੇ ਪੈਸੇ ਲੈਣੀ ਏਡੀ ਵੱਡੀ ਗੱਲ ਹੁੰਦੀ ਸੀ ਵੀ ਬੰਦੇ ਨੇ ਸੋਚਣਾ ਵੀ ਯਾਰ ਮਿਲ ਗਏ ਤੇ ਠੀਕ ਆ, ਨਹੀਂ ਤੇ ਫਿਰ ਘਰੇ ਕਹਿ ਕੇ ਆਉਣਾ ਮੈਂ ਸ਼ਾਮਾਂ ਤੱਕ ਆ ਜਾਣਾ, ਕੋਈ ਗੱਲ ਨਹੀਂ ਹੈ। ਹੁਣ ਉਹ ਉਦੋਂ ਸੀ ਵੀ ਕਦੋਂ ਮੋਨੋਪਲੀ ਸੀ, ਫਿਰ ਉਸ ਤੋਂ ਬਾਅਦ ਪ੍ਰਾਈਵੇਟ ਬੈਂਕਾਂ ਆਈਆਂ। ਹੁਣ ਲੋਕਾਂ ਨੂੰ ਫਿਕਰ ਹੀ ਕੋਈ ਨਹੀਂ ਹੈਗਾ। ਅੱਜ ਦੀ ਡੇਟ ਦੇ ਵਿੱਚ ਬੰਦਾ ਕਹਿੰਦਾ ਫੋਨ ਤੋਂ ਹੀ ਮੇਰਾ ਸਾਰਾ ਕੰਮ ਹੋ ਜਾਂਦਾ, ਮੈਨੂੰ ਬੈਂਕ ਜਾਣ ਦੀ ਲੋੜ ਹੀ ਨਹੀਂ। ਕਹਿਣ ਤੋਂ ਭਾਵ ਇਹ ਕਿ ਜਿੱਥੋਂ ਲੀਡਰ ਮੰਨਫੀ ਹੋ ਜਾਂਦਾ, ਸਿਰਫ ਇੱਕ ਜੇ ਬਿਜ਼ਨਸ ਚਲਾਇਆ ਜਾਂਦਾ ਤੇ ਉਹ ਬਿਜ਼ਨਸ ਫੇਅਰ ਬਿਜ਼ਨਸ ਆ ਵੀ ਠੀਕ ਆ ਯਾਰ, ਉਹਦੇ ਵਿੱਚ ਹਰੇਕ ਬੰਦੇ ਨੂੰ ਸਰਵਿਸ ਦੀ ਗੱਲ ਆ ਵੀ ਤੁਸੀਂ ਚੰਗੀ ਸਰਵਿਸ ਦਿਓ, ਗਾਹਕ ਤੁਹਾਡੇ ਕੋਲ ਆ, ਜੇ ਸਰਵਿਸ ਨਹੀਂ ਦਿੰਦੇ ਤੇ ਗਾਹਕ ਕਿਤੇ ਹੋਰ ਚਲੇ ਜਾਊਗਾ। ਜੇ ਉਹੋ ਜਿਹਾ ਸਿਸਟਮ ਚਲਾ ਲਿਆ ਜਾਵੇ ਤੇ ਮਸਲਾ ਆਪੇ ਹੱਲ ਹੋ ਜੂ। ਪਰ ਜੇ ਆਖਣਾ ਵੀ ਹਿੱਸਾ ਪੱਤੀ ਆਪ ਹੀ ਅਗਲੇ ਦੀ ਲਾਗਤ ਲੱਗੇ, ਅਗਲਾ ਥੋੜੀ ਆਮਦਨ ਕਰਕੇ ਥੋੜੀ ਵੱਧ ਕੀਮਤ ਤੇ ਦੇਦਾ ਤੇ ਜੇ ਵਿੱਚੋਂ ਮੋਟਾ ਡਬਲ ਰੋਟੀ ਦਾ ਪੀਸ ਆਪ ਕੱਢ ਲੈਣਾ, ਅਗਲੇ ਨੇ ਪੂਰਾ ਤਾਂ ਕਰਨਾ ਹੀ ਆ ਕਿਸੇ ਨਾ ਕਿਸੇ ਪਾਸਿਓਂ। ਤਾਂ ਹੁਣ ਤੁਸੀਂ ਦੇਖ ਲਓ, ਇਹ ਮੈਨੂੰ ਲੱਗਦਾ ਕਿ ਲੀਡਰਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ। ਕਾਹਦਾ? ਹਿੱਸਾ ਪੱਤੀ ਘੱਟ ਰੱਖਣਾ, ਵੱਧ ਹਿੱਸਾ ਪੱਤੀ ਦਾ ਨਹੀਂ ਰੌਲਾ, ਐਵੇਂ ਧਿਆਨ ਰੱਖਣਾ ਚਾਹੀਦਾ ਚਾਰੇ ਪਾਸੇ। ਹੁਣ ਦੇਖੋ ਤੁਸੀਂ ਜਿਹੜੇ ਨੌਜਵਾਨ ਲੀਡਰ ਨੇ ਉਹ ਤਾਂ ਧਿਆਨ ਬਹੁਤ ਰੱਖਣ, ਕਿਉਂਕਿ ਸਾਡੇ ਬਜ਼ੁਰਗ ਲੀਡਰ ਵੀ ਤਾਂ ਧਿਆਨ ਰੱਖਦੇ ਆ। ਇੱਕ ਪ੍ਰੈਸ ਕਾਨਫਰੰਸ ਹੋਈ ਹੈ, 2 ਬਜ਼ੁਰਗ ਲੀਡਰ ਇਕੱਠੇ ਹੋਏ ਆ, ਉਹ ਕਹਿੰਦੇ ਬਿਲਕੁਲ ਨਹੀਂ ਜਾਣਾ, ਸਾਡੇ ਬਾਰੇ ਗਲਤ ਅਫਵਾਹਾਂ ਉਡਾਈਆਂ ਜਾ ਰਹੀਆਂ। ਨਹੀਂ ਅਸਲ ਡੈਡਲਾਈਨ ਦੱਸੋ ਨਾ ਕਿਹੜੀ ਦਿੱਤੀ ਵੀ ਕਦੋਂ ਤੱਕ ਨਹੀਂ ਜਾਣਾ? ਜਦੋਂ ਤੱਕ ਆਹ ਪਰਿਵਾਰ ਹੈ, ਜਦੋਂ ਤੱਕ ਸਾਹ ਚੱਲਦੇ ਆ। ਹਾਂ, ਸਾਹ ਤਾਂ ਦੇਖੋ ਚੱਲਦੇ, ਲੀਡਰਾਂ ਦੇ ਤਾਂ ਲੰਬੇ ਚੱਲਦੇ ਹੁੰਦੇ ਆ। ਹੁਣ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੋਨੋਂ ਅਕਾਲੀ ਦਲ ਦੇ ਵੱਡੇ ਲੀਡਰ ਰਹੇ, ਕੋਰ ਕਮੇਟੀ ਦੇ ਮੈਂਬਰ ਰਹੇ, MP ਰਹੇ, ਬੜਾ ਕੁਛ ਸਿਰੇ ਦੇ ਲੀਡਰ। ਉਹਨਾਂ ਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ? ਉਹ ਕਹਿੰਦੇ ਜੀ ਸਾਡੇ ਬਾਰੇ ਅਫਵਾਹਾਂ ਉਡਾਈਆਂ ਜਾ ਰਹੀਆਂ ਕਿ ਅਸੀਂ ਵਾਪਸ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਜਾ ਰਹੇ ਹਾਂ। ਉਹਨਾਂ ਨੇ ਵੀ ਕਿਹਾ ਅਫਵਾਹਾਂ ਫੈਲਾ ਕੇ ਸਾਡਾ ਜਿਹੜਾ ਕਾਡਰ ਹੈ, ਸਾਡੀ ਜਿਹੜੀ ਲੀਡਰਸ਼ਿਪ ਹੈ, ਜਿਹੜੇ ਬੰਦੇ ਸਾਡੇ ਨਾਲ ਜੁੜੇ ਹੋ ਆ, ਉਹਨਾਂ ਦਾ ਮਨੋਬਲ ਸਿੱਟ ਰਹੇ ਆ, ਉਹਨਾਂ ਨੂੰ ਵਿੱਚੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਸੀਂ ਰਹਿ ਜਾਣਾ, ਤੁਹਾਡੇ ਲੀਡਰ ਆ ਜਾਣੇ ਆ। ਉਹ ਕਹਿੰਦੇ ਜੋ ਕੰਮ ਇਹਨਾਂ ਨੇ ਕੀਤਾ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ,
ਅਸੀਂ ਬਿਲਕੁਲ ਜਿਉਂਦੇ ਜੀ ਇਹਨਾਂ ਦੇ ਨਾਲ ਕਦੇ ਗੱਠਜੋੜ ਵੀ ਨਹੀਂ ਕਰ ਸਕਦੇ, ਨਾਲ ਜਾਣ ਦੀ ਸੋਚ ਵੀ ਨਹੀਂ ਸਕਦੇ। ਅਸੀਂ ਆਡਿਆਂ ਤਾਂ ਆਡਾਂ ਅਸਲ ਅਕਾਲੀ ਦਲ ਪੁਨਰ ਸੁਰਜੀਤ ਕਰਕੇ ਰਹਾਂਗੇ। ਨਹੀਂ, ਵਧੀਆ ਗੱਲ ਆ, ਪਰ ਮੈਨੂੰ ਲੱਗਦਾ ਵੀ ਠੀਕ ਆ, ਉਹਨਾਂ ਦੀ ਆਪਸੀ ਡਿਬੇਟ ਆ। ਉਹਨਾਂ ਨੂੰ ਲੱਗਿਆ ਵੀ ਹਾਂ ਯਾਰ ਸਾਡੇ ਚੋਂ ਪਹਿਲਾਂ ਅਜਨਾਲਾ ਪਰਿਵਾਰ ਅੱਧਾ ਪਚੱਦਾ ਚੱਲ ਗਿਆ, ਸੇਖਵਾਂ ਸਾਹਿਬ ਢਿੱਲੇ ਮੱਠੇ ਸੀਗੇ, ਅਚਾਨਕ ਕੇਜਰੀਵਾਲ ਸਾਹਿਬ ਪਤਾ ਲੈਣ ਆਏ, ਉਹਨਾਂ ਨੂੰ ਆਪਣਾ ਬਣਾ ਕੇ ਚੱਲ ਗਏ, ਨਵਾਂ ਡਾਕਟਰ ਦੱਸ ਨਵਾਂ ਡਾਕਟਰ ਦੱਸ ਕੇ। ਇਦੋਂ ਪਹਿਲਾਂ ਖਹਿਰਾ ਸਾਹਿਬ ਨੇ ਵੀ ਇੱਧਰ ਉੱਧਰ ਕੇਕ ਕੂਕ ਕੱਟਿਆ ਸੀ ਉਹਨਾਂ ਦੇ ਨਾਲ, ਮੁੜ ਕੇ ਖਹਿਰਾ ਸਾਹਿਬ ਵੀ ਨਾ ਲੱਭੇ। ਉਦੋਂ ਬਸਪਾ ਵਾਲੇ ਵੀ ਨਾਲ ਹੁੰਦੇ ਸੀ, ਨਹੀਂ ਆਪਾਂ ਤੁਹਾਡੇ ਨਾਲ ਆ। ਉਹਨਾਂ ਨੇ ਵੀ ਉੱਧਰ ਕਹਿੰਦੇ ਵੀ ਠੀਕ ਹੈ, ਹੁਣ ਆ ਘੱਟ ਮਿੱਠੇ ਵਾਲੀ ਬਰਫੀ ਖਾਣੀ ਸ਼ੁਰੂ ਕੀਤੀ ਅਕਾਲੀ ਦਲ ਨਾਲ। ਹੁਣ ਇਹਦਾ ਜੋ ਬਚਿਆ, ਤੇ ਮੈਂ ਨਾ ਬੈਂਸ ਭਰਾਵਾਂ ਨਾਲ ਸਾਂਝ ਹੁੰਦੀ ਸੀ, ਜੇ ਤੁਹਾਨੂੰ ਯਾਦ ਹੋਏ ਜੇ ਵੀ ਸ਼ਾਇਦ ਨੈਟ ਤੇ ਕਿਤੇ ਫੋਟੋ ਲੱਭ ਜੇ ਤਾਂ ਕੇਕ ਵੀ ਕੱਟਿਆ ਸੀ ਜਨਮ ਦਿਨ ਵਾਲਾ। ਹਾਂਜੀ। ਹੁਣ ਜੇ ਉਹਨਾਂ ਨੇ ਕਹਿਤਾ ਵੀ ਯਾਰ ਜੇ ਕਿਸਾਨ ਆ ਜਾਣ ਤੇ ਮੈਂ ਉਹਨਾਂ ਲਈ ਸੀਟ ਛੱਡੀ, ਮੈਂ ਨਾ ਇਹ ਵੀ ਕਰ ਲੈਣ ਸਗੋਂ ਜ਼ਿਆਦਾ ਵਧੀਆ ਵੀ ਯਾਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿੱਥੋਂ ਕਿਸਾਨ ਲੀਡਰ ਚਾਹੁਣ, ਜਿੱਥੋਂ ਸੰਯੁਕਤ ਕਿਸਾਨ ਮੋਰਚਾ ਚਾਹੇ ਵੀ ਅਸੀਂ ਇਲੈਕਸ਼ਨ ਲੜਨੀ ਆ, ਅਸੀਂ ਆਪਣੇ ਉਮੀਦਵਾਰ ਨਹੀਂ ਖੜੇ ਕਰਾਂਗੇ, ਸਾਡੇ ਉਮੀਦਵਾਰ ਉਹ, ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਉਹ ਜ਼ਿਆਦਾ ਵਧੀਆ ਨਹੀਂ ਕੰਮ, ਨਾਲੇ ਖਰਚਾ ਕੋਈ ਨਹੀਂ, ਨਾਲੇ ਬੱਲੇ ਬੱਲੇ ਵਾਧੂ। ਤੁਸੀਂ ਦੇਖੋ ਨਾ ਪਿਛਲੇ ਦਿਨੀ ਵੈਸੇ ਮੌਕਾ ਬੜਾ ਸਟੀਕ ਹੈ। ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਸੰਯੁਕਤ ਅਕਾਲੀ ਦਲ ਦੇ ਬੰਦੇ ਗਏ ਸੀ ਚੰਡੀਗੜ੍ਹ, ਕਹਿੰਦੇ 2 ਮੁੱਖ ਮੰਤਰੀਆਂ ਦਾ ਇਕੱਠਾ ਵਿਰੋਧ ਕਰਨਾ ਆ। ਆਮ ਤੌਰ ਤੇ ਇੱਕ ਦਾ ਹੀ ਹੁੰਦਾ ਹੈ, ਹਰਿਆਣੇ ਦੇ ਮਨੋਹਰ ਲਾਲ ਖੱਟਰ ਸਾਹਿਬ ਦਾ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦਾ, ਕਿਉਂਕਿ ਦੋਨੇ ਮੁੱਖ ਮੰਤਰੀ ਕਿਸਾਨਾਂ ਦੇ ਖਿਲਾਫ ਨੇ। ਗਏ, ਪਾਣੀ ਦੀਆਂ ਬਸ਼ਾਰਾਂ, ਲਾਠੀਆਂ, ਉਹਨਾਂ ਦੀ ਦਸਤਾਰ ਵੀ ਲਿੱਥੀ, ਕਈ ਹੋਰਾਂ ਦੀ ਲਿੱਥੀ। ਉਹ ਕਹਿੰਦੇ ਕੋਈ ਗੱਲ ਨਹੀਂ, ਪਾਣੀ ਦੀਆਂ ਬਸ਼ਾਰਾਂ ਛਾਤੀ ਤੇ ਸਹਿ ਲਾਂਗੇ, ਪਰ ਅਸੀਂ ਕਿਸਾਨਾਂ ਦੇ ਹੱਕ 'ਚ ਖਲੋਣਾ। ਮੈਨੂੰ ਲੱਗਦਾ ਕਿ ਲੋਕ ਇਨਸਾਫ ਪਾਰਟੀ ਤੋਂ ਬਾਅਦ ਹੋ ਸਕਦਾ ਕਿ ਅਕਾਲੀ ਦਲ ਸੰਯੁਕਤ ਕੋਈ ਇਦਾਂ ਦਾ ਫੈਸਲਾ ਕਰ ਲੈ। ਫੈਸਲਾ ਨਾ ਵੀ ਕਰੇ, ਆਫਰ ਤਾਂ ਦਿੱਤੀ ਜਾ ਸਕਦੀ ਹੈ, ਪਰ ਹਾਲ ਦੀ ਘੜੀ ਇਹਨਾਂ ਦੋਵਾਂ ਲੀਡਰਾਂ ਨੇ ਜਿੱਦਾਂ ਕਾਹਲੀ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦਾ ਮਤਲਬ ਹੈ ਕਿ ਇਹਨਾਂ ਨੂੰ ਅੰਦਰ ਖਾਤੇ ਲੱਗਦਾ ਸੀ ਕਿ ਸਾਡਾ ਕੋਈ ਨਾ ਕੋਈ ਹੋਰ ਬੰਦਾ ਉੱਧੜ ਜਾਣਾ ਹੈ। ਇਹਦੇ ਤੋਂ ਪਹਿਲਾਂ ਕਿ ਕੋਈ ਬੰਦਾ ਉੱਧੜ ਜਾ, ਪ੍ਰੈਸ ਕਾਨਫਰੰਸ ਕਰਕੇ ਕਹਿ ਦੋ ਕਿ ਭਾਈ ਖਲੋਤੇ ਆ, ਕਿਤੇ ਨਹੀਂ ਚੱਲੇ। ਹਾਂ, ਨਹੀਂ ਮਤਲਬ ਇਹ ਜ਼ਰੂਰੀ ਆ, ਹੋ ਸਕਦਾ ਵੀ ਇੱਕ ਹੱਲ ਹੀ ਆ ਇਹਦੇ ਨਾਲ। ਇਹ ਨਾ ਵੀ ਮਤਲਬ ਉਹ ਡਾਂਗ ਵੱਜ ਜਾਣੀ, ਸੱਪ ਮਰੇ ਚਾਹੇ ਨਾ ਮਰੇ ਜੀ, ਹੈ ਨਾ। ਇਹ ਮੇਨ ਤਾਂ ਡਾਂਗ ਦੀ ਗੱਲ ਹੀ ਹੁੰਦੀ ਹੈ। ਇਹ ਡਾਂਗ ਬਚੀ ਰਹੇਗੀ ਤੇ ਫਿਰ ਕਈ ਕੰਮ ਆਊਗੀ, ਮੁੜ ਕੇ ਜੇ ਸੱਪ ਦੇ ਚੱਕਰ 'ਚ ਪੈ ਗਏ ਤੇ ਫਿਰ ਰੌਲਾ ਵੱਖਰਾ ਪੈ ਜਾਣਾ। ਅੱਛਾ, ਆਪਾਂ ਬਟਾਲੇ ਦੀ ਗੱਲ ਕਰਨੀ ਕਿ ਨਹੀਂ ਕਰਨੀ? ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਦੇਖੋ ਪਹਿਲਾਂ ਇੱਕ ਚਿੱਠੀ ਗਈ, ਫਿਰ ਚਿੱਠੀ ਉੱਧਰੋਂ ਆਈ, ਚਿੱਠੀ ਨਾਲ ਚਿੱਠੀ ਜਦੋਂ ਟਕਰਾਈ ਤੇ ਫਿਰ ਉਹਦੇ 'ਚੋਂ ਇੱਕ ਹੋਰ ਚਿੱਠੀ ਨਿਕਲੀ। ਉਸ ਚਿੱਠੀ ਨੇ ਹੁਣ ਜਾ ਕੇ ਫਿਰ ਕਿਹਾ ਵੀ ਇੱਦਾਂ ਕਿੱਦਾਂ ਮੁੱਖ ਮੰਤਰੀ ਸਾਹਿਬ, ਜੇ ਗੱਲ ਹੁਣ ਸਿਰੇ ਦੀ ਹੈ ਤੇ ਜਿਹਦੇ ਮਰਜ਼ੀ ਸਿਰ ਬੰਨ੍ਹਦੇ ਹੋ, ਸਾਨੂੰ ਨਹੀਂ ਚਾਹੀਦਾ, ਪਰ ਬਟਾਲੇ ਨੂੰ ਜ਼ਿਲ੍ਹਾ ਬਣਾ ਦਿਓ। ਵੈਸੇ ਤੁਹਾਨੂੰ ਅਸੀਂ ਯਾਦ ਕਰਾ ਦਈਏ, ਸਾਡੀ ਚਿੱਠੀ ਦੀ ਗੱਲ ਨਹੀਂ ਆ, ਤੇ ਨਾ 11 ਅਗਸਤ ਵਾਲੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਵਾਲੀ ਚਿੱਠੀ ਦੀ ਗੱਲ ਹੈ। ਯਾਦ ਕਰੋ ਕੈਬਨਿਟ ਮੀਟਿੰਗ, ਅਸੀਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ। ਦੇਖੋ, ਇੰਨਾ ਕਿਸੇ ਜ਼ਿਲ੍ਹੇ ਨੂੰ ਬਣਾਉਣ ਦੇ ਉੱਤੇ ਇੰਨੀਆਂ ਚਿੱਠੀਆਂ ਕਦੇ ਨਹੀਂ ਲਿਖੀਆਂ ਗਈਆਂ। ਮਤਲਬ ਇਹ ਇੰਨਾ ਹੋ ਸਕਦਾ ਵੀ ਬਟਾਲੇ ਤੋਂ ਆਪ ਨੂੰ, ਮਤਲਬ ਲੋਕਾਂ ਨੂੰ ਲੋੜ ਨਾ ਜਾਪਦੀ ਵੀ ਜਿੰਨੇ ਲੀਡਰਾਂ ਨੂੰ ਜਾਪਣ ਦੀ ਜਾਵੇ। ਬਹੁਤ ਔਖਾ ਹੋ ਗਿਆ। ਜਦੋਂ ਟੈਲੀਫੋਨ ਨਹੀਂ ਲੱਗੇ ਸੀ ਸ਼ਾਇਦ ਕਿਸੇ ਇਲਾਕੇ ਨੂੰ ਜ਼ਿਲ੍ਹਾ ਬਣਾਉਣ ਦੇ ਲਈ, ਉਦੋਂ ਵੀ ਇੰਨੀਆਂ ਚਿੱਠੀਆਂ ਨਹੀਂ ਲਿਖੀਆਂ ਹੋਣੀਆਂ। ਹੁਣ ਦੇਖੋ 2 ਮੰਤਰੀਆਂ ਦੀ ਚਿੱਠੀ ਜਾਂਦੀ ਹੈ, ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਕਿ ਮੁੱਖ ਮੰਤਰੀ ਸਾਹਿਬ ਇਤਿਹਾਸਿਕ ਸਥਾਨ ਹੈ, ਇੰਨੀ ਆਬਾਦੀ ਹੈ, ਬਣਦਾ ਹੈ, ਇਹਨੂੰ ਜ਼ਿਲ੍ਹਾ ਬਣਾਓ, ਅਸੀਂ ਪੁਰਜੋਰ ਮੰਗ ਕਰਦੇ ਹਾਂ, ਜੇ ਹੋ ਸਕੇ ਮਿਲਣ ਦਾ ਸਮਾਂ ਵੀ ਦਿਓ, ਅਸੀਂ ਤੱਥ ਰੱਖਦੇ ਹਾਂ। ਦੂਜੇ ਦਿਨ ਹੀ ਕੈਪਟਨ ਸਾਹਿਬ ਦਾ ਬਿਆਨ ਆ ਗਿਆ। ਉਹ ਕਹਿੰਦੇ ਦੇਖੋ, ਜੇ ਮੈਨੂੰ ਪਹਿਲੇ ਮਿਲ ਲੈਂਦੇ ਮੈਂ ਇਹਨਾਂ ਨੂੰ ਦੱਸ ਦਿੰਦਾ ਕਿ ਆਲਰੇਡੀ ਪਾਈਪਲਾਈਨ ਦੇ ਵਿੱਚ ਹੈ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ 11 ਅਗਸਤ ਦੀ ਚਿੱਠੀ ਲਿਖੀ ਹੈ, ਇਹਨਾਂ ਨੇ ਮੇਰੇ ਨਾਲ ਸੰਪਰਕ ਹੀ ਨਹੀਂ ਕੀਤਾ, ਮੈਂ ਦੱਸ ਦੇਣਾ ਸੀ, ਚਿੱਠੀ ਦੀ ਲੋੜ ਕੋਈ ਨਹੀਂ। ਐਂ ਲੱਗਦਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਹੱਥ ਉੱਪਰ ਕਰਾਤਾ। ਉਹ ਦੋਨਾਂ ਮੰਤਰੀਆਂ ਨੇ ਇੱਕ ਹੋਰ ਚਿੱਠੀ ਲਿਖ ਕੇ ਸਬੂਤ ਪਤਾ ਕੀ ਦਿੱਤਾ? ਉਹ ਕਹਿੰਦੇ ਜਿੱਦਣ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਉਣਾ ਸੀ, ਕੈਬਨਿਟ ਮੀਟਿੰਗ ਸੀ, ਜਾਖੜ ਸਾਹਿਬ ਨਾਲ ਬੈਠੇ, ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਉਸ ਵੇਲੇ ਦੇ ਮੌਜੂਦਾ ਪ੍ਰਧਾਨ ਕੈਪਟਨ ਸਾਹਿਬ, ਉਹਨਾਂ ਨੂੰ ਪੁੱਛ ਲਓ, ਅਸੀਂ ਤਾਂ ਉਦੋਂ ਵੀ ਰੌਲਾ ਪਾਇਆ ਸੀ ਕਿ ਇੱਕ ਨਹੀਂ 2 ਜ਼ਿਲ੍ਹਿਆਂ ਦਾ ਐਲਾਨ ਕਰੋ, ਮਲੇਰਕੋਟਲਾ ਵੀ ਬਣਾਓ GIN ਨੂੰ, ਪਰ ਨਾਲ ਬਟਾਲੇ ਨੂੰ ਵੀ ਜ਼ਿਲ੍ਹਾ ਬਣਾਓ। ਉਹ ਕਹਿੰਦੇ ਤੁਹਾਨੂੰ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਅਸੀਂ ਰੌਲਾ ਪਾਇਆ ਉਹ ਚੇਤਾ ਨਹੀਂ, ਤੇ ਤੁਹਾਨੂੰ 11 ਅਗਸਤ ਦੀ ਚਿੱਠੀ ਦਾ ਚੇਤਾ ਹੈ। ਕੈਪਟਨ ਸਾਹਿਬ ਐਂ ਨਾ ਕਰੋ, ਸਾਡੇ ਕੋਲੇ ਸਾਰਾ ਕੁਝ ਪਿਆ, ਸਾਡੇ ਕੋਲੇ ਸਬੂਤ ਪਏ ਆ ਕਿ ਅਸੀਂ ਬਹੁਤ ਪਹਿਲਾਂ ਦੇ ਮੰਗਦੇ ਸੀ, ਨਾਲੇ ਵੀ ਕਹਿਤਾ ਚਲੋ ਕਿਸੇ ਦੀ ਚਿੱਠੀ ਤੇ ਸਹੀ, ਤੁਸੀਂ ਬਣਾਓ ਤਾਂ ਸਹੀ, ਘੱਟੋ ਘੱਟ ਤੁਹਾਨੂੰ ਐਲਾਨ ਤਾਂ ਕਰਨਾ ਪਿਆ। ਤੇ ਹੁਣ ਇੱਕ ਗੱਲ ਪੱਕੀ ਆ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੱਗਦਾ ਕਿ ਬਟਾਲੇ ਨੇ ਜ਼ਿਲ੍ਹਾ ਬਣ ਜਾਣਾ। ਨਹੀਂ, ਇੱਕ ਨੇ ਬਣ ਜਾਣਾ, ਇੱਕ ਦੀ ਮੰਗ ਉੱਠ ਪੈਣੀ। ਹਾਂ, ਕਿਹੜੀ? ਸੋਮ ਪ੍ਰਕਾਸ਼ ਹੋਰਾਂ ਨੇ ਵੀ ਕਹਿੰਦੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਚੁੱਕੀ। ਵਾਹ ਜੀ ਵਾਹ। ਦੇਖੋ, ਜੇ ਕਾਂਗਰਸ ਵਾਲੇ ਬਟਾਲੇ ਨੂੰ ਬਣਾਉਣਗੇ ਤੇ BJP ਵਾਲੇ ਆਖਣਗੇ ਨਾ ਵੀ ਵੈਸੇ ਫਗਵਾੜੇ ਨਾ ਬਣਾਓ। ਨਹੀਂ ਕਹਿਣਗੇ, ਉਹ ਤਾਂ ਉਹਨਾਂ ਕੋਲ ਤਾਂ ਤਰਕ ਬੜਾ ਵੱਡਾ ਹੈ ਕਿ ਦੇਖੋ ਜੀ, ਉਹ ਫਗਵਾੜੇ ਵਾਲਿਆਂ ਨੂੰ ਕਪੂਰਥਲੇ ਜਾਣਾ ਪੈਂਦਾ ਹੈ, ਕਪੂਰਥਲੇ ਜਾਣਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਰਸਤੇ ਦੇ ਵਿੱਚ ਜਲੰਧਰ ਆਉਂਦਾ ਹੈ। ਹੁਣ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਫਿਰ ਆਪਣੇ ਜ਼ਿਲ੍ਹੇ ਦੇ ਵਿੱਚ ਫਿਰ ਆਉਣ ਨੂੰ ਬਹੁਤ ਵਕਤ ਲੱਗਦਾ ਹੈ।
ਫਗਵਾੜੇ ਵਾਲੇ ਜਦੋਂ ਕਪੂਰਥਲੇ ਜਾਂਦੇ ਆ ਤੇ ਔਖਾ ਹੁੰਦਾ, ਇਸ ਕਰਕੇ ਫਗਵਾੜੇ ਨੂੰ ਬਣਾਓ। ਉਧਰਲੇ ਪਾਸੇ ਦਸੂਹਾ ਮਕੇਰੀਆਂ ਦਾ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ। ਹਾਂ, ਅਸਾਮੀਆਂ ਨਵੀਆਂ ਕ੍ਰੀਏਟ ਹੋਣਗੀਆਂ। ਜੇ ਤਾਂ ਫਗਵਾੜੇ ਨੂੰ ਲੱਗਦਾ ਕਿ ਜ਼ਿਲ੍ਹਾ ਬਣਾਇਆ ਤੁਹਾਡੇ ਦੁੱਖ ਦੂਰ ਹੁੰਦੇ ਆ ਭਾਈ, ਤਾਂ ਫਿਰ ਠੀਕ ਹੈ। ਬਾਕੀ ਕੋਈ ਗੱਲ ਨਹੀਂ, ਗੰਨੇ ਦੇ ਪੈਸੇ ਆਉਂਦੇ ਜਾਂਦੇ ਰਹਿਣੇ, ਮਿਲ ਜਾਣਗੇ। ਇਹ ਵੀ ਠੀਕ ਹੈ। ਮੈਨੂੰ ਇਹ ਲੱਗਦਾ ਵੀ ਜੇ ਫਗਵਾੜੇ ਵਾਲੀ ਇਹ ਮੰਗ ਉੱਠ ਪਈ, ਫਿਰ ਜਸਵੀਰ ਸਿੰਘ ਗੜੀ ਹੋਰੀ, ਕਿਉਂਕਿ ਉੱਥੋਂ ਉਮੀਦਵਾਰ ਨੇ ਸੁਖਨਾ, ਉਹ ਕਿੱਦਾਂ ਮੁੱਕਰਨਗੇ ਵੀ ਮੈਂ ਨਹੀਂ ਮੰਗਦਾ। ਜੇ ਉਹ ਮੰਗਣਗੇ ਤੇ ਭਾਈ ਸਾਹਿਬ ਗੱਠ ਜੁੜ ਗਾਂ ਅਕਾਲੀ ਦਲ ਦੇ ਨਾਲ। ਜੇ ਹੁਣ ਡਿਮਾਂਡ ਇਧਰੋਂ ਫਿਰ ਤਿੰਨਾਂ ਪਾਸਿਓਂ ਇਕੱਠੀ ਹੋਊਗੀ, ਫਿਰ ਕਿਸੇ ਨਾ ਕਿਸੇ ਆਪ ਵਾਲੇ ਨੇ ਜਾਂ ਕਾਂਗਰਸ ਵਾਲੇ ਨੇ ਫਿਰ ਰੌਲਾ ਵੇਖਿਆ। ਮੈਂ ਤੈਨੂੰ ਉਦੋਂ ਦਾ ਕਹਿਣ ਡਿਆ ਵੀ ਇਹ ਬੰਦੇ ਇਕੱਠੇ ਆ, ਵਿੱਚੋਂ ਰਲੇ ਆ। ਆਹ ਦੇਖ ਲਓ ਹੁਣ ਰਲ ਪਏ ਕਿ ਨਹੀਂ ਰਲ ਪਏ। ਹੋ ਸਕਦਾ ਕਿ ਸਿਆਸਤੀ ਹੈ, ਕੀ ਪਤਾ ਕਿੰਨੇ ਕਿਹਦੇ ਮੰਜੇ ਤੇ ਪਾਵੇ ਖਿੱਚੀ ਜਾਣੇ। ਨਹੀਂ ਹੋ ਜਾਣਾ ਜੀ, ਉਧਰਲੇ ਪਾਸੇ ਨੂੰ ਲੱਗਦਾ ਕਿ ਕੰਮ ਤੁਰ ਪੈਣਾ। ਬਾਕੀ ਸੰਧਾਲੀਆ ਸਾਹਿਬ, ਅੱਜ ਆਪਾਂ ਥੋੜੀ ਜਿਹੀ ਅਫਗਾਨਿਸਤਾਨ ਦੀ ਗੱਲ ਜ਼ਰੂਰ ਕਰ ਲਈਏ। ਥੋੜੀ ਕਰਨੀ ਹੈ ਜੀ। ਹਾਂ, ਥੋੜੀ ਇਸ ਕਰਕੇ ਕਰਨੀ ਹੈ ਕਿਉਂਕਿ ਜਿਹੜਾ ਥੋੜਾ ਇਲਾਕਾ ਤਾਲਿਬਾਨ ਦੇ ਵਿਰੋਧੀਆਂ ਕੋਲ ਸੀ, ਅਗਲਿਆਂ ਸਾਰਾ ਜਿੱਤ ਲਿਆ। ਪੰਜਸ਼ੀਰ ਦੇ ਵਿੱਚ ਤਾਲਿਬਾਨ ਵਿਰੋਧੀ ਬੰਦੇ ਅਜੇ ਤੱਕ ਆਪਣਾ ਕਬਜ਼ਾ ਕਰਕੇ ਬੈਠੇ ਸੀ, ਪਰ ਹੁਣ ਉਧਰਲੇ ਪਾਸਿਓਂ ਉਹਨਾਂ ਦਾ ਸਫਾਇਆ ਹੋ ਗਿਆ। ਤਾਂ ਜਿਹੜਾ ਇੱਕ ਸਭ ਤੋਂ ਵੱਡਾ ਲੀਡਰ ਸੀ, ਉਹ ਕਹਿੰਦੇ ਕਿ ਜਹਾਜ਼ ਦੇ ਵਿੱਚ ਕਿਸੇ ਦੂਸਰੇ ਮੁਲਕ ਚਲਾ ਗਿਆ। ਸਰਕਾਰ ਆਪਣੀ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਭਾਈ ਆਹ ਬੰਦਾ ਇਸ ਵਿਭਾਗ ਦਾ ਮੰਤਰੀ ਹੋਏਗਾ। ਤੇ ਸਭ ਤੋਂ ਵੱਡੀ ਗੱਲ ਆਪਾਂ ਬਾਰ-ਬਾਰ ਕਿਹਾ ਸੀ ਕਿ ਹੁਣ ਇਹ ਜ਼ਮੀਨੀ ਹਕੀਕਤ ਹੈ ਕਿ ਅਮਰੀਕਾ ਉੱਥੋਂ ਚਲੇ ਗਿਆ ਨਾਟੋ ਦੀਆਂ ਫੌਜਾਂ ਨਾਲ। ਬਹੁਤ ਸਾਰੇ ਵਿਦੇਸ਼ੀ ਲੋਕ ਫਸੇ ਆ, ਉਹਨਾਂ ਦੇ ਵਾਪਸੀ ਦੇ ਰਸਤੇ ਖੋਲ੍ਹੇ ਜਾ ਰਹੇ ਆ। ਤੇ ਨਾਲ ਆਪਾਂ ਇਹ ਵੀ ਕਿਹਾ ਸੀ ਕਿ ਅਫਗਾਨਿਸਤਾਨ ਦੇ ਆਮ ਲੋਕਾਂ ਦੇ ਬਾਬਤ ਸੋਚਣਾ ਬਹੁਤ ਜ਼ਰੂਰੀ ਹੈ। ਸਾਨੂੰ ਨਹੀਂ ਪਤਾ ਕਿ ਉਹ ਸੱਚੀ ਹੈ ਜਾਂ ਝੂਠੀ ਹੈ, ਪਰ ਇੱਕ ਫੋਟੋ ਜਿਹੜੀ ਸਾਰੀ ਦੁਨੀਆ 'ਚ ਵਾਇਰਲ ਹੈ ਕਿ ਭਾਈ ਅਗਲਿਆਂ ਨੇ ਜਿਹੜੇ ਕਲਾਸਰੂਮ ਵੀ ਹੈ ਯੂਨੀਵਰਸਿਟੀਜ਼ ਦੇ, ਉਹਨਾਂ ਜਮਾਤਾਂ ਦੇ ਵਿੱਚ ਅੱਧ 'ਚ ਪਰਦਾ ਲਾਤਾ ਕਿ ਅਧਿਆਪਕ ਤੁਹਾਡੇ ਵਾਂਗੂ ਬੈਠਾ ਹੈ ਤੇ ਮੂਹਰੇ ਕਮਰਾ ਆ, ਕਮਰੇ 'ਚ ਵਿਦਿਆਰਥੀ ਬੈਠੇ ਆ ਤੇ ਅੱਧ 'ਚ ਪਰਦਾ ਲੱਗ ਗਿਆ। ਇੱਧਰਲੇ ਪਾਸੇ ਮੁੰਡੇ ਆ ਤੇ ਉੱਧਰਲੇ ਪਾਸੇ ਕੁੜੀਆਂ, ਤਾਂ ਜੋ ਅਧਿਆਪਕ ਇੱਕ ਹੀ ਪੜ੍ਹਾਵੇ, ਪਰ ਮੁੰਡੇ ਕੁੜੀਆਂ ਵਾਲੇ ਪਾਸੇ ਤੇ ਕੁੜੀਆਂ ਮੁੰਡਿਆਂ ਵਾਲੇ ਪਾਸੇ ਤੱਕ ਨਾ ਸਕਣ, ਵਿਚਾਲੇ ਪਰਦਾ ਹੋਵੇ। ਤੇ ਨਾਲ ਦੀ ਨਾਲ ਉਹ ਸਪੈਸ਼ਲ ਕਿਸਮ ਦਾ ਜਿਹੜਾ ਪਹਿਰਾਵਾ ਕੁੜੀਆਂ ਦੇ ਲਈ ਉਹ ਵੀ ਜ਼ਰੂਰੀ ਕਰ ਦਿੱਤਾ ਗਿਆ। ਇਹ ਵੀ ਕਹਿ ਦਿੱਤਾ ਗਿਆ ਕਿ ਭਾਈ ਲੜਕੀਆਂ ਨੂੰ ਸਿਰਫ ਔਰਤ ਅਧਿਆਪਕਾਂ ਵਾ ਜਿਹੜੀਆਂ ਉਹੀ ਪੜ੍ਹਾਉਣਗੀਆਂ। ਜੇ ਤਾਂ ਇਹ ਸਾਰੀਆਂ ਗੱਲਾਂ ਠੀਕ ਨੇ, ਜੇ ਇਹ ਸਾਰੀਆਂ ਗੱਲਾਂ ਸੱਚੀਆਂ ਨੇ, ਇਹਦਾ ਮਤਲਬ ਹੈ ਕਿ ਬਹੁਤ ਸਾਰੀ ਔਖ ਆਊਗੀ, ਬਹੁਤ ਸਾਰੀ ਮੁਸ਼ਕਲ ਆਊਗੀ। ਇਹਦੇ ਤੋਂ ਇਲਾਵਾ ਭਾਰਤ ਦੀ ਸਰਕਾਰ ਨੇ ਵੀ ਇੱਕ ਮੀਟਿੰਗ ਕੀਤੀ ਹੈ ਕਿ ਜਦੋਂ ਦਾ ਤਾਲਿਬਾਨ ਅਫਗਾਨਿਸਤਾਨ ਤੇ ਕਾਬਜ਼ ਹੋਇਆ, ਜਦੋਂ ਦਾ ਭਾਰਤ ਦੇ ਉੱਪਰਲੇ ਪਾਸੇ ਹਿਮਾਲਿਆ ਪਰਬਤ ਟੱਪ ਕੇ ਚੀਨ ਦੇ ਨਾਲ ਉਹਦੇ ਸੰਬੰਧ ਵਧੀਆ ਹੋਏ ਆ, 200 ਕਰੋੜ ਤਾਂਬੇ ਦੀਆਂ ਉੱਥੋਂ ਦੀਆਂ ਖੱਡਾਂ ਦੇ ਵਿੱਚ ਖਣਿਜ ਪਦਾਰਥ ਪਿਆ, 200 ਲੱਖ ਕਰੋੜ ਦਾ। ਉਹਦੇ ਉੱਤੇ ਚੀਨ ਦੀ ਨਜ਼ਰ। ਅਗਲੇ ਕਹਿੰਦੇ ਇਨਫਰਾਸਟਰਕਚਰ ਮਜ਼ਬੂਤ ਕਰਨਾ, ਜਿੱਦਾਂ ਸ਼੍ਰੀਲੰਕਾ ਦਾ ਕੀਤਾ ਤੇ ਉੱਥੋਂ ਦੀ ਇੱਕ ਬੰਦਰਗਾਹ ਉਹਨਾਂ ਦੇ ਕੋਲ ਹੈ, ਜਿੱਦਾਂ ਪਾਕਿਸਤਾਨ ਦਾ ਕਰਦੇ ਆ, ਇੱਦਾਂ ਹੁਣ ਅਫਗਾਨਿਸਤਾਨ ਦਾ ਵੀ ਜਿਹੜਾ ਉਹਨਾਂ ਨੇ ਵਿਕਾਸ ਕਰਨਾ ਹੈ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ ਕਿ ਭਾਰਤ ਦੇ ਨਾਲ ਪਾਕਿਸਤਾਨ ਲੱਗਦਾ ਹੈ, ਨਾਲ ਅਫਗਾਨਿਸਤਾਨ ਲੱਗਦਾ ਹੈ, ਉਹਦੇ ਤੋਂ ਬਾਅਦ ਈਰਾਨ ਵਾਲਾ ਪਾਸਾ ਹੈ। ਈਰਾਨ ਦੀ ਅਮਰੀਕਾ ਨਾਲ ਬਣਦੀ ਨਹੀਂ, ਇਸ ਕਰਕੇ ਕਿਤੇ ਨਾ ਕਿਤੇ ਚੀਨ ਦੇ ਨਾਲ ਟਿਊਨਿੰਗ ਹੋ ਜੂ। ਉਸ ਤੋਂ ਬਾਅਦ ਤਾਂ ਤੁਰਕੀ ਹੈ ਤੇ ਫਿਰ ਚੀਨ ਦੇ ਲਈ ਸਾਰਾ ਯੂਰਪ ਖੁੱਲ੍ਹਾ। ਨਹੀਂ, ਯੂਰਪ ਖੁੱਲ੍ਹਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਵੀ ਜੇ ਆਪਾਂ ਟੋਟਲ ਆਬਾਦੀ ਮੁਲਕ ਦੀ ਵੇਖੀਏ ਨਾ, ਪੂਰੀ ਦੁਨੀਆ ਜਿੰਨੇ ਦੇਸ਼ ਨੇ, ਉਹਦੇ ਚੋਂ ਚੌਥੇ ਹਿੱਸੇ ਚੋਂ ਥੋੜ੍ਹਾ ਜਿਹਾ ਘੱਟ ਜੀ ਇੰਨੇ ਮੁਲਕ ਬਣਦੇ ਆ ਜਿਨ੍ਹਾਂ ਦਾ ਕਰਜ਼ਾ, ਜਿਨ੍ਹਾਂ ਦੇ ਸਿਰ ਤੇ ਚੀਨ ਦਾ ਕਰਜ਼ਾ, ਮਤਲਬ ਉਹਨਾਂ ਵਰਲਡ ਬੈਂਕ ਦੂਜੇ ਤੀਜੇ ਦਾ ਕਰਜ਼ਾ ਨਹੀਂ ਹੈਗਾ ਜਿੰਨਾ ਉਹਨਾਂ ਨੇ ਚੀਨ ਦਾ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਗਲਿਆਂ ਨੂੰ ਤੇ ਸ਼ਾਹੂਕਾਰਾ ਕਰਨਾ ਆ ਗਿਆ। ਸ਼ਾਹੂਕਾਰਾ ਤਾਂ ਇਹ ਹੁੰਦਾ ਨਾ ਵੀ ਅਗਲੇ ਨੂੰ ਥੋੜ੍ਹੇ ਦਿਓ, ਉਹ ਕੋਈ ਨਹੀਂ ਕਰ ਲਾਂਗੇ, ਉਹ ਕੋਈ ਨਹੀਂ ਕਰ ਲਾਂਗੇ, ਉਹ ਰੱਖ ਤੋਂ ਕੋਈ ਗੱਲ ਨਹੀਂ, ਹੈ ਨਾ। ਉਹ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਉਹਨਾਂ ਨੇ ਕੋਈ ਨਹੀਂ ਕਰ ਲਾਂਗੇ, ਉਹ ਖਾਤੇ ਲਿਖਾਉਣੇ ਸ਼ੁਰੂ ਕਰਤੇ ਆ। ਪਿਛਲੇ ਦਿਨੀ ਸ੍ਰੀਲੰਕਾ 'ਚ ਆਪਾਂ ਦੇਖ ਲਿਆ ਸੀ, ਤੇ ਹੁਣ ਜੇ ਆ ਸੁੱਖ ਨਾਲ ਉਧਰ ਨੂੰ ਵੀ ਵਧਣ ਲੱਗ ਪਿਆ ਚੀਨ, ਤੇ ਤਾਲਿਬਾਨ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਉਹਨਾਂ ਨੇ ਤੇ ਲਿਖਾ ਹੀ ਦੇਣਾ ਖੱਤਾ ਕੋਈ ਨਾ ਕੋਈ ਵੀ ਆ ਫਿਰ ਤੋਰਾ ਬੋਰਾ ਵਾਲੀਆਂ ਪਹਾੜੀਆਂ ਦੇ ਵਿੱਚੋਂ ਬੋਰੇ ਭਰ ਕੇ ਤਾਂਬੇ ਵਾਲੇ ਲੈ ਜਾਓ ਤੁਸੀਂ, ਵੀ ਸਾਨੂੰ ਲੋੜ ਨਹੀਂ। ਹਾਂ, ਨਹੀਂ ਵੱਡਾ ਇਹਦਾ ਫਰਕ ਪੈਣਾ ਜੀ, ਅਸਰ ਬਹੁਤ ਵੱਡਾ ਪੈਣਾ। ਸੋ ਭਾਰਤ ਦੀ ਸਰਕਾਰ ਉਧਰਲੇ ਪਾਸੇ ਕੋਸ਼ਿਸ਼ ਤਾਂ ਕਰ ਰਹੀ ਹੈ ਕਿ ਅਸੀਂ ਹੁਣ ਹੌਲੀ-ਹੌਲੀ ਮਾਹੌਲ ਜਿਹੜਾ ਠੀਕ ਬਣਾਈਏ। ਤਾਲਿਬਾਨ ਦੇ ਇੱਕ ਸਪੋਕਸਪਰਸਨ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਹੈ, ਪਰ ਅਜੇ ਦੇਖਣਾ ਪਊਗਾ, ਅਜੇ ਥੋੜ੍ਹਾ ਜਿਹਾ ਸੰਜੀਦਾ ਰੂਪ ਦੇ ਵਿੱਚ ਥੋੜ੍ਹੀ ਜਿਹੀ ਵੇਟ ਕਰਨੀ ਪਊਗੀ ਕਿ ਭਾਰਤ ਦੇ ਉਹਨਾਂ ਦੇ ਨਾਲ ਸੰਬੰਧ ਕਿੱਦਾਂ ਦੇ ਹੁੰਦੇ ਆ ਤੇ ਸਾਡੇ ਲਈ ਕਿੰਨਾ ਕੁ ਵੱਡਾ ਖਤਰਾ ਬਣਦਾ ਹੈ। ਬਾਕੀ ਹੁਣ ਜਾਣ ਦਾ ਵੇਲਾ ਹੋ ਗਿਆ। ਹਾਂ, ਬਿਲਕੁਲ ਹੋ ਗਿਆ। ਤੇ ਆਪਾਂ ਉਮੀਦ ਸੰਧਾਲੀਆ ਸਾਹਿਬ ਕਰਦੇ ਹਾਂ ਕਿ ਕਰਨਾਲ ਦੇ ਵਿੱਚ ਜਿਹੜਾ ਮੋਰਚਾ ਲੱਗਾ ਉਹ ਸੁੱਖ ਸਬੀਲੀ ਸ਼ਾਂਤੀ ਦੇ ਨਾਲ, ਬਿਨਾਂ ਕਿਸੇ ਹਿੰਸਾ ਦੇ ਜਿਹੜਾ ਉਹ ਸਮਾਪਤੀ ਵਾਲੇ ਪਾਸੇ ਵਧੇ। ਪ੍ਰਸ਼ਾਸਨ ਤੇ ਕਿਸਾਨਾਂ ਦੀ ਗੱਲਬਾਤ ਜਿਹੜੀ ਉਹ ਹੋਵੇ, ਕਿਉਂਕਿ ਹੋਰ ਨੁਕਸਾਨ ਹੁਣ ਸਹਿਣ ਦੀ ਲੋਕ ਤੇ ਕਿਸਾਨ ਮੋਰਚਾ ਨਹੀਂ, ਮੁਲਕੀ ਸਮਰੱਥਾ ਰੱਖਦਾ, ਮੁਸੀਬਤਾਂ ਹੋਰ ਬਹੁਤ ਨੇ। ਬਿਲਕੁਲ ਸਹੀ। ਸੋ ਇਹਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਸ ਉਮੀਦ ਇਹੀ ਕਰਦੇ ਹਾਂ ਕਿ ਵੀ ਕੋਈ ਨਾ ਕੋਈ ਇਹੋ ਜਿਹਾ ਹੱਲ ਹਰੇਕ ਸਮੱਸਿਆ ਦਾ ਕੱਢ ਲਿਆ ਜਾਵੇ, ਜਿਹਦੇ ਨਾਲ ਏਡਾ ਵੱਡਾ ਵਿਸ਼ਾਲ ਦੇਸ਼ ਜਿਹੜਾ ਉਹਦੇ ਜਿਹੜੇ ਵਸਦੇ ਬਸ਼ਿੰਦੇ ਨੇ ਉਹ ਆਪਣੀਆਂ ਸਮੱਸਿਆਵਾਂ ਦੇ ਵਿੱਚ ਉਲਝਣ ਦੀ ਬਜਾਏ, ਸਰਕਾਰ ਨਾਲ ਖਹਿਣ ਦੀ ਬਜਾਏ, ਸਗੋਂ ਸਰਕਾਰ ਦੀ ਤਾਕਤ ਬਣ ਸਕਣ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।